ਪਹਿਲਾ ਨਿਸ਼ਾਨ ਸ਼ਰਮਾ ਇੱਕ ਬਾਂਦਰ ਆ ਜੀ। ਪਰ ਜਦੋਂ ਉਹਨਾਂ ਨੇ ਇਹ ਪਾਈ ਪੋਸਟ ਕਿ ਇਹਨਾਂ ਨੂੰ ਸਜ਼ਾ ਦਿਵਾਉਣੀ ਚਾਹੀਦੀ ਹੈ, ਇਹਨਾਂ ਨੂੰ ਸਜ਼ਾ ਦਿਵਾਵਾਂਗੇ, ਇਹਨਾਂ ਨੂੰ ਮਤਲਬ ਮੈਂ ਇਹਨਾਂ ਦੀ ਅਪੀਲ ਦਲੀਲ ਕਰਾਂਗਾ ਜੋ ਵੀ ਆ। ਚਲੋ ਤੇ ਕਾਨੂੰਨੀ ਤੌਰ ਤੇ ਅਸੀਂ ਪੂਰੀ ਤਰ੍ਹਾਂ ਫ੍ਰੀ ਹੋ ਚੁੱਕੇ ਆ। ਪਰ ਮੈਂ ਇਹੋ ਜਿਹੇ ਜਿਹੜੇ ਇਹਨਾਂ ਲੋਕਾਂ ਨੂੰ ਮੈਂ ਇੱਕ ਗੰਦੀ ਨਾਲੀ ਦਾ ਕੀੜੇ ਦੇ ਨਾਮ ਨਾਲ ਨਵਾਜ਼ਦਾ ਕਿ ਹਸਪੀਟਲ ਦੁਬਾਰਾ ਸਟਾਰਟ ਆ। ਇਹ ਹਸਪੀਟਲ ਲੋਕ ਤਰਸਦੇ ਪਏ ਸੀਗੇ, ਮੈਨੂੰ ਹਜ਼ਾਰਾਂ ਫੋਨ ਆ ਰਹੇ ਸੀਗੇ ਕਿ ਮਤਲਬ ਭਾਜੀ ਹਸਪੀਟਲ ਕਦੋਂ ਖੁੱਲਣਾ, ਕਿਉਂਕਿ ਲੋਕ ਦੁਖੀ ਹੋ ਗਏ ਨੇ, ਲੋਕਾਂ ਨੂੰ ਹਸਪੀਟਲ ਦੀ ਜ਼ਰੂਰਤ ਆ। ਮੈਂ ਫਿਰ ਕਹਾਂਗਾ ਕੁਝ ਵਿਵਾਦਿਤ ਬਿਆਨ ਆਏ ਸੀਗੇ ਕਿ ਹਸਪੀਟਲ ਦੇ ਲਾਗੇ ਹਿਸਟੋਰੀਕਲ ਪਲੇਸ ਆ, ਏਡਾ ਉੱਚਾ ਹਸਪੀਟਲ ਕਿੱਦਾਂ ਬਣ ਗਿਆ। ਪਰ ਮੈਂ ਉਹਨਾਂ ਅਫਸਰਾਂ ਨੂੰ ਇੱਕ ਗੱਲ ਕਹਿਣੀ ਚਾਹੁੰਦਾ ਕਿ ਤੁਹਾਨੂੰ ਤੇ ਜਿੱਥੇ ਮਾਨਵਤਾ ਦਾ ਭਲਾ ਹੋਣ ਡਿਆ ਵਾ, ਹਰ ਇੱਕ ਪੀਰ ਪੈਗੰਬਰ ਨੇ, ਹਰ ਚਾਹੇ ਹਿੰਦੂ ਮੁਸਲਿਮ ਸਿੱਖ ਈਸਾਈ ਆ, ਸਾਰਿਆਂ ਦਾ ਪੀਰਾਂ ਪੈਗੰਬਰਾਂ ਨੇ ਇੱਕ ਹੀ ਸਭ ਤੋਂ ਵੱਡੀ ਸੇਵਾ ਦੱਸੀ ਆ ਕਿ ਮਾਨਵਤਾ ਇਨਸਾਨੀਅਤ ਦੀ ਸੇਵਾ। ਔਰ ਅਗਰ ਇਸ ਬਿਲਡਿੰਗ 'ਚ ਮਾਨਵਤਾ ਇਨਸਾਨੀਅਤ ਦੀ ਸੇਵਾ ਹੋ ਰਹੀ ਆ ਤੇ ਜਿਹੜਾ ਪ੍ਰਸ਼ਾਸਨ ਜਿਹੜਾ ਕਹਿੰਦਾ ਬਿਲਡਿੰਗ ਕਰ ਲਾਗੇ ਹਿਸਟੋਰੀਕਲ ਪਲੇਸ ਆ, ਇਹ ਹਿਸਟੋਰੀਕਲ ਪਲੇਸ ਵੀ ਐਸ ਹਸਪੀਟਲ ਨੂੰ ਸੌਂਪ ਦੇਣੀ ਚਾਹੀਦੀ ਹੈ ਇਹਨਾਂ ਨੂੰ। ਇਹਨੂੰ ਮੈਂ ਕਹਿੰਦਾ ਗੁੱਗੂ ਹਸਪਤਾਲ ਬੰਦ ਕਰ ਦੂਗਾ, ਸਰਕਾਰ ਬੀੜਾ ਚੁੱਕੇ ਕਿ ਇਹਦੇ ਨਾਲ ਦੇ ਜਿੰਨੇ ਸਰਕਾਰੀ ਹਸਪਤਾਲ ਨੇ ਸਾਰੇ ਇਹੋ ਜਿਹੇ ਕਰ ਦਿਆਂਗੇ। ਮੈਂ ਇੱਥੇ ਆ ਕੇ ਨਾਲ ਭਰਾ ਨੂੰ ਬੇਨਤੀ ਕਰਕੇ ਤਾਲਾ ਲਵਾਉਂ ਪਹਿਲਾਂ ਤੁਸੀਂ ਆਪਣੀਆਂ ਸਿਹਤ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਪਿਆਰਿਓ, ਨਵਤੇਜ ਹਿਊਮੈਨਿਟੀ ਕਲੱਬ ਇੱਕ ਅਜਿਹਾ ਹਸਪਤਾਲ ਜੋ ਐਨਆਰਆਈ ਵੀਰਾਂ ਦੀ ਮਦਦ ਦੇ ਨਾਲ ਪਾਪੀ ਪੁਲੇ ਨੂੰ ਗੱਡੀ ਚਾੜਨ ਵਾਲੇ ਨਵਤੇਜ ਗੁੱਗੂ ਦੀ ਮਿਹਨਤ ਦੇ ਨਾਲ ਬਣਾਇਆ ਗਿਆ, ਜਿੱਥੇ ਹਰ ਗਰੀਬ ਗੁਰਬੇ ਦਾ ਬਹੁਤ ਹੀ ਸਸਤੇ ਮੁੱਲਾਂ ਤੇ ਇਲਾਜ ਕੀਤਾ ਜਾਂਦਾ ਹੈ। ਜੋ ਇਲਾਜ ਬਾਹਰ ਹਸਪਤਾਲਾਂ ਵਿੱਚ ਲੱਖ ਰੁਪਏ ਦਾ ਹੁੰਦਾ ਹੈ, ਉਹ ਸਿਰਫ 5-10 ਹਜ਼ਾਰ ਵਿੱਚ ਇਸ ਹਸਪਤਾਲ ਵਿੱਚ ਕਰ ਦਿੱਤਾ ਜਾਂਦਾ ਹੈ। ਤੇ ਫਿਰ ਵੀ ਜੇਕਰ ਕੋਈ ਉਹ ਦਿਨ 'ਚ ਵੀ ਅਸક્ષਮ ਹੈ ਤਾਂ ਉਸ ਦਾ ਇਲਾਜ ਇਸ ਹਸਪਤਾਲ ਵਿੱਚ ਬਿਲਕੁਲ ਮੁਫਤ ਕੀਤਾ ਜਾਂਦਾ ਹੈ। ਬੀਤੇ ਦਿਨੀ ਜੋ ਕੁਝ ਵੀ ਨਵਤੇਜ ਸਿੰਘ ਗੁੱਗੂ ਦੇ ਨਾਲ ਹੋਇਆ, ਉਹ ਸਾਰੀ ਦੁਨੀਆ ਜਾਣਦੀ ਹੈ ਕਿ ਇਸ ਤਰੀਕੇ ਉਸ ਨੂੰ ਹਿਰਾਸਤ ਵਿੱਚ ਲਿੱਤਾ ਗਿਆ ਤੇ ਉਸ ਤੋਂ ਬਾਅਦ ਉਸ ਨੂੰ ਰਿਹਾ ਕੀਤਾ ਗਿਆ। ਤੇ ਹੁਣ ਰਿਹਾਈ ਤੋਂ ਬਾਅਦ ਜਦੋਂ ਹਸਪਤਾਲ ਖੁੱਲਿਆ ਹੈ ਤਾਂ ਆਓ ਤੁਹਾਨੂੰ ਵਿਖਾਉਂਦੇ ਹਾਂ ਕਿ ਸੰਗਤ ਅੰਦਰ, ਉਹਨਾਂ ਸਿੰਘਾਂ ਅੰਦਰ ਕਿੰਨੀ ਖੁਸ਼ੀ ਹੈ ਤੇ ਕਿੱਦਾਂ ਨਵਤੇਜ ਗੁੱਗੂ ਨੇ ਉਹਨਾਂ ਸਿੰਘਾਂ ਦਾ, ਉਹਨਾਂ ਜਥੇਬੰਦੀਆਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਇਸ ਔਖੀ ਘੜੀ ਵਿੱਚ ਨਵਤੇਜ ਸਿੰਘ ਗੁੱਗੂ ਦਾ ਅਤੇ ਨਵਤੇਜ ਹਿਊਮੈਨਿਟੀ ਕਲੱਬ ਦਾ ਵੱਧ ਚੜ ਕੇ ਸਾਥ ਦਿੱਤਾ ਅਤੇ ਸਰਕਾਰ ਦੀ ਇੱਟ ਨਾਲ ਇੱਟ ਖੜਕਾਈ। ਕਿਸੇ ਨੂੰ ਸ਼ਾਮ ਦਾ ਟਾਈਮ ਦਿੱਤਾ ਸੀ, ਕਿਸੇ ਨੂੰ ਕੱਲ੍ਹ ਦਾ ਦਿੱਤਾ ਕਿ ਜ਼ਿਆਦਾ ਹੀ ਰਸ ਕੋਵਿਡ-19 ਦੀਆਂ ਹਦਾਇਤਾਂ ਦੇ ਅਨੁਸਾਰ ਸਾਡਾ ਇਹੀ ਪਲਾਨ ਸੀਗਾ ਕਿ ਜ਼ਿਆਦਾ ਰਸ ਨਾ ਪੈ ਜਾਵੇ। ਪਰ ਫਿਰ ਵੀ ਲੋਕਾਂ ਦਾ ਇੱਕ ਪਿਆਰ ਆ, ਲੋਕਾਂ ਨੂੰ ਉਹਨਾਂ ਦਾ ਪਿਆਰ ਖਿੱਚ ਕੇ ਲੈ ਆਉਂਦਾ ਹੈ। ਔਰ ਅੱਜ ਦੀ ਅਪਡੇਟ ਇਹ ਹੈ ਕਿ ਹਸਪੀਟਲ ਰਸਮੀ ਤੌਰ ਤੇ ਹੀ ਰੀਸਟਾਰਟ ਕਰਨ ਜਾ ਰਹੇ ਹਾਂ। ਔਰ ਖੁਦ ਪ੍ਰਸ਼ਾਸਨ ਦਾ ਸਾਨੂੰ ਮੈਸੇਜ ਆਇਆ ਸੀਗਾ, ਕਿ ਤੁਸੀਂ ਆਪਣਾ ਹਸਪੀਟਲ ਜਿਹੜਾ ਉਹ ਰੀਸਟਾਰਟ ਕਰ ਸਕਦੇ ਹੋ। ਮਤਲਬ ਉੱਦਾਂ ਇਹਨਾਂ 21 ਤਰੀਕ ਤੱਕ ਦਾ ਟਾਈਮ ਦਿੱਤਾ ਸੀਗਾ, ਔਰ ਹੁਣ ਇਹਨਾਂ ਨੇ ਮਤਲਬ ਸਾਨੂੰ 2-3 ਦਿਨ ਪਹਿਲਾਂ ਹੀ ਕਹਿ ਦਿੱਤਾ ਕਿ ਤੁਸੀਂ ਸਟਾਰਟ ਕਰ ਸਕਦੇ ਹੋ। ਕਿਉਂਕਿ ਇਹਨਾਂ ਵੀਰਾਂ ਦੇ ਸਾਥ ਨਾਲ ਜਿਵੇਂ ਸਾਰੇ ਹੀ ਕੁਝ ਜਥੇਬੰਦੀਆਂ ਨੇ ਉਦੋਂ ਸਾਡਾ ਸਾਥ ਦਿੱਤਾ। SHO ਕਿਸ਼ਨ ਲਾਲ ਜੀ ਵੀ, ਸੁਖਵਿੰਦਰ PP ਵੀਰ ਜੀ, ਔਰ ਜਿਹੜੇ ਸਭ ਤੋਂ ਉਸ ਦਿਨ ਜਿਹੜਾ ਮੋਰਚਾ ਲਾਇਆ ਸੀਗਾ ਉਸ ਵੀਰ ਨੇ, ਪਰਵਾਨਾ ਜੀ, ਰਾਜਪੁਰਾ ਦਮਦਮਈ ਟਕਸਾਲ ਰਾਜਪੁਰਾ ਤੋਂ ਜਿਹੜੇ ਪਰਵਾਨਾ ਜੀ ਸੀ, ਉਹਨਾਂ ਨੇ ਉਦੋਂ ਮੋਰਚਾ ਦਾ ਬਿਗਲ ਵਜਾ ਦਿੱਤਾ ਸੀਗਾ। ਔਰ ਉਸ ਤੋਂ ਬਾਅਦ ਉਹ ਮੋਰਚਾ ਲੱਗਾ ਔਰ ਬੜਾ ਹੀ ਲੋਕਾਂ ਨੇ ਉਸ ਦਾ ਸਾਥ ਦਿੱਤਾ। ਫਿਰ ਵੀ ਮਤਲਬ ਕੁਝ ਲੋਕ ਸਾਡੇ ਬੰਦਿਆਂ ਨੇ ਉਦੋਂ ਸੂਝ ਤੋਂ ਇਹ ਕੰਮ ਲਿਆ ਕਿ ਇਕੱਠ ਫਿਰ ਵੀ ਜ਼ਿਆਦਾ ਨਾ ਹੋਵੇ, ਆਪਣਾ ਰੋਸ ਵੀ ਵਿਖਾ ਦਈਏ ਤੇ ਇਕੱਠ ਵੀ ਜ਼ਿਆਦਾ ਨਾ ਹੋਵੇ, ਕਿਉਂਕਿ ਬਿਮਾਰੀ ਸਾਡੇ ਵਾਸਤੇ ਸਭ ਤੋਂ ਵੱਡੀ ਆਫਤ ਆ। ਅਸੀਂ ਨਹੀਂ ਚਾਹੁੰਦੇ ਕਿ ਕੋਈ ਕਿਸੇ ਵੀ ਤਰ੍ਹਾਂ ਨਾਲ ਜਾਂ ਆਪਣੇ ਇਕੱਠ ਕਰਕੇ ਜਾਂ ਪ੍ਰੈਸ ਕਾਨਫਰੰਸ ਜਾਂ ਕਿਸੇ ਵੀ ਤਰ੍ਹਾਂ ਨਾਲ ਕੋਈ ਬਿਮਾਰੀ ਦਾ ਆਧਾਰ ਪ੍ਰਧਾਨ ਨਾ ਕਰੋਨਾ ਦਾ ਇੱਕ ਦੂਜੇ ਤੋਂ ਹੋ ਜੇ। ਬਾਕੀ ਫਿਰ ਵੀ ਅੱਜ ਬੜੀ ਖੁਸ਼ੀ ਆ ਕਿ ਹਸਪੀਟਲ ਦੁਬਾਰਾ ਸਟਾਰਟ ਆ। ਇਹ ਹਸਪੀਟਲ ਲੋਕ ਤਰਸਦੇ ਪਏ ਸੀਗੇ, ਮੈਨੂੰ ਹਜ਼ਾਰਾਂ ਫੋਨ ਆ ਰਹੇ ਸੀਗੇ ਕਿ ਮਤਲਬ ਭਾਜੀ ਹਸਪੀਟਲ ਕਦੋਂ ਖੁੱਲਣਾ, ਕਿਉਂਕਿ ਲੋਕ ਦੁਖੀ ਹੋ ਗਏ ਨੇ, ਲੋਕਾਂ ਨੂੰ ਹਸਪੀਟਲ ਦੀ ਜ਼ਰੂਰਤ ਆ। ਮੈਂ ਫਿਰ ਕਹਾਂਗਾ ਕੁਝ ਵਿਵਾਦਿਤ ਬਿਆਨ ਆਏ ਸੀਗੇ ਕਿ ਹਸਪੀਟਲ ਦੇ ਲਾਗੇ ਹਿਸਟੋਰੀਕਲ ਪਲੇਸ ਆ, ਏਡਾ ਉੱਚਾ ਹਸਪੀਟਲ ਕਿੱਦਾਂ ਬਣ ਗਿਆ। ਪਰ ਮੈਂ ਉਹਨਾਂ ਅਫਸਰਾਂ ਨੂੰ ਇੱਕ ਗੱਲ ਕਹਿਣੀ ਚਾਹੁੰਦਾ ਕਿ ਤੁਹਾਨੂੰ ਤੇ ਜਿੱਥੇ ਮਾਨਵਤਾ ਦਾ ਭਲਾ ਹੋਣ ਡਿਆ ਵਾ, ਹਰ ਇੱਕ ਪੀਰ ਪੈਗੰਬਰ ਨੇ, ਹਰ ਚਾਹੇ ਹਿੰਦੂ ਮੁਸਲਿਮ ਸਿੱਖ ਈਸਾਈ ਆ, ਸਾਰਿਆਂ ਦਾ ਪੀਰਾਂ ਪੈਗੰਬਰਾਂ ਨੇ ਇੱਕ ਹੀ ਸਭ ਤੋਂ ਵੱਡੀ ਸੇਵਾ ਦੱਸੀ ਆ ਕਿ ਮਾਨਵਤਾ ਇਨਸਾਨੀਅਤ ਦੀ ਸੇਵਾ। ਔਰ ਅਗਰ ਇਸ ਬਿਲਡਿੰਗ 'ਚ ਮਾਨਵਤਾ ਇਨਸਾਨੀਅਤ ਦੀ ਸੇਵਾ ਹੋ ਰਹੀ ਆ ਤੇ ਜਿਹੜਾ ਪ੍ਰਸ਼ਾਸਨ ਜਿਹੜਾ ਕਹਿੰਦਾ ਬਿਲਡਿੰਗ ਕਰ ਲਾਗੇ ਹਿਸਟੋਰੀਕਲ ਪਲੇਸ ਆ, ਇਹ ਹਿਸਟੋਰੀਕਲ ਪਲੇਸ ਵੀ ਐਸ ਹਸਪੀਟਲ ਨੂੰ ਸੌਂਪ ਦੇਣੀ ਚਾਹੀਦੀ ਹੈ ਇਹਨਾਂ ਨੂੰ।
ਉਹ ਇਹ ਹਿਸਟੋਰੀਕਲ ਪਲੇਸ ਵੀ ਜਿਹੜੀ ਆ ਉਹ ਵੀ ਦੀਨ ਦੁਖੀਆਂ ਦੇ ਇਲਾਜ ਵਾਸਤੇ ਪ੍ਰਸ਼ਾਸਨ ਨੂੰ ਗਿਫਟ ਕਰ ਦੇਣੀ ਚਾਹੀਦੀ ਹੈ ਅਗਰ ਇਹਨਾਂ ਦਾ ਦਿਲ ਹੋਏ। ਨਵਤੇਜ ਸਿੰਘ ਜੀ ਤੁਹਾਡੇ ਹੱਥ ਦੇ ਪਹਿਲਾਂ ਬੜੇ ਜਿਹੇ ਖਲੋਲੇ ਤੇ ਉਹਨਾਂ ਨੇ ਕੱਲ ਹੀ ਆਪਣੀ ਇੱਕ ਸੋਸ਼ਲ ਮੀਡੀਆ ਤੇ ਪੋਸਟ ਮਾਰਤੀ ਹੈ ਕਿ ਗੱਗੂ ਦੇ ਤੇ ਇੱਕ ਹਰਚੰਦ ਦੇ ਇੱਕ ਹਰਪ੍ਰੀਤ ਦੇ ਇਹਨਾਂ ਨੂੰ ਉਮਰ ਕੈਦ ਹੋਣੀ ਚਾਹੀਦੀ ਹੈ। ਮੁੱਖ ਮੰਤਰੀ ਉਹਨਾਂ ਨੇ ਚਿੱਠੀ ਲਿਖੀ ਆਪਣੀ। ਹਾਂਜੀ ਉਹ ਦੇਖੋ ਉਹ ਆਪਣੇ ਕੀ ਭਾਜੀ ਹੋਣਾ ਦੱਸੋ ਨਾਮ ਉਹਨਾਂ ਦਾ ਨਿਸ਼ਾਂਤ ਸ਼ਰਮਾ ਹਾਂ ਨਹੀਂ ਸ਼ਿਵ ਸੈਨਾ ਨਿਸ਼ਾਂਤ ਸ਼ਰਮਾ ਨੇ ਮੈਂ ਉਹਨਾਂ ਬਾਰੇ ਤੁਹਾਨੂੰ ਜ਼ਰੂਰ ਦੱਸਾਂਗਾ। ਉਹਨਾਂ ਨੇ ਕਿਹਾ ਸੀਗਾ ਉਹਨਾਂ ਨੇ ਇਹ ਵੀ ਬਿਆਨ ਦਿੱਤਾ ਕਿ ਮੈਂ ਬਟਾਲੇ ਆ ਕੇ ਹੁਣ ਕਰਾਂਗਾ ਪ੍ਰੈਸ ਕਾਨਫਰੰਸ। ਦੇਖੋ ਭਾਜੀ ਉਸ ਗੱਲ ਤੇ ਮੈਂ ਬਿਲਕੁਲ ਬੜਾ ਮੇਰਾ ਮਨ ਦੁਖਿਆ ਮੇਰਾ ਕਿਉਂਕਿ ਪਹਿਲਾਂ ਉਹਨਾਂ ਤੁਹਾਨੂੰ ਪੋਸਟ ਪਾਈ ਬੜਾ ਵਧੀਆ ਕੰਮ ਕੀਤਾ। ਪਹਿਲਾਂ ਮੈਨੂੰ ਲੱਗਾ ਵੀ ਬੜਾ ਵਧੀਆ ਕਿ ਚਲੋ ਉਹਨਾਂ ਨੇ ਇੱਕ ਵਾਕਿਆ ਹੀ ਇੱਕ ਇਦਾਂ ਦਾ ਬੰਦਾ ਜਿਹੜਾ ਹਰ ਇੱਕ ਦੇ ਖਿਲਾਫ ਹੀ ਬੋਲਣ ਵਾਲਾ ਵਾ ਸ਼ਾਇਦ ਉਹਨੂੰ ਇੱਕ ਬੰਦਾ ਚੰਗਾ ਲੱਗਾ ਉਹਦੇ ਹੱਕ 'ਚ ਬੋਲਿਆ। ਪਰ ਉਸ ਤੋਂ ਬਾਅਦ ਮੈਨੂੰ ਇੰਨਾ ਲੱਗਾ ਦੁੱਖ ਕਿ ਅਗਰ ਸਾਡੀ ਆਵਾਮ ਹੀ ਸਾਡੀਆਂ ਲੱਤਾਂ ਖਿੱਚੀ ਜਾਣਗੇ ਇਦਾਂ ਦੇ ਲੋਕ ਜਿਹੜੇ ਨੇ। ਮੈਂ ਉਸ ਬੰਦੇ ਨੂੰ ਇੱਕ ਗੱਲ ਕਹਿੰਦਾ ਕਿ ਉਹ ਕਹਿੰਦਾ ਕਿ ਮੈਂ ਬਟਾਲਾ ਦੇ ਵਿੱਚ ਆ ਕੇ ਪ੍ਰੈਸ ਕਾਨਫਰੰਸ ਕਰਨੀ ਹੈ। ਮੈਂ ਉਹਨੂੰ ਕਹਿੰਦਾ ਕਿ ਤੂੰ ਇੱਕ ਵਾਰ ਬਟਾਲੇ ਆ ਕੇ ਪ੍ਰੈਸ ਕਾਨਫਰੰਸ ਕਰ ਜਾ, ਤੇਰੇ ਪੈਰਾਂ 'ਚ ਮੱਥਾ ਹੀ ਟੇਕਾਂਗੇ, ਵਾਕਿਆ ਤੈਨੂੰ ਮੰਨ ਜਾਾਂਗੇ ਵੀ ਤੂੰ ਵਾਕਿਆ ਤੂੰ ਇੱਕ ਇਸ਼ਾਂਤ ਸ਼ਰਮਾ ਤੇਰਾ ਨਾਮ ਜਿਹੜਾ ਮੈਂ ਤੈਨੂੰ ਇੱਕ ਚੈਲੰਜ ਕਰਦਾ ਕਿ ਤੂੰ ਬਟਾਲੇ 'ਚ ਆ ਕੇ ਇੱਕ ਵਾਰ ਪ੍ਰੈਸ ਕਾਨਫਰੰਸ ਕਰਕੇ ਸਾਨੂੰ ਦਿਖਾ। ਕਾਰਨ ਕੀ ਆ ਸਾਡਾ ਮਨ ਕਿਉਂ ਦੁਖਿਆ ਕਿ ਇੱਕ ਬੰਦਾ ਜਿਹੜਾ ਬੱਚੀਆਂ ਦੇ ਨਾਲ ਗੈਂਗ ਰੇਪ ਕਰਨ ਵਾਲਾ ਬੰਦਾ ਜਿਸਨੇ ਛੋਟੇ ਬੱਚੇ ਮਾਸੂਮ ਦੁੱਧ ਚੁੰਗਦੀਆਂ ਬੱਚੀਆਂ ਦੇ ਸਿਰ ਦੇ ਵਿੱਚ ਗੋਲੀਆਂ ਮਾਰੀਆਂ। ਇੱਕ ਲੜਕੀ ਸਲੈਬ ਦੇ ਥੱਲੇ ਲੁਕ ਗਈ। ਖਾਨਪੁਰ ਵਾਲਾ ਜਦੋਂ ਕਾਂਡ ਹੋਇਆ ਸੀ ਨੰਗਜੀਤ ਸਿੰਘ ਕੂਲੇ ਦੀ ਗੱਲ ਕਰ ਰਿਹਾ। ਬੱਚੀ ਭੱਜ ਕੇ ਸਲੈਬ ਦੇ ਉਹਲੇ ਲੁਕ ਗਈ। ਉਹਦੀਆਂ ਜੁੰਡੀਆਂ ਤੋਂ ਫੜ ਕੇ ਗੁੱਤਾਂ ਉਹਦੇ ਇਧਰ ਗੁੱਤਾਂ ਤੋਂ ਫੜ ਕੇ ਲੁੰਡੀਆਂ ਤੋਂ ਫੜ ਕੇ ਉਹਦੀਆਂ ਤੋਂ ਤੇ ਉਹਨੂੰ ਖਿੱਚ ਕੇ ਬਾਹਰ ਲਿਆਂਦਾ ਜਾਂਦਾ ਹੈ ਔਰ ਆਪਣੇ ਪਿਸਟਨਾਂ ਦੇ ਸਿਰ 'ਚ ਗੋਲੀ ਮਾਰੀ ਜਾਂਦੀ ਹੈ। ਇਦਾਂ ਦਾ ਬੰਦੇ ਦਾ ਮਾਸ ਬੰਦੇ ਜੀਂਦੇ ਨੂੰ ਮਾਰ ਕੇ ਉਹਨੂੰ ਵੱਢ ਕੇ ਔਰ ਉਸ ਬੰਦੇ ਨੂੰ ਪਾਣੀ 'ਚ ਉਬਾਲ ਕੇ ਖਾਣ ਵਾਲਾ ਬੰਦਾ ਜਿਹੜਾ ਨਿਹੰਗ ਪੁੱਲੇ ਦੀ ਮੈਂ ਗੱਲ ਕਰ ਰਿਹਾ। ਚਲੋ ਮੈਂ ਕਦੇ ਗੱਲ ਨਹੀਂ ਕੀਤੀ 7 ਸਾਲ ਮੈਂ ਕਦੇ ਗੱਲ ਨਹੀਂ ਕੀਤੀ। ਪਰ ਜੇਕਰ ਅੱਜ ਨਿਸ਼ਾਂਤ ਸ਼ਰਮਾ ਵਾਲਾ ਬੰਦਾ ਕਹਿੰਦਾ ਮੈਂ ਉਹਦੀ ਵਕਾਲਤ ਕਰਾਂਗਾ, ਮੈਂ ਉਸ ਕੇਸ 'ਚ ਇਹਨਾਂ ਨੂੰ ਸਜ਼ਾ ਬੱਚਿਆਂ ਕੋ ਪੁੱਛੇ ਨਾ ਕਿ ਮੈਂ ਉਸ ਬੰਦੇ ਦੀ ਵਕਾਲਤ ਕਰਕੇ ਆਇਆ ਔਰ ਮੇਰੇ ਬੇਟਾ ਦੱਸੋ ਵੀ ਤੁਹਾਡਾ ਕੀ ਤੁਸੀਂ ਕਿੱਦਾਂ ਮੈਨੂੰ ਐਪਰੀਸ਼ੀਏਟ ਕਰਦੇ ਜੇ ਕਿ ਮੈਂ ਕੋ ਉਸ ਬੰਦੇ ਦੀ ਵਕਾਲਤ ਕਰਕੇ ਆਇਆ ਨਿਹੰਗ ਜੀ ਔਰ ਉਹ ਜਿਹੜਾ ਰੱਬ ਰੂਪ ਲੋਕ ਨੇ ਜਿਨ੍ਹਾਂ ਨੇ ਦੀਨ ਦੁਖੀਆਂ ਦੇ ਇਲਾਜ ਕਰ ਰਹੇ ਨੇ ਤਾਂ ਹਜ਼ਾਰਾਂ ਲੋਕ ਆਪਣਾ ਜੀਵਨ ਲੈ ਕੇ ਜਾਂਦੇ ਨੇ। ਮੈਂ ਉਹਨਾਂ ਨੂੰ ਜੇਲ੍ਹ 'ਚ ਰੱਖਣ ਵਾਲੀ ਗੱਲ ਕਰਕੇ ਆਇਆ ਔਰ ਇਹਦੇ ਬੱਚੇ ਇਹਦੇ ਮੂੰਹ ਤੇ ਥੁੱਕ ਦੇਣਗੇ, ਇਹਦੇ ਬੱਚੇ ਥੁੱਕਣਗੇ ਇਹਦੇ ਮੂੰਹ ਤੇ, ਕਹਿਣਗੇ ਕਿ ਤੂੰ ਅੱਜ ਸਾਡੀ ਨਜ਼ਰ 'ਚੋਂ ਵੀ ਡਿੱਗ ਗਿਆ। ਇਹ ਉਹ ਬੰਦਾ ਵਾ, ਇਸ ਬੰਦੇ ਨੇ ਉਹ ਇਹ ਹਰਕਤ ਕੀਤੀ ਕਿ ਆਪਣੀ ਔਲਾਦ ਦੀ ਨਜ਼ਰ ਵਿੱਚੋਂ ਵੀ ਇਹੋ ਜਿਹੇ ਬੰਦੇ ਕਈ ਵਾਰ ਡਿੱਗ ਜਾਂਦੇ ਨੇ। ਔਰ ਮੈਂ ਫਿਰ ਵੀ ਇਹੋ ਜਿਹੇ ਲੋਕ ਸਮਾਜ 'ਚ ਇੱਕ ਅੱਗ ਲਾਉਂਦੇ ਨੇ। ਦੇਖੋ ਉਹਦੇ ਨਾਲ ਹੋਇਆ ਕੀ, ਉਹ ਬੰਦੇ ਨੇ ਬਿਆਨ ਦਿੱਤਾ ਕਿ ਇਹਦੇ ਨਾਲ ਸਮਾਜ 'ਚ ਕਿੰਨੀ ਅੱਗ ਫੈਲਦੀ ਹੈ, ਹਿੰਦੂ ਭਾਈਚਾਰਾ ਸਿੱਖ ਭਾਈਚਾਰੇ 'ਚ ਕਿੰਨੀ ਪ੍ਰੋਬਲਮ ਆ ਜਾਂਦੀ ਹੈ। ਮੈਂ ਫਿਰ ਵੀ ਕਹਿੰਦਾ ਵਾਂ ਸਾਰੇ ਭਾਈਚਾਰਿਆਂ ਨੂੰ ਮੈਂ ਕਹਿੰਦਾ ਕਿ ਇੱਕ ਇਕੱਲੇ ਇਨਸਾਨ ਸ਼ਰਮਾ ਕਰਕੇ ਇੱਕ ਇਕੱਲੇ ਜਿਸ ਬੰਦੇ ਦੇ ਨਾਂ ਦੇ ਮਗਰ ਸ਼ਰਮਾ ਲੱਗਾ ਬਸ ਇਕੱਲੇ ਉਸ ਬੰਦੇ ਦੇ ਕਰਕੇ ਸਾਨੂੰ ਬਾਕੀ ਲੋਕਾਂ ਨੂੰ ਪਿਆਰ ਨਾਲ ਰਹਿਣਾ ਚਾਹੀਦਾ। ਇਹ ਉਹ ਲੋਕ ਨੇ ਜਿਹੜੇ ਪਬਲਿਸਿਟੀ ਦੇ ਭੁੱਖੇ ਨੇ, ਜਿਹੜੇ ਸਿਕਿਉਰਿਟੀ ਦੇ ਭੁੱਖੇ ਨੇ। ਜੇ ਬੰਦਾ ਇੰਨੀ ਗੱਲ ਕਰਦਾ ਔਰ ਇਹ ਬੰਦਾ ਅਸੀਂ ਇਹਨੂੰ ਚੈਲੰਜ ਕਰਦੇ ਹਾਂ ਕਿ ਤੂੰ ਬਟਾਲੇ ਆ ਕੇ ਇੱਕ ਵਾਰ ਪ੍ਰੈਸ ਕਾਨਫਰੰਸ ਕਰਕੇ ਦਿਖਾ ਤਾਂ ਸਹੀ। ਜੇ ਤੇਰਾ ਬਟਾਲੇ ਦੀ ਜਨਤਾ ਨਾ ਮੂੰਹ ਕਾਲਾ ਕਰਕੇ ਤੈਨੂੰ ਵਾਪਸ ਚੰਡੀਗੜ੍ਹ ਘੱਲੀਏ ਤੇ ਮੇਰਾ ਨਾਮ ਹੀ ਨਵਤੇਜ ਸਿੰਘ ਗੁੱਗੂ। ਔਰ ਦੂਜੀ ਗੱਲ ਹੋਰ ਬਾਕੀ ਮੈਂ ਇਹ ਵੀ ਗੱਲ ਕਹਿੰਦਾ ਕਿ ਸਿਰਫ ਅਸੀਂ ਆਪਣਾ ਹਸਪੀਟਲ ਦੀਨ ਦੁਖੀਆਂ ਦੀ ਸੇਵਾ ਇਹ ਬੜਾ ਸੈਂਸਿਟਿਵ ਇੱਕ ਏਰੀਆ ਹਸਪੀਟਲ ਦਾ ਜਿਹੜਾ এনवायरमेंट ਆ ਅਸੀਂ ਇੱਥੇ ਬੜਾ ਪੀਸਫੁਲੀ ਕੰਮ ਕਰਨਾ ਚਾਹੁੰਦੇ ਹਾਂ ਔਰ ਮੈਂ ਇਦਾਂ ਦੇ ਬਿਆਨ ਵੈਸੇ ਨਹੀਂ ਦੇਣੇ ਚਾਹੁੰਦਾ। ਪਰ ਇਸ਼ਾਂਤ ਸ਼ਰਮਾ ਨੇ ਸਾਨੂੰ ਮਜਬੂਰ ਕੀਤਾ। ਪਹਿਲਾਂ ਇਹਨੇ ਕੀ ਕੀਤਾ ਕਿ ਮਤਲਬ ਇਹਨੇ ਕਿਹਾ ਕਿ ਮੈਂ ਰਿਟ ਲਾ ਕੇ ਇਹਨਾਂ ਨੂੰ ਸਜ਼ਾ ਕਰਾਉਣੀ ਚਾਹੁੰਦਾ। ਫਿਰ ਇਹਨੇ ਬਾਅਦ ਝੂਠ ਕੇ ਕਹਿ ਦਿੱਤਾ ਕਿ ਹੁਣ ਮੈਂ ਬਟਾਲੇ ਜਾ ਕੇ ਪ੍ਰੈਸ ਕਾਨਫਰੰਸ ਕਰਾਂਗਾ। ਇਹ ਚੀਜ਼ਾਂ ਜਿਹੜੀਆਂ ਨੇ ਇਹ ਅੱਗ ਲਾਉਣ ਵਾਲੀਆਂ ਨੇ ਸਮਾਜ ਵਿੱਚ। ਮੈਟਰ ਹੋਰ ਵਾ, ਲੜਾਈ ਵਿਚਾਰੇ ਦੀਨ ਦੁਖੀਆਂ ਦੇ ਵਿਹੜੇ ਵਾਸਤੇ ਲੜੀ ਜਾ ਰਹੀ ਆ ਔਰ ਜਿਹੜੇ ਲੋਕ ਇਹਦੇ ਵਿੱਚ ਗੰਦ ਘੋਲ ਰਹੇ ਨੇ ਉਹ ਲੋਕ ਉਹ ਮੇਰੀ ਸੋਚ ਮੁਤਾਬਕ ਉਹ ਲੋਕ ਵੀ ਮਤਲਬ ਮਹਾ ਪਾਪੀ ਲੋਕ ਨੇ। ਉਹ ਲੋਕ ਪਾਪੀ ਨੇ ਜਿਹੜੇ ਲੋਕ ਇਦਾਂ ਦਾ ਕਰ ਰਹੇ। ਪਰ ਮੈਂ ਫਿਰ ਹੁਣ ਜਿਵੇਂ ਇਨਸਾਨ ਸ਼ਰਮਾ ਜੀ ਇਹ ਗੱਲ ਕਰਦੇ ਨੇ ਜਾਂ ਮਤਲਬ ਕੋਈ ਹੋਰ ਵੀ ਜਿਹੜੇ ਕੁਝ 2-4 ਕੁੱਤੇ ਬਿੱਲੇ ਭੌਂਕਦੇ ਨੇ। ਜੇ ਕੱਲ ਨੂੰ ਫਿਰ ਗੁੱਗੂ ਨੇ ਮੇਰੀ ਗੱਲ ਸੁਣੋ ਧਿਆਨ ਨਾਲ, ਜੇ ਕੱਲ ਫਿਰ ਗੁੱਗੂ ਨੇ ਗਲ 'ਚ ਪਾ ਕੇ ਕੁੱਤਿਆਂ ਵਾਲਾ ਪਟਾ ਤੇ ਬਿਠਾ ਲਿਆ ਪੱਬਾਂ ਭਾਰ ਤੇ ਕਿਹਾ ਵੀ ਇਨਸਾਨ ਸ਼ਰਮਾ ਭੌਂਕ ਕੁੱਤੇ ਵਾਂਗ ਭੌਂਕ ਹੁਣ ਤੇ ਫਿਰ ਕੁੱਤੇ
ਫਿਰ ਕਹਿਣਾ ਗੁੱਗੂ ਮਾੜਾ, ਫਿਰ ਕਹਿਣਾ ਗੁੱਗੂ ਮਾੜਾ ਵਾ ਜੀ, ਗੁੱਗੂ ਦਾ ਪਾਸਟ ਵੇਖ ਲਓ ਜੀ। ਪਰ ਹੁਣ ਸਾਧ ਸੰਗਤ ਜੀ ਗੱਲ ਕਰੇ ਕਿ ਗੁੱਗੂ ਨੂੰ ਮਤਲਬ ਮੈਂ ਜੇਲ੍ਹ ਸਜ਼ਾ ਦਵਾਉਣੀ ਆ, ਗੁੱਗੂ ਐ ਵਾ ਜਾਂ ਹੋਰ ਜਿਹੜੇ 2 4 5 ਕੁੱਤੇ ਭੌਂਕਦੇ ਨੇ ਜੀ, ਉਹਨਾਂ ਦਾ ਫਿਰ ਅਸੀਂ ਜਵਾਬ ਦੇਣ ਤੇ ਆ ਗਏ। ਪਰ ਹੁਣ ਨਹੀਂ, ਹੁਣ ਇਹ ਬਿਲਕੁਲ ਨਹੀਂ, ਅਸੀਂ ਇਦਾਂ ਅਸੀਂ ਆਪਣੇ ਹਸਪੀਟਲ ਤੇ ਸਾਡਾ ਫਾਰਮ ਸੀ। ਪਰ ਫਿਰ ਵੀ ਜੇ ਇਹ ਲੋਕ ਇਦਾਂ ਪ੍ਰੈਸ ਕਾਨਫਰੰਸਾਂ ਕਰਨਗੇ, ਇਹਦੀ ਮਨਸਾ ਇਹ ਹੈ ਕਿ ਇਹ ਸਾਡੇ ਕੇਸ ਨੂੰ ਉਸ ਨੂੰ ਉਛਾਲੇਗਾ ਤੇ ਇਹਨੂੰ ਜਵਾਬ ਵੀ ਫਿਰ ਸਾਨੂੰ ਦੇਣਾ ਹੋਗਾ। ਨਵਤੇਜ ਜੀ, ਭਵਿੱਖ ਵਾਸਤੇ ਕੀ ਤੁਹਾਡੇ ਹੋਰ ਪਲਾਨ ਆ ਇਸ ਹਸਪਤਾਲ ਨੂੰ ਲੈ ਕੇ? ਹਾਂਜੀ, ਭਵਿੱਖ ਵਾਸਤੇ ਸਾਡਾ ਪਲਾਨ ਇਹ ਆ ਕਿ ਮਤਲਬ ਅਸੀਂ ਅੱਗੇ ਵੀ ਹਸਪੀਟਲ ਇੱਕ ਬਣਾਉਣਾ ਚਾਹੁੰਦੇ ਆ। ਅਸੀਂ ਅੰਮ੍ਰਿਤਸਰ ਵਿੱਚ ਵੀ ਇੱਕ ਹਸਪੀਟਲ ਖੜਾ ਕਰਨਾ ਚਾਹੁੰਦੇ ਆ। ਸਾਰੇ ਵੀਰ ਆਏ ਨੇ, ਚਲੋ ਸਾਰਿਆਂ ਦੇ ਸਾਥ ਨਾਲ ਮੀਟਿੰਗ ਕਰਾਂਗੇ। ਸੁਖਵਿੰਦਰ ਵੀਰ ਜੀ, ਸੁਖਵਿੰਦਰ ਪੀਪੀ ਵੀਰ ਜੀ, ਸਾਰੇ ਸਮਾਜ ਸੇਵਕ ਵੀਰਾਂ ਦੇ ਨਾਲ ਬਹਿ ਕੇ ਮੀਟਿੰਗ ਕਰਾਂਗੇ ਔਰ ਇਹਨਾਂ ਦੇ ਸਾਥ ਨਾਲ ਹੀ ਰਲ ਮਿਲ ਕੇ ਆਪਾਂ ਇੱਕ ਅੰਮ੍ਰਿਤਸਰ ਦੇ ਵਿੱਚ ਗੁਰੂ ਦੀ ਨਗਰੀ 'ਚ ਇੱਕ ਹਸਪੀਟਲ ਖੋਲਾਂਗੇ। ਮਾਨਵਤਾ ਦਾ ਘਰ ਉੱਥੇ ਵੀ ਬਣਾਵਾਂਗੇ। ਲੋੜ ਪੈਣ ਤੇ ਬਠਿੰਡੇ ਵੱਲ ਨੂੰ ਵੀ ਜਾਵਾਂਗੇ ਔਰ ਲੋੜ ਪੈਣ ਤੇ ਜਲੰਧਰ ਵੱਲ ਨੂੰ ਵੀ ਆਵਾਂਗੇ। ਔਰ ਕਿਉਂਕਿ ਸਭ ਤੋਂ ਵੱਡੀ ਜ਼ਰੂਰਤ ਆ ਭਾਜੀ, ਇਹ ਸਭ ਤੋਂ ਵੱਡੀ ਇਹ ਜ਼ਰੂਰਤ ਆ, ਜਿਹੜੀ ਸਭ ਤੋਂ ਵੱਡੀ ਜ਼ਰੂਰਤ ਉਹ ਇਹ ਆ ਕਿ ਲੋਕਾਂ ਨੂੰ ਮੈਡੀਕਲ ਇਲਾਜ ਜਿਹੜਾ ਵਾ ਉਹ ਮੁਹੱਈਆ ਕਰਾਉਣਾ ਸਭ ਤੋਂ ਵੱਡੀ ਜ਼ਰੂਰਤ ਆ ਅੱਜ। ਕਿਉਂਕਿ 500 ਰੁਪਏ ਪਿੱਛੇ ਲੋਕਾਂ ਦੀ ਮੌਤ ਹੋ ਰਹੀ। ਕਰਾਤਾ ਤਾਂ ਮੈਂ ਪੈਸੇ ਜਮਾ 2 ਲੱਖ ਦਾ ਆਜੋ ਆਜੋ ਕਰਵਾਨਾ, ਤੁਸੀਂ ਇੱਥੇ ਆਜੋ, ਜਦੋਂ ਮੈਂ ਕਹਾਂਗਾ ਉਦੋਂ ਸਨਮਾਨ ਕਰਿਓ, ਠੀਕ ਹੈ? ਆਜੋ ਭਾਈ, ਤੁਸੀਂ ਵੀ ਆਜੋ, ਇੱਥੇ ਖੜੋ ਜਾਓ, ਇੱਥੇ ਖੜ ਜਾਓ, ਇੱਥੇ ਲਾਈਨ ਇੱਥੇ ਖੜ ਜਾਓ। ਇੱਥੇ ਲਾਸਟ ਵਿੱਚ ਸਾਰੇ ਗੈਸਟ ਆ ਲੈਣ ਦੋ, ਸਾਰੇ ਥੱਲੇ ਨਾ ਕਰੋ। 2 ਮਿੰਟ ਭਾਜੀ ਰੁਕ ਜਾਓ, ਮਾਸਕ ਬਣਾਇਆ ਆ ਰੁਕੇ ਬਸ। हाँ नहीं अच्छी ने सारे सरप्राइज लेके आए कोई अपने तरीके नाल सवाल करना बस आ मोड़ मुड़ गए ने चलो वधिया हो जाएगा 2 मिनट बस। ਦਵਾਈਆਂ ਤੱਕ ਉਹਨਾਂ ਇੱਥੇ ਫ੍ਰੀ ਮਿਲਣਗੀਆਂ। ਅੱਜ ਇਹ ਦੁਬਾਰਾ ਸ਼ੁਰੂ ਹੋ ਚੁੱਕਾ ਹੈ ਹਸਪਤਾਲ, ਜਿਹੜੇ ਇਸ ਦੇ ਸੰਚਾਲਕ ਨੇ ਨਵਤੇਜ ਸਿੰਘ ਗੱਗੂ, ਕਿਉਂਕਿ ਪਿਛਲੇ ਕੁਝ ਦਿਨਾਂ ਤੋਂ ਕਾਫੀ ਵਿਵਾਦਾਂ ਦੇ ਵਿੱਚ ਨਾਮ ਲਿਆ ਹੈ, ਉਸ ਦੇ ਦੁਆਰਾ ਕੇਸ ਹੋ ਦਿੱਤਾ ਗਿਆ। ਪਰ ਸਮਾਜਿਕ ਤੌਰ ਤੇ ਜਿਹੜਾ ਸਾਥ ਮਿਲਿਆ ਉਹਦੇ ਚਲਦਿਆਂ ਅੱਜ ਫਿਰ ਜ਼ਮਾਨਤ ਤੇ ਬਾਹਰ ਹਨ ਅਤੇ ਲੋਕਾਂ ਦੀ ਸੇਵਾ ਲਈ ਹਾਜ਼ਰ ਹਨ। ਗੱਲ ਕਰਦੇ ਹਾਂ ਨਵਤੇਜ ਜੀ, ਸਮਾਜ ਸੇਵਾ ਕਰਨ ਦੇ ਟਾਈਮ ਪਰ ਜਿੰਨਾ ਕਿਤੇ ਵਿਵਾਦ ਸੀ, ਜੇਲ੍ਹ ਵੀ ਜਾਣਾ ਪਿਆ, ਕੇਸ ਵੀ ਹੋ ਗਿਆ, ਹੁਣ ਲੋਕਾਂ ਦੀ ਮਦਦ ਨਾਲ, ਸਮਾਜ ਦੀ ਮਦਦ ਨਾਲ ਜੀ ਫਿਰ ਬਾਹਰ ਆ ਗਏ ਤਾਂ ਲੋਕਾਂ ਨੇ ਕਾਬੂ ਕਰ ਲਿਆ। ਅੱਜ ਹਸਪਤਾਲ ਖੁੱਲ੍ਹਣ ਜਾ ਰਿਹਾ। देखो ਅੱਜ ਮੇਰੇ ਵਾਸਤੇ ਸਭ ਤੋਂ ਵੱਡਾ ਖੁਸ਼ੀ ਦਾ ਦਿਨ ਹੈ ਕਿ ਲੋਕਾਂ ਦਾ ਦੀਨ ਦੁਖੀਆਂ ਦਾ ਜਿਹੜਾ ਵਿਹੜਾ ਖੁੱਲਾ ਹੈ, ਕਿਉਂਕਿ ਇਲਾਜ ਕਰਾਉਣਾ ਜਿਹੜਾ ਹੈ ਉਹ ਆਮ ਬੰਦੇ ਦੇ ਵੱਸ ਚੋਂ ਬਾਹਰ ਹੈ। ਇਲਾਜ ਨਹੀਂ ਕੋਈ ਕਰਾ ਸਕਦਾ। 500 1000 ਰੁਪਏ ਦੀ ਦਵਾਈ ਪਿੱਛੇ ਲੋਕਾਂ ਦੀ ਮੌਤ ਹੋ ਜਾਂਦੀ ਹੈ। ਜਦੋਂ ਹਜ਼ਾਰਾਂ ਕਾਲਸ ਆ ਰਹੀਆਂ ਸਨ ਕਿ ਮਤਲਬ ਹਸਪੀਟਲ ਕਦੋਂ ਖੁੱਲੇਗਾ, ਮੈਨੂੰ ਜਦੋਂ ਦਾ ਮੈਂ ਬਾਹਰ ਆਇਆ ਵਾਂ ਮੈਨੂੰ ਹਜ਼ਾਰਾਂ ਕਾਲਸ ਆਈਆਂ ਨੇ। ਤੇ ਬਾਕੀ ਚਲੋ ਅੱਜ ਬੜਾ ਖੁਸ਼ੀ ਦਾ ਦਿਨ ਹੈ। ਪਹਿਲੀ ਗੱਲ ਹੈ ਕਿ ਸਾਰਾ ਕੁਝ ਸਾਨੂੰ ਭੁੱਲ ਗਿਆ ਪੁਰਾਣਾ, ਕਿ ਲੋਕ ਆ ਰਹੇ ਨੇ। ਮੇਰਾ ਇੱਕ ਦੇਖੋ ਭਾਜੀ ਮੇਰੀ ਆਦਤ ਹੀ ਬਣ ਗਈ ਹੈ ਕਿ ਲੋਕ ਮਰੀਜ਼ਾਂ ਦੇ ਦੁੱਖ ਸੁੱਖ ਵੰਡਾਉਣਾ, ਇਲਾਜ ਹੋਣੇ, ਲੋਕ ਠੀਕ ਹੋ ਕੇ ਘਰ ਜਾਣ। ਇਹ ਪਿਛਲਾ ਐਪੀਸੋਡ ਤੇ ਵੈਸੇ ਸਾਨੂੰ ਭੁੱਲ ਹੀ ਗਿਆ ਵਾ ਸਾਨੂੰ, ਜਦੋਂ ਖੁਦ ਪ੍ਰਸ਼ਾਸਨ ਨੇ ਕਿਹਾ ਕਿ ਤੁਸੀਂ ਹਸਪੀਟਲ ਖੋਲ ਸਕਦੇ ਹੋ। ਇਹ ਮੇਰੇ ਵਾਸਤੇ ਸਭ ਤੋਂ ਵੱਡੀ ਖੁਸ਼ੀ। ਪਰ ਫਿਰ ਵੀ ਉਹ ਜਿਹੜੀ ਡਿਸਟਰਬੈਂਸ ਪੈਦਾ ਹੋਈ ਆ ਉਹ ਅੱਗੇ ਤੋਂ ਨਾ ਹੋਵੇ, ਉਸ ਚੀਜ਼ ਤੇ ਅਸੀਂ ਜ਼ਰੂਰ ਸਾਰੇ ਵੀਰ ਮੀਟਿੰਗ ਕਰ ਰਹੇ ਆ। ਸੁਖਵਿੰਦਰ ਪੀਪੀ ਵੀਰ ਜੀ ਨੇ
ਕਿਸ਼ਨ ਲਾਲ ਜੀ ਐਸਐਚਓ ਕਿਸ਼ਨ ਲਾਲ ਜੀ ਆਏ ਨੇ, ਬੜੀ ਦੂਰੋਂ ਆਏ ਨੇ ਵੀਰ ਜੀ ਨੇ, ਬਹੁਤ ਦੂਰੋਂ ਆਏ ਨੇ। ਇਹਨਾਂ ਦਾ ਪਿਆਰ ਹੀ ਜਿਹੜਾ ਖਿੱਚ ਕੇ ਲੈ ਆਇਆ ਇੱਥੇ ਸਾਡੇ ਕੋਲ। ਜੱਗਾ ਵੀਰ ਜੀ ਨੇ ਔਰ ਦਮਨ ਵੀਰ ਲੁਧਿਆਣਾ ਤੋਂ ਆਏ ਨੇ, ਬੜੇ ਚੜ੍ਹਦੀ ਕਲਾ ਵਾਲੇ ਸਿੰਘ ਨੇ। ਪਰ ਇਹਨਾਂ ਨੇ ਹੀ ਉਤਸਨ ਮੋਰਚਾ ਜਿਹੜਾ ਸੀਗਾ ਉਹਦਾ ਬਿਗਲ ਵਜਾਇਆ ਸੀਗਾ। ਪਰਵਾਨਾ ਵੀਰ ਜੀ, ਦਮਦਮਾ ਟਕਸਾਲ ਜਥਾ ਰਾਜਪੁਰਾ, ਪਰਵਾਨਾ ਵੀਰ ਜੀ ਔਰ ਹਾਂਜੀ ਹਾਂ ਮੰਗੂ ਮੱਠ ਵਾਲੇ ਰਮਨਦੀਪ ਸਿੰਘ ਵੀਰ ਜੀ ਹੋਣੀ, ਦਵਿੰਦਰ ਸਿੰਘ ਵੀਰ ਜੀ ਲੁਧਿਆਣੇ ਤੋਂ। ਔਰ ਬਾਕੀ ਵੀਰ ਵੀ ਬੜਾ ਹਜ਼ਾਰਾਂ ਦੇ ਹਿਸਾਬ ਨਾਲ ਲੋਕਾਂ ਨੇ ਸਾਡਾ ਸਾਥ ਦਿੱਤਾ। ਔਰ ਉਹਨਾਂ ਵੀਰਾਂ ਦਾ ਵੀ ਮੈਂ ਧੰਨਵਾਦ ਕਰਦਾ ਜਿਨ੍ਹਾਂ ਸੋਸ਼ਲ ਮੀਡੀਆ ਤੇ ਵੀ ਵੀਡੀਓ ਸ਼ੇਅਰ ਕੀਤੀਆਂ, ਸਾਡੀ ਆਵਾਜ਼ ਅੱਗੇ ਤੱਕ ਪਹੁੰਚਾਈ। ਔਰ ਉਸ ਚੀਜ਼ ਤੋਂ ਸਾਨੂੰ ਹੁਣ ਅਸੀਂ ਇਹੀ ਵਿਚਾਰ ਕਰ ਰਹੇ ਹਾਂ ਵੀ ਅੱਗੇ ਤੋਂ ਇਦਾਂ ਦੀ ਪ੍ਰੋਬਲਮ ਨਾ ਆਏ, ਕਿਉਂਕਿ ਸਾਡੀ ਜਿਹੜੀ ਸੋਚ ਆ ਉਹ ਇਹਨਾਂ ਮਸਲਿਆਂ 'ਚ ਉਲਝਣ ਵਾਲੀ ਨਹੀਂਗੀ। ਅਸੀਂ ਬੜਾ ਕੁਝ ਅੱਗੇ ਸੋਚਿਆ ਵਾ, ਇਦਾਂ ਦੇ ਹਸਪੀਟਲ ਹੋਰ ਵੱਡੇ ਤੋਂ ਵੱਡਾ ਹਸਪੀਟਲ ਬਣਾਉਣਾ, ਪੀਜੀਆਈ ਦੇ ਨਾਲੋਂ ਵੱਡਾ ਹਸਪੀਟਲ ਬਣਾਉਣਾ, 12,000 ਬੈੱਡਡ ਹਸਪੀਟਲ ਬਣਾਉਣਾ। ਉਹਦੇ ਵਾਸਤੇ ਫਿਰ ਕੋਈ ਅਗਲਾ ਪਲਾਨ ਕੋਈ ਸੋਚਿਆ ਤੁਸੀਂ? ਬਸ ਉਹੀ ਕਹਿ ਰਹੇ ਕਿ ਪਹਿਲਾਂ ਤਾਂ ਇਦਾਂ ਦਾ ਪੰਗਾ ਹੀ ਨਾ ਕੋਈ ਪਏ, ਹੁਣ ਆਉਣ ਵਾਲੇ ਸਮੇਂ 'ਚ ਨਾ ਪਏਗਾ ਤੇ ਫਿਰ ਉਹਨੂੰ ਅਸੀਂ ਉਹ 'ਚ ਕਾਮਯਾਬ ਹੋ ਸਕਦੇ। ਇਹ ਮੇਰੀ ਜਿਹੜੀ ਆਵਾਜ਼ ਆ ਇਹ ਪ੍ਰਸ਼ਾਸਨ ਤੱਕ ਵੀ ਜਾਣੀ ਚਾਹੀਦੀ ਕਿ ਸਾਡੀ ਸੋਚ ਹੋਰ ਹੈ ਕੁਝ। ਅਸੀਂ ਇਸ ਹਸਪਤਾਲ ਨੂੰ ਬੜਾ ਵੱਡਾ ਬਣਾਉਣਾ ਚਾਹੁੰਦੇ ਆ, ਉਹ ਤੁਹਾਡਾ ਹੀ ਕੰਮ ਵਾ ਜਿਹੜਾ ਅਸੀਂ ਕਰਦੇ ਪਏ ਆ ਲੋਕਾਂ ਦੇ ਇਲਾਜ। ਚਾਹੀਦਾ ਤੇ ਤੁਹਾਨੂੰ ਆ, ਪਰ ਜੇਕਰ ਅਸੀਂ ਕਰ ਰਹੇ ਆ ਸਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਇਦਾਂ ਦੀ ਡਿਸਟਰਬੈਂਸ ਨਾ ਪੈਦਾ ਹੋਏ ਔਰ ਜਿਹੜਾ ਸਾਡਾ ਮਨਸੂਬਾ ਕਿ ਇਸ ਹਸਪਤਾਲ ਨੂੰ ਅੱਗੇ ਤੱਕ ਲੈ ਕੇ ਜਾਇਆ ਜਾਵੇ ਉਹਦੇ 'ਚ ਅਸੀਂ ਪੂਰੇ ਹੋ ਸਕੀਏ। ਕੀ ਸਮਝਦੇ ਹੋ ਸਮਾਜਿਕ ਤੌਰ ਤੇ ਜਦੋਂ ਲੋਕ ਕੰਮ ਕਰਨ ਲਈ ਅੱਗੇ ਆਉਂਦੇ ਆ, ਸਮਾਜ ਦੇ ਵਿੱਚ ਲੋਕਾਂ ਦੀ ਸੇਵਾ ਕਰਦੇ ਦਿਖਾਈ ਦਿੰਦੇ ਆ, ਜੇ ਗੱਲ ਕਰ ਲਿਆ ਜਾਵੇ ਤਾਂ ਮੈਡੀਕਲ ਲਾਈਨ ਦੇ ਵਿੱਚ ਖਾਸ ਤੌਰ ਤੇ, ਇਸ ਤੋਂ ਇਲਾਵਾ ਵੀ ਹੋਰ ਵੀ ਕਈ ਲਾਈਨਾਂ ਹੈਗੀਆਂ ਨੇ, ਜਦੋਂ ਵੀ ਕੋਈ ਸਮਾਜ ਸੇਵਾ ਲਈ ਉੱਠਦਾ ਹੈ ਤੇ ਉਹਦੇ ਉੱਤੇ ਦਬਾਅ ਬਣਦਾ ਹੈ, ਪ੍ਰੈਸ਼ਰ ਬਣਦਾ ਹੈ। ਤੁਹਾਡੇ ਨਾਲ ਵੀ ਕੁਝ ਇਸ ਤਰ੍ਹਾਂ ਹੀ ਪਿਛਲੇ ਦਿਨਾਂ 'ਚ ਵਾਪਰਿਆ, ਕੀ ਸਮਝਦੇ ਹੋ ਕਿਉਂ ਹੁੰਦਾ ਇਸ ਤਰ੍ਹਾਂ? ਦੇਖੋ ਇਸ ਤਰ੍ਹਾਂ ਸਿਰਫ ਇੱਕ ਇਹੀ ਆ ਕਿ ਜਿਹੜਾ ਇਲਾਜ ਆ ਇਸ ਹਸਪੀਟਲ ਦੇ ਵਿੱਚ ਇਲਾਜ ਬਿਲਕੁਲ ਹੀ ਸਸਤਾ ਵਾ, ਨਹੀਂ ਵੀ ਕੋਈ ਦੇ ਸਕਦਾ ਤੇ ਉਹਦਾ ਫ੍ਰੀ ਕਰ ਦਈਦਾ ਵਾ। ਕਈਆਂ ਨੂੰ ਗੱਡੀ ਕਿਰਾਇਆ ਦੇ ਕੇ ਵੀ ਭੇਜੀਦਾ ਔਰ ਲੰਗਰ ਫ੍ਰੀ ਆ, ਰੋਟੀ ਪਾਣੀ ਫ੍ਰੀ ਆ, ਹਰ ਫੈਸਿਲਿਟੀ ਆ ਇੱਥੇ। ਔਰ ਤੁਸੀਂ ਦੂਸਰੇ ਹਸਪੀਟਲਾਂ 'ਚ ਅਕਸਰ ਵੇਖਿਆ ਹੋਏਗਾ ਕਿ ਅਗਰ ਮਰੀਜ਼ ਦਾ ਇਲਾਜ ਹੋ ਰਿਹਾ ਔਰ ਅਗਰ ਮਰੀਜ਼ ਦੀ ਮੌਤ ਹੋ ਗਈ ਆ ਔਰ ਉਹਦਾ ਬੈਲੈਂਸ ਹੈ ਲੱਖ ਰੁਪਈਆ ਜਾਂ 10,000 ਰੁਪਈਆ ਜਾਂ 20,000 ਰੁਪਈਆ ਔਰ ਉਸ ਲਾਸ਼ ਨੂੰ ਕਿਡਨੈਪ ਕਰ ਲਿਆ ਜਾਂਦਾ ਹੈ। ਉਸ ਲਾਸ਼ ਨੂੰ ਉਹਦੇ ਵਾਰਸਾਂ ਨੂੰ ਦਿੱਤੀ ਨਹੀਂ ਜਾਂਦੀ। 2-2 3 ਦਿਨ ਲਾਸ਼ਾਂ ਰੱਖੀਆਂ ਜਾਂਦੀਆਂ ਨੇ ਕਿ ਪਹਿਲਾਂ ਪੈਸੇ ਦਿਓ ਫਿਰ ਲਾਸ਼ ਦੇਵਾਂਗੇ। ਇਦਾਂ ਦੇ ਕੇਸ ਹਜ਼ਾਰਾਂ ਮੇਰੇ ਕੋਲ ਆਏ ਨੇ। ਇੱਕ ਵਾਰੀ ਛੋਟੇ ਬੱਚੇ ਮੇਰੇ ਕੋਲ ਆਏ ਸੀਗੇ ਕਿ ਸਾਨੂੰ ਸਾਡੇ ਡੈਡੀ ਦੀ ਲਾਸ਼ ਲੈ ਦਿਓ। ਪਰ ਮੈਂ ਹੈਰਾਨ ਹੋਇਆ, ਮੈਂ ਕਿ ਦੱਸੋ ਬੇਟਾ ਕਿੱਥੇ ਲਾਸ਼ ਲੈ ਦੇ, ਕੌਣ ਨਹੀਂ ਦੇ ਰਿਹਾ? ਇਹ ਹਸਪੀਟਲ ਵਾਲੇ ਸਾਡੇ ਡੈਡੀ ਦੀ ਲਾਸ਼ ਨਹੀਂ ਦੇ ਰਹੇ। ਔਰ ਉਦੋਂ ਮੇਰੀ ਆਤਮਾ ਕੰਬੀ, ਮੇਰੀ ਰੂਹ ਕੰਬੀ ਔਰ ਉਦੋਂ ਅਸੀਂ ਸੋਚਣਾ ਸ਼ੁਰੂ ਕੀਤਾ ਵੀ ਕਿਉਂ ਨਾ ਇੱਕ ਆਪਣਾ ਹਸਪੀਟਲ ਹੋਏ, ਕਿਉਂਕਿ ਇੰਨਾ ਜ਼ਿਆਦਾ ਜ਼ੁਲਮ ਇੱਕ ਬੱਚਿਆਂ ਦੇ ਪਿਤਾ ਦੀ ਲਾਸ਼ ਕਿਡਨੈਪ ਕਰ ਲੈਣੀ ਸਿਰਫ 35,000 ਰੁਪਏ ਪਿੱਛੇ। ਫਿਰ 35,000 ਰੁਪਇਆ ਦਿੱਤਾ ਤੇ ਫਿਰ ਉੱਥੇ ਜਾ ਕੇ 35,000 ਦੇ ਦਿੱਤਾ ਔਰ ਹੱਦ ਉਦੋਂ ਹੋ ਗਈ ਕਿ ਉਹਨਾਂ ਨਾਲ ਕਿਹਾ ਕਿ ਦੂਜੀ ਫੀਸ ਵੀ ਦਿਓ, ਜਿਹੜੀ ਰਾਤ ਰੱਖੀ ਲਾਸ਼ ਅਸੀਂ ਉਹਦੀ ਫੀਸ ਵੱਖਰੀ ਦਿਓ। ਮਤਲਬ ਸੋ ਇਸ ਕਰਕੇ ਸਾਡੇ ਦੇਸ਼ ਦੇ ਵਿੱਚ ਮਾਨਵਤਾ ਇਨਸਾਨੀਅਤ ਖਤਮ ਹੋ ਚੁੱਕੀ ਆ। ਮੈਂ ਤਾਂ ਕਹਿੰਦਾ ਜਿੱਦਾਂ ਸਾਡੇ ਹਸਪੀਟਲ ਨੂੰ ਘੇਰਾ ਪਾਇਆ, ਜਿੱਦਾਂ ਮੇਰੇ ਤੇ ਕਾਰਵਾਈ ਕੀਤੀ, ਇਦਾਂ ਉਹਨਾਂ ਹਸਪਤਾਲਾਂ ਤੇ ਵੀ ਹੋਣੀ ਚਾਹੀਦੀ ਆ ਜਿਹੜੇ ਲਾਸ਼ਾਂ ਨਹੀਂ ਦਿੰਦੇ, ਜਿਹੜੇ ਲਾਸ਼ ਨਹੀਂ ਦਿੰਦੇ, ਮਰੀਜ਼ ਨੂੰ ਰੱਖ ਲੈਂਦੇ ਨੇ ਉਹਦੀ ਲਾਸ਼ ਨਹੀਂ ਦਿੰਦੇ। ਕਿਹਾ ਜਾਂਦਾ ਸੀ ਕਿ ਮਰੀਜ਼ ਪੋਜ਼ਿਟਿਵ ਨਿਕਲੇ, ਤੁਹਾਡੇ ਡਾਕਟਰ ਪੋਜ਼ਿਟਿਵ ਨਿਕਲਿਆ, ਜਿਸ ਕਰਕੇ 21 ਜਣਾਂ ਦੀ ਸੀਲ ਕਰ ਦਿੱਤਾ ਸੀ। ਹਾਂਜੀ ਉਹਦੇ ਬਾਰੇ ਕੀ ਕਹਿਣਾ ਚਾਹੀਦਾ? ਭਾਜੀ 2 ਡਾਕਟਰ ਤਾਂ ਕੋਈ ਪੋਜ਼ਿਟਿਵ ਨਹੀਂ ਨਿਕਲਿਆ। ਡਾਕਟਰ ਤਾਂ ਪਹਿਲਾਂ ਨਿਕਲਿਆ ਸੀਗਾ, ਛੋਟਾ ਡਾਕਟਰ ਸੀਗਾ, ਡਾਕਟਰ ਨਹੀਂ, ਉਹ ਮਤਲਬ ਕਿ ਐਜ਼ ਅ ਹੈਲਪਰ ਸੀਗਾ, ਡਾਕਟਰ ਦੇ ਹੈਲਪਰ ਸੀ। ਔਰ ਉਸ ਤੋਂ ਬਾਅਦ ਇੱਕ ਗੇਟਕੀਪਰ ਨਿਕਲਿਆ ਔਰ ਇੱਕ ਸਫਾਈ ਕਰਮਚਾਰੀ ਨਿਕਲਿਆ। ਔਰ ਜਿਸ ਹਸਪੀਟਲ ਦੇ ਵਿੱਚ 100-150 ਦੇ ਕਰੀਬ ਸਟਾਫ ਹੋਏ ਤੇ ਜਿਹਦੇ ਚੋਂ 3 ਬੰਦੇ ਪੋਜ਼ਿਟਿਵ ਨਿਕਲ ਆਉਂਦੇ ਤੇ ਉਹ ਹਸਪੀਟਲ ਨੂੰ ਅਸੀਂ ਬੰਦ ਕਰ ਦਾਂਗੇ। ਜਿਹੜਾ 200 ਮਰੀਜ਼ ਦਾਖਲ ਆ ਉਹਦਾ ਕੀ ਕਰਾਂਗੇ? 200 ਮਰੀਜ਼ ਦਾਖਲ ਆ, ਮੰਨ ਲਓ ਕਿ 200 ਮਰੀਜ਼ ਦਾਖਲ ਆ ਹਸਪੀਟਲ, 300 ਮਰੀਜ਼ 200-250 ਮਰੀਜ਼ ਦਾਖਲ ਸੀਗਾ। ਅਗਰ 200-250 ਮਰੀਜ਼ ਦਾਖਲ ਆ ਔਰ ਉਹਦੇ ਵਿੱਚੋਂ 3 ਮਰੀਜ਼ ਮੰਨ ਲਓ ਪੋਜ਼ਿਟਿਵ ਨਿਕਲ ਆਉਂਦੇ ਆ ਔਰ ਬਾਕੀ 197 ਮਰੀਜ਼ਾਂ ਨੂੰ ਕਿੱਥੇ ਖੜੋਗੇ? ਉਹਨਾਂ ਨੂੰ ਚੁੱਕ ਕੇ ਲੈ ਕੇ ਜਾਓਗੇ ਕਿ ਜਾਂ ਉਹਨਾਂ ਮਰੀਜ਼ਾਂ ਨੂੰ ਚੁੱਕੋਗੇ ਤਿੰਨਾਂ ਨੂੰ, ਤੇ ਜਿਹੜੇ ਦੂਜੇ ਮਰੀਜ਼ ਨੇ ਨੈਗੇਟਿਵ ਆਏ ਨੇ ਉਹਨਾਂ ਵਾਸਤੇ ਫਿਰ ਡਾਕਟਰ ਮੁਹੱਈਆ ਕਰਵਾਓਗੇ? ਦੱਸੋ ਨਾ, ਮੈਂ ਤੁਹਾਡੇ ਕੋਲ ਸਵਾਲ ਪੁੱਛਦਾ ਕੀ ਹੋਣਾ ਚਾਹੀਦਾ? ਤੁਹਾਨੂੰ ਕੀ ਲੱਗਦਾ ਭਾਜੀ ਕੀ ਹੋਣਾ ਚਾਹੀਦਾ? ਨਹੀਂ ਹਸਪੀਟਲ ਤੇ ਦੇਖੋ, ਜੋ ਸਾਡਾ ਆਪਣੀ ਸੋਚ ਆ ਹਸਪੀਟਲ ਤੇ ਇਲਾਜ ਕਰਨ ਵਾਸਤੇ ਆ, ਉੱਥੇ ਜੇ ਕਰੋਨਾ ਮਰੀਜ਼ ਜਾਣ ਉਹਨਾਂ ਦਾ ਇਲਾਜ ਹੁੰਦਾ ਬਕਾਇਦਾ, ਜ਼ਰੂਰਤ ਨਹੀਂ ਸੀ ਬੰਦੀ ਕਿ ਇਹਨੂੰ ਹਸਪੀਟਲ ਨੂੰ ਬੰਦ ਕਰ ਦਿੱਤਾ ਜਾਵੇ। ਮੇਰਾ ਵੀ ਇਹੀ ਸਵਾਲ ਆ ਤੁਹਾਡੇ ਤੋਂ ਕਿ ਕਿਉਂ ਬੰਦ ਕੀਤਾ ਗਿਆ? ਬਿਲਕੁਲ ਮੈਂ ਇਹੀ ਕਹਿ ਰਿਹਾ ਕਿ ਮਤਲਬ ਅਗਰ 200 ਦੇ ਵਿੱਚੋਂ 3 ਮਰੀਜ਼ ਪੋਜ਼ਿਟਿਵ ਆ ਜਾਂਦੇ ਆ ਤੇ 197 ਮਰੀਜ਼ਾਂ ਨੂੰ ਹੀ ਬਾਹਰ ਕੱਢ ਦਈਏ। ਕੀ ਸਮਝਦੇ ਹੋਏ ਸਿਆਸਤ ਹੋ ਰਹੀ ਸੀ? ਨਹੀਂ ਬਿਲਕੁਲ ਇਹਦੇ ਵਿੱਚ ਦੇਖੋ ਮੈਂ ਤੁਹਾਨੂੰ ਇਹ ਕਹਿ ਰਿਹਾ ਕਿ ਭਾਜੀ ਸਾਡੇ ਹਸਪੀਟਲ ਦੇ ਵਿੱਚ ਕੰਮ ਕਰਨ ਦਾ ਤਰੀਕਾ ਬਹੁਤ ਅਲੱਗ ਆ। ਇੱਕ ਸੇਵਾ ਵਾ, ਇੱਕ ਪੰਜਾਬ ਦਾ ਸਭ ਤੋਂ ਇਹਨੂੰ ਕਹਿ ਲਈਏ
ਕਿ ਸਭ ਤੋਂ ਇੱਕ ਲਗਜ਼ਰੀ ਇੱਕ ਟੌਪ ਦਾ 5 ਸਟਾਰ 7 ਸਟਾਰ ਹੋਟਲ ਨਾਲੋਂ ਇਹ ਘੱਟ ਨਹੀਂ ਹੈ ਹਸਪੀਟਲ। ਤੁਹਾਨੂੰ ਕੀ ਲੱਗਦਾ ਫਿਰ ਕੌਣ ਰੁਕਾਵਟ ਪਾ ਰਿਹਾ ਸੀ? ਦੇਖੋ ਇੰਨਾ ਵਧੀਆ ਹਸਪੀਟਲ ਔਰ ਇੰਨੇ ਹੀ ਵਧੀਆ ਡਾਕਟਰ ਹੋਣ ਔਰ 6-6 ਲੱਖ ਰੁਪਏ ਦੇ ਜਿਹੜੇ ਆਪਰੇਸ਼ਨ ਨੇ ਜਿੱਦਾਂ ਗੋਡਿਆਂ ਦੇ ਜਾਂ ਚੂਲਿਆਂ ਦੇ ਜਾਂ ਦੂਰਬੀਨਾਂ ਹੁੰਦੇ ਨੇ ਉਹ ਇੱਥੇ 7500 ਰੁਪਏ ਚ ਹੋਣ। ਮੇਰਾ ਉਹੀ ਸਵਾਲ ਹੈ ਨਾ ਕਿ ਕਿਉਂ ਫਿਰ ਤੁਹਾਨੂੰ ਕੀ ਲੱਗਦਾ ਕੌਣ ਰੁਕਾਵਟ ਪਾ ਰਿਹਾ ਸੀ, ਕੌਣ ਚਾਹੁੰਦਾ ਸੀ ਕਿ ਇਸ ਸੰਬੰਧ ਵਿੱਚ? ਦੇਖੋ ਜਿਹੜਾ ਮੈਡੀਕਲ ਮਾਫੀਆ ਵਾ ਉਹ ਤਾਂ ਦੇਖੋ ਆਲਰੇਡੀ ਪ੍ਰੋਬਲਮਸ ਨੇ, ਕਿਉਂਕਿ ਜਦੋਂ ਇੱਕ ਬੰਦਾ ਸੇਵਾ ਕਰ ਰਿਹਾ ਵਾ, ਜੇ ਇੱਕ ਦੇਖੋ ਇੱਕ ਮੋਦੀ ਖਾਨਾ ਇੱਕ ਛੋਟੀ ਦਵਾਈਆਂ ਦੀ ਦੁਕਾਨ ਆ, ਅਗਰ ਇੱਕ ਉਹ ਖੁੱਲਦੀ ਆ ਤੇ ਉਹਦੇ ਤੇ ਏਡਾ ਬਿਵਾਲ ਹੋ ਜਾਂਦਾ, ਤੇ ਇਹ ਤਾਂ ਫਿਰ ਏਡਾ ਵੱਡਾ ਇੱਕ ਹਸਪੀਟਲ ਆ ਜ਼ਿਲ੍ਹੇ ਦਾ ਕਿ ਪੰਜਾਬ ਦਾ ਸਭ ਤੋਂ ਬੈਸਟ ਚੈਰੀਟੇਬਲ ਹਸਪੀਟਲ ਆ। ਇੱਥੇ ਤਾਂ ਮਤਲਬ ਉੱਥੇ ਤੇ ਦਵਾਈ 100 ਰੁਪਏ ਦੀ 10 ਦੀ ਮਿਲਦੀ, ਇੱਥੇ ਤੇ 6-6 ਲੱਖ ਰੁਪਏ ਦੇ ਪ੍ਰਸ਼ਨ ਵੀ 10-15 ਹਜ਼ਾਰ ਚ ਹੋ ਜਾਂਦੇ ਨੇ। ਫਿਰ ਤੁਸੀਂ ਆਪ ਸਮਝੋ ਨਾ ਕਿ ਕੌਣ ਫਿਰ ਸਾਨੂੰ ਕਿਹੜੇ ਤਰੀਕੇ ਨਾਲ ਮੇਰੀ ਗ੍ਰਿਫਤਾਰੀ ਹੁੰਦੀ ਆ, ਕਿੱਦਾਂ ਹਸਪੀਟਲ ਸੀਲ, ਕਿੱਦਾਂ ਮਰੀਜ਼ਾਂ ਨੂੰ ਬਾਹਰ ਕੱਢਿਆ ਜਾਂਦਾ ਹੈ। ਇਹ ਕਿਤੇ ਨਾ ਕਿਤੇ ਲੋਕ ਦੁਖੀ ਨੇ ਤੇ ਤਾਂ ਹੀ ਸਾਨੂੰ ਪਰੇਸ਼ਾਨ ਕਰਦੇ ਨੇ। ਹਾਂਜੀ ਬਿਲਕੁਲ, ਕਿਤੇ ਨਾ ਕਿਤੇ ਸਵਾਲ ਜ਼ਰੂਰ ਖੜੇ ਹੁੰਦੇ ਨੇ ਕਿ ਜਿਹੜੇ ਸਮਾਜ ਸੇਵਾ ਦੇ ਕੰਮ ਲਈ ਨਿਕਲਦੇ ਨੇ ਮੈਦਾਨ ਦੇ ਵਿੱਚ, ਉਹਨਾਂ ਦੇ ਰਸਤੇ ਦੇ ਵਿੱਚ ਰੁਕਾਵਟਾਂ ਕਿਉਂ ਪਾਈਆਂ ਜਾਂਦੀਆਂ ਹਨ। ਸਵਾਲ ਸਭ ਤੋਂ ਵੱਡਾ ਹੈ ਤੇ ਸੋਚਣਾ ਵੀ ਪਏਗਾ ਜ਼ਰੂਰ ਇਸ ਦੇ ਉੱਤੇ ਵੀ ਕਿਉਂ ਉਹਨਾਂ ਦੀ ਰੁਕਾਵਟਾਂ ਪਾਈਆਂ ਜਾਂਦੀਆਂ, ਕਿਸ ਕਾਰਨ ਉਹਨਾਂ ਦੇ ਸਮਾਜ ਸੇਵੀ ਕੰਮ ਨੂੰ ਰੋਕਿਆ ਜਾਂਦਾ ਹੈ। ਨਵਤੇਜ ਸਿੰਘ ਗੱਗੂ ਨਾਲ ਫਿਰ ਦੁਬਾਰਾ ਗੱਲ ਕਰਾਂਗੇ, ਹਾਲੇ ਵਾਪਸ ਨਹੀਂ ਜਾਂਦੇ। ਇੱਥੇ ਜਿਹੜੇ ਸਮਾਜ ਸੇਵੀ ਲੋਕ ਪਹੁੰਚੇ ਹੋਏ ਤੁਸੀਂ ਦੇਖ ਸਕਦੇ ਹੋ ਕਿ ਪੀਪੀ ਸੁਖਵਿੰਦਰ ਸਿੰਘ ਜੋ ਮਸ਼ਹੂਰ ਨੇ, ਸਮਾਜ ਸੇਵਾ ਦਾ ਕੰਮ ਕਰਦੇ ਦਿਖਾਈ ਦਿੰਦੇ ਸੀ, ਪੁਲਿਸ ਮਹਿਕਮੇ ਦੇ ਵਿੱਚ ਕੰਮ ਕਰਦੇ ਦਿਖਾਈ ਦਿੰਦੇ ਸੀ। ਨਾਲ ਹੀ ਕਿਸ਼ਨ ਲਾਲ ਜੋ ਕਿ ਸਾਬਕਾ SHO ਨੇ, ਇਹ ਵੀ ਹੁਣ ਸਮਾਜ ਸੇਵਾ ਦਾ ਕੰਮ ਕਰਦੇ ਦਿਖਾਈ ਦਿੰਦੇ। ਲੋਕ ਤੁਸੀਂ ਤਸਵੀਰਾਂ 'ਚ ਦੇਖ ਸਕਦੇ ਹੋ ਕਿ ਤੁਸੀਂ ਦੇਖ ਸਕਦੇ ਹੋ ਕਿ ਸਰਦਾਰ ਦਵਿੰਦਰ ਸਿੰਘ ਜੀ ਜੋ ਸਮਾਜ ਸੇਵਾ ਦਾ ਕੰਮ ਕਰਦੇ ਦਿਖਾਈ ਦੇ ਸੀ, ਉਹ ਵੀ ਇੱਥੇ ਪਹੁੰਚੇ ਹੋਏ ਨੇ ਸਨਮਾਨ ਕਰਨ ਵਾਸਤੇ। ਨਵਤੇਜ ਸਿੰਘ ਗੱਗੂ ਦਾ ਪਹੁੰਚੇ ਹੋਏ ਨੇ। ਇਹਨਾਂ ਸਾਰਿਆਂ ਨਾਲ ਵੀ ਗੱਲ ਕਰਾਂਗੇ ਕਿ ਕੀ ਇਹਨਾਂ ਨੂੰ ਲੱਗਦਾ ਹੈ ਕਿ ਕਿੱਥੇ ਕਿਉਂ ਇਸ ਤਰ੍ਹਾਂ ਨਵਤੇਜ ਸਿੰਘ ਗੱਗੂ ਦੇ ਹਸਪਤਾਲ ਨਾਲ ਜਾਂ ਉਸ ਦੇ ਸਮਾਜ ਸੇਵੀ ਕੰਮਾਂ ਦੇ ਵਿੱਚ ਰੁਕਾਵਟ ਪੈਂਦੀ ਦਿਖਾਈ ਦਿੱਤੀ। ਤੁਸੀਂ ਵੀ ਕੰਮ ਕਰਦੇ ਰਹੇ ਸਮਾਜ ਸੇਵਾ ਦੇ, ਪੰਜਾਬ ਪੁਲਿਸ ਤੁਸੀਂ ਨੌਕਰੀ ਵੀ ਕਰਦੇ ਸੀ, ਤੁਸੀਂ ਕੀ ਸਮਝਦੇ ਹੋ ਸਮਾਜ ਸੇਵਾ ਦੇ ਜਦੋਂ ਇਹ ਕੰਮ ਕੀਤੇ ਜਾਂਦੇ ਨੇ ਤੇ ਕਿਉਂ ਉਹਨਾਂ ਦੇ ਰਸਤੇ 'ਚ ਰੁਕਾਵਟਾਂ ਪੈਂਦੀਆਂ? ਦੇਖੋ ਇਹ ਕੋਈ ਨਵੀਂ ਗੱਲ ਨਹੀਂ, ਇਹ ਤਾਂ ਸਦੀਆਂ ਚੱਲਦਾ ਆ ਰਿਹਾ ਕਿ ਚੰਗੇ ਕੰਮ ਦੇ ਅੱਗੇ ਹਮੇਸ਼ਾ ਰੁਕਾਵਟ ਜਿਹੜੀ ਆਉਂਦੀ ਹੈ। ਵੀਰ ਕਰਦੇ ਰਹੇ ਆ, ਬਹੁਤ ਸੋਹਣਾ ਕੰਮ ਕਰਦੇ, ਕੋਈ ਸ਼ੱਕ ਨਹੀਂ ਦੇ ਵਿੱਚ। ਆਪਾਂ ਨੂੰ ਸਾਰਾ ਪਤਾ ਹੀ ਕਿ ਦੇਖੋ ਕਿੱਡੀ ਵੱਡੀ ਬਿਲਡਿੰਗ ਬਣਾ ਦੇਣੀ, ਔਰ ਜਿੱਥੇ ਬਿਨਾਂ ਕੋਈ ਪੈਸਾ ਜੇ ਕੋਈ ਲੈਂਦੇ ਵੀ ਤਾਂ ਬਹੁਤ ਨਾ ਮਾਤਰ, ਤੇ ਬਹੁਤ ਵਧੀਆ ਇਲਾਜ ਹੋ ਰਿਹਾ। ਔਰ ਇਹਨਾਂ ਨੂੰ ਪਿਓਰ ਹਸਪੀਟਲ ਕੀਤਾ ਗਿਆ ਤੇ ਪਿੱਛੇ ਕੀ ਕਾਰਨ, ਕੀ ਵਜ੍ਹਾ, ਉਹ ਤੇ ਆਪਾਂ ਤਕਰੀਬਨ ਦੇਖਿਆ ਹੀ ਆ ਸੋਸ਼ਲ ਮੀਡੀਆ ਤੇ ਵਾਇਰਲ ਹੋਇਆ ਸੀ। ਤੁਹਾਡੇ ਨਾਲ ਵੀ ਪਰਸਨਲੀ ਤੌਰ ਤੇ ਵੇਖਿਆ ਜਾਵੇ ਤੇ ਇਸ ਤਰ੍ਹਾਂ ਦੀਆਂ ਕਈ ਗੱਲਾਂ ਵਾਪਰੀਆਂ। ਪੰਜਾਬ ਪੁਲਿਸ ਤੁਸੀਂ ਨੌਕਰੀ ਕਰਦੇ ਸੀ, ਜੋ ਸਾਡੀ ਸੋਚ ਦੇ ਮੁਤਾਬਕ ਹੈ ਕਿ ਤੁਹਾਨੂੰ ਕਈ ਤਰ੍ਹਾਂ ਦੀਆਂ ਰੁਕਾਵਟਾਂ ਆਈਆਂ, ਤੇ ਲੋਕਾਂ ਨੂੰ ਕੀ ਕਹਿਣਾ ਚਾਹੋਗੇ? ਮਤਲਬ ਉਹਨਾਂ ਚੀਜ਼ਾਂ ਨੂੰ ਉਹਨਾਂ ਲੋਕਾਂ ਨੂੰ ਕਹਿਣਾ ਚਾਹੋਗੇ ਜਿਹੜੇ ਰੁਕਾਵਟਾਂ ਬਣਦੇ ਨੇ? ਦੇਖੋ ਮੈਨੂੰ ਵੀ ਸਮਝ ਨਹੀਂ ਆਈ, ਕਿਉਂਕਿ ਮੈਂ ਵਾਇਰਲ ਹੋਇਆ ਸੀ, ਮੈਨੂੰ ਬਹੁਤ ਪਰੇਸ਼ਾਨ ਕੀਤਾ ਗਿਆ। ਮੈਂ ਅੱਗੇ ਬਹੁਤ ਇਸ ਸੰਬੰਧ ਵਿੱਚ ਬੋਲਿਆ, ਬੜੀ ਕਾਫੀ ਗੱਲਾਂ ਬਾਤਾਂ ਹੋਈਆਂ, ਪਰ ਇਸ ਗੱਲ ਦਾ ਅਜੇ ਤੱਕ ਮੈਨੂੰ ਜਵਾਬ ਨਹੀਂ ਮਿਲਿਆ। ਇਹ ਤੱਕ ਜਵਾਬ ਮੇਰੇ ਕੋਲ ਨਹੀਂ ਆਇਆ ਕਿ ਆਖਰ ਮੈਨੂੰ ਹੀ ਕਿਉਂ ਰੁਕਿਆ ਗਿਆ, ਤੂੰ ਦੱਸੇ ਕੰਮ ਨਹੀਂ ਕਰਦਾ, ਇਹ ਕੰਮ ਕਰਨਾ, ਕੰਮ ਕਰਨਾ, ਜੇ ਕੰਮ ਕਰਨਾ ਜਾਂ ਕੰਮ ਕਰਨਾ, ਜਾਂ ਨੌਕਰੀ ਕਰਨਾ ਔਰ ਜਾਂ ਡਿਊਟੀ ਕਰਨਾ। ਕਿ ਇਹ ਗੱਗੂ ਜੀ ਨਾ ਸ਼ਾਇਦ ਕੋਈ ਇਸ ਤਰ੍ਹਾਂ ਕਰ ਰਿਹਾ, ਚੰਗਾ ਕੰਮ ਕਰ ਰਿਹਾ, ਕਿਉਂ ਰੁਕਿਆ ਜਾਂਦਾ, ਇਹਦਾ ਕਾਰਨ ਕੀ ਹੈ, ਇਹਦੇ ਪਿੱਛੇ ਕੌਣ ਲੋਕ ਨੇ, ਇਹ ਸ਼ਾਇਦ ਆਪਾਂ ਨੂੰ ਭੁੱਲਿਆ ਨਹੀਂ, ਆਪਾਂ ਨੂੰ ਪਤਾ ਹੀ ਹੈ ਸਰ, ਕੋਈ ਬੋਲਦਾ ਕੋਈ ਨਹੀਂ ਬੋਲਦਾ, ਪਰ ਸੱਚਾਈ ਆ ਕਿ ਚੰਗੇ ਕੰਮ ਨੂੰ ਹਮੇਸ਼ਾ ਰੁਕਿਆ ਜਾਂਦਾ। ਕੀ ਕਹਿਣਾ ਚਾਹੋਗੇ ਫਿਰ ਉਹਨਾਂ ਲੋਕਾਂ ਨੂੰ ਜਿਹੜੇ ਰੁਕਾਵਟਾਂ ਬਣਦੇ ਨੇ? ਉਹਨਾਂ ਦੇ ਹੱਥ ਹੀ ਜੋੜ ਸਕਦੇ ਆ ਜੀ, ਹੱਥ ਹੀ ਜੋੜ ਸਕਦੇ ਆ ਕਿ ਜੇ ਕੋਈ ਚੰਗਾ ਕੰਮ ਕਰਦਾ ਵੀ ਰੱਬ ਦਾ ਵਾਸਤਾ ਕਰ ਲੈਣ ਦਿਓ। ਜੇ ਕੋਈ ਗਰੀਬ ਦਾ ਕਿਸੇ ਦਾ ਭਲਾ ਹੁੰਦਾ, ਇੱਥੇ ਕਿਸੇ ਲੋੜਵੰਦ ਦਾ ਕਿਸੇ ਦਾ ਇਲਾਜ ਹੋ ਜਾਂਦਾ ਇੱਥੇ ਬਗੈਰ ਪੈਸੇ ਤੋਂ, ਜਿਸ ਮੇਰੇ ਵੀ ਦੱਸ ਰਹੇ ਸੀਗੇ, ਇੱਕ 70-75 ਹਜ਼ਾਰ ਦਾ ਆਪਰੇਸ਼ਨ ਇੱਕ 10-12 ਹਜ਼ਾਰ 'ਚ ਹੋ ਗਿਆ। ਹੋਰ ਆਪਾਂ ਨੂੰ ਕੀ ਚਾਹੀਦਾ? ਤੇ ਉਹਨਾਂ ਦੇ ਵੀਰਾਂ ਸੱਜਣਾ ਬੇਨਤੀ, ਜੋ ਵੀ ਇਹਦੇ ਪਿੱਛੇ ਹੈਗੇ ਆ, ਚਾਹੇ ਉਹ ਕੋਈ ਡਰੱਗ ਮਾਫੀਆ, ਚਾਹੇ ਕੋਈ ਸਿਆਸੀ ਲੋਕ ਆ, ਪ੍ਰਸ਼ਾਸਨ ਆ, ਕੌਣ ਆ, ਹੱਥ ਜੋੜ ਕੇ ਬੇਨਤੀ ਆ ਕਿ ਵੀਰ ਜਿਹੜਾ ਕੰਮ ਕਰਦਾ ਉਹ ਕਰ ਲੈਣਾ ਜੀ। ਬਿਲਕੁਲ, ਕਿਤੇ ਨਾ ਕਿਤੇ ਹੋਰ ਵੀ ਸਮਾਜ ਸੇਵਾ ਦੇ ਜਿਹੜੇ ਲੋਕ ਨੇ ਜੁੜੇ ਹੋਏ ਨੇ। ਦਵਿੰਦਰ ਸਿੰਘ ਕਿਤੇ ਪਹੁੰਚੇ ਹੋਏ ਨੇ, ਇਹ ਜਿਸ ਦਿਨ ਧਰਨਾ ਲੱਗਾ ਸੀ ਨਵਤੇਜ ਸਿੰਘ ਗੱਗੂ ਨੂੰ ਗ੍ਰਿਫਤਾਰ ਕੀਤਾ ਗਿਆ, ਵੀ ਇੱਥੇ ਪਹੁੰਚੇ ਹੋਏ ਸਨ। ਇਹਨਾਂ ਨੇ ਹੀ ਤਮਾਮ ਸਾਰਾ ਆਸ-ਪਾਸ ਦੇ ਸਮਾਜ ਸੇਵੀ ਲੋਕਾਂ ਨੂੰ ਇਕੱਠਾ ਕਰਕੇ ਨਵਤੇਜ ਦੇ ਹੱਕ ਦੇ ਵਿੱਚ ਹਾਂ ਦਾ ਨਾਰਾ ਮਾਰਿਆ ਸੀ। ਇਹਨਾਂ ਨਾਲ ਗੱਲ ਕਰਦੇ ਆ, ਅੱਜ ਵੀ ਸਨਮਾਨਿਤ ਕੀਤਾ ਗਿਆ ਇਹਨਾਂ ਦੇ ਵੱਲੋਂ। ਦਵਿੰਦਰ ਜੀ, ਕੀ ਕਹਿਣਾ ਚਾਹੋਗੇ? ਤੇ ਲੋਕਾਂ ਦਾ ਕਹਿਣਾ ਹੈ ਕਿ ਲਗਾਤਾਰ ਹੀ ਲੋਕਾਂ ਦੀ ਲੁੱਟ-ਖਸੁੱਟ ਹੋ ਰਹੀ ਆ ਪੰਜਾਬ ਦੇ ਵਿੱਚ, ਚਾਹੇ ਉਹ ਸਰਕਾਰਾਂ ਲਗਾ ਲਈਏ, ਚਾਹੇ ਹੋਰ ਕਿਸੇ ਤਰੀਕੇ ਨਾਲ ਲਗਾ ਲਈਏ, ਲੋਕਾਂ ਦੀ ਲੁੱਟ-ਖਸੁੱਟ ਹੋ ਰਹੀ ਹੈ, ਗਰੀਬ ਵਰਗ ਨੂੰ ਦੱਬਿਆ ਜਾ ਰਿਹਾ। ਪਰ ਜਦੋਂ ਸਮਾਜ ਸੇਵੀ ਕੋਈ ਉੱਤਰਦਾ ਹੈ, ਨਿੱਤਰਦਾ ਹੈ ਸਮਾਜ ਦੇ ਵਾਸਤੇ ਕੋਈ ਕੰਮ ਕਰਨ ਲਈ, ਤੇ ਕਿਉਂ ਉਹਨਾਂ ਦੇ ਫਿਰ ਰਸਤੇ ਰੁਕੀ? ਸਰਕਾਰਾਂ ਵਾਲੀਆਂ ਹੁੰਦੀਆਂ ਨੇ,
ਮੰਤਰੀ ਆਣ ਕੇ ਗਰੀਬਾਂ ਦੇ ਬੱਚਿਆਂ ਦੇ ਨਲੀਆਂ ਤੱਕ ਵੀ ਸਾਫ਼ ਕਰਦੇ ਜਿਹੜੇ ਨੇ ਉਹ ਇੱਥੇ ਦਿਖਾਈ ਦਿੱਤੇ ਨੇ। ਤੇ ਜੇ ਕਦੇ ਸਰਕਾਰਾਂ ਜਿਹੜੀਆਂ ਵਾ ਆਪਣੀਆਂ ਜਿਹੜਾ ਵਾ ਇਹ ਜਿਹੜੀ ਆਪਣੀ ਜ਼ਿੰਮੇਵਾਰੀਆਂ ਸਮਝਣ ਤੇ ਸਾਨੂੰ ਆਪਣੇ ਬੱਚੇ ਸਾਨੂੰ ਰਿਸਕ ਲੈ ਕੇ ਸਾਰਾ ਕੁਝ ਛੱਡ ਕੇ ਇਹ ਸਮਾਜ ਸੇਵਾ ਦਾ ਕੰਮ ਜਿਹੜਾ ਵਾ ਇਹ ਉਹਨਾਂ ਨੂੰ ਜਦੋਂ ਅਸੀਂ ਕਰਦੇ ਹਾਂ ਜ਼ਿੰਮੇਵਾਰੀਆਂ ਇਹ ਆਪਣੀਆਂ ਸਮਝ ਤੇ ਸਾਨੂੰ ਕੀ ਲੋੜ ਆ। ਤੇ ਅੱਜ ਜੇ ਅਸੀਂ ਕਰਦੇ ਹਾਂ ਕਿਉਂਕਿ ਸਾਡੇ ਖੂਨ ਦੇ ਵਿੱਚ ਆ ਸਾਰਾ ਕੁਝ ਇਹ ਤੇ ਜਦੋਂ ਅਸੀਂ ਮਤਲਬ ਅੱਗੇ ਆਉਂਦੇ ਸਾਡੇ ਲੱਖਾਂ ਜਨਤਾ ਦੇ ਸਹਿਯੋਗ ਦੇ ਨਾਲ ਇੱਕ ਬਹੁਤ ਵੱਡਾ ਪੰਜਾਬ ਦਾ ਮੈਂ ਕਹਿੰਦਾ ਨਰੇਗਾ ਜਿਹੜਾ ਕੰਮ ਕੀਤਾ ਜਾ ਰਿਹਾ ਤੇ ਉਹਨਾਂ ਦੀਆਂ ਸੇਵਾ ਤੋਂ ਖੁਸ਼ ਵੀ ਹੋ ਕੇ ਇੱਥੇ ਹੁਣ ਇਸ ਟਾਈਮ ਮਨਦੀਪ ਮੰਨਾ ਦੀ ਉਹਨਾਂ ਦੇ ਵਿਚਾਰ ਸਾਂਝੇ ਕਰਦੇ ਦੇਖੋ ਜਿੱਥੇ ਵੀ ਕਿਸੇ ਗਰੀਬ ਦੀ ਗੁਜ਼ਰਦੀ ਹੈ ਸਾਡੇ ਦੇਸ਼ ਦੇ ਵਿੱਚ ਸਾਡੇ ਸੂਬੇ ਦੇ ਵਿੱਚ ਦੋ ਸਮੱਸਿਆਵਾਂ ਬਹੁਤ ਵੱਡੀਆਂ ਨੇ ਜਿਹਦੇ ਕਰਕੇ ਸਾਡਾ ਦੇਸ਼ ਤਰੱਕੀ ਨਹੀਂ ਕਰ ਰਿਹਾ, ਜਿਹਦੇ ਕਰਕੇ ਸਾਡਾ ਸੂਬਾ ਤਰੱਕੀ ਨਹੀਂ ਕਰ ਰਿਹਾ। ਨੰਬਰ 1 ਐਜੂਕੇਸ਼ਨ, ਨੰਬਰ 2 ਹੈਲਥ। ਤੇ ਦੋਵਾਂ ਦਾ ਜਿਹੜਾ ਠੱਪ ਹੈ, ਜਿਹੜਾ ਬੰਦਾ ਵੀ ਐਜੂਕੇਸ਼ਨ ਤੇ ਧਿਆਨ ਦਿੰਦਾ, ਜਿਹੜਾ ਬੰਦਾ ਵੀ ਮੈਡੀਕਲ ਸੇਵਾਵਾਂ ਦੇ ਉੱਤੇ ਧਿਆਨ ਦਿੰਦਾ, ਮੈਂ ਉਹਦੀ ਦਿਲ ਤੋਂ ਇੱਜ਼ਤ ਕਰਦਾ। ਔਰ ਮੈਂ ਬਥੇਰਾ ਸੁਣਦਾ ਸੀਗਾ, ਰੋਜ਼ ਪੜ੍ਹਨ ਦੇ ਵਿੱਚ ਆਉਂਦਾ ਸੀਗਾ, ਰੋਜ਼ ਦੇਖਣ ਨੂੰ ਸੋਸ਼ਲ ਮੀਡੀਆ ਤੇ ਆਉਂਦਾ ਸੀਗਾ ਕਿ ਕਿਵੇਂ ਨਵਤੇਜ ਗੁੱਗੂ ਜਿਹੜਾ ਲੋਕਾਂ ਦੇ ਇਲਾਜ ਕਰ ਰਿਹਾ, ਜਿਨ੍ਹਾਂ ਲੋਕਾਂ ਦੇ ਬਾਹਰੋਂ ਇਲਾਜ ਹੋ ਨਹੀਂ ਸਕਦੇ, ਜਿਹੜੇ ਪੈਸੇ ਨਹੀਂ ਖਰਚ ਕਰ ਸਕਦੇ, ਉਹ ਇੱਥੇ ਆ ਕੇ ਆਪਣਾ ਇਲਾਜ ਕਰਾਉਂਦੇ ਨੇ ਔਰ ਉਹਦੇ ਨਾਲ ਲੋਕਾਂ ਦੇ ਜਿਹੜੇ ਦੁੱਖ ਦਰਦ ਦੂਰ ਹੁੰਦੇ ਨੇ। ਤੇ ਇਸ ਕਰਕੇ ਅੱਜ ਮੈਨੂੰ ਵੀ ਇੱਥੇ ਸੁਭਾਗ ਜਿਹੜਾ ਪ੍ਰਾਪਤ ਹੋਇਆ ਇੱਥੇ ਆਉਣ ਦਾ ਕਿ ਮੈਂ ਪਹਿਲਾਂ ਵੀ ਇੱਕ ਦਿਨ ਬੋਲਿਆ ਸੀ ਕਿ ਮੈਨੂੰ ਪਤਾ ਲੱਗਾ ਇਹ ਹਸਪਤਾਲ ਜਿਹੜਾ ਬੰਦ ਰਿਹਾ, ਇਹ ਬਹੁਤ ਮੰਦਭਾਗੀ ਗੱਲ ਸੀ। ਇੱਕ ਪਾਸੇ ਤੇ ਕੈਪਟਨ ਅਮਰਿੰਦਰ ਸਿੰਘ ਸਖਤ ਹਦਾਇਤਾਂ ਦਿੰਦੇ ਸੀ ਕਿ ਮੈਂ ਕਿਸੇ ਨੂੰ ਓਪੀਡੀ ਨਹੀਂ ਬੰਦ ਕਰਨ ਦੇਣੀ, ਮੈਂ ਕਿਸੇ ਨੂੰ ਹਸਪਤਾਲ ਨਹੀਂ ਬੰਦ ਕਰਨ ਦੇਣਾ, ਤੇ ਇੱਕ ਪਾਸੇ ਸਰਕਾਰ ਨੇ ਆਪ ਹੀ ਬੰਦ ਕਰ ਦਿੱਤਾ। ਮੈਂ ਉਸ ਦਿਨ ਵੀ ਸਵਾਲ ਉਠਾਇਆ ਸੀਗਾ ਕਿ ਜੇ ਹਸਪਤਾਲ ਦੇ ਵਿੱਚ ਕੋਈ ਕਰੋਨਾ ਪੇਸ਼ੈਂਟ ਹੈਗਾ ਤੇ ਇਹਦੇ ਵਿੱਚ ਜਿਹੜਾ ਇਹ ਬੰਦੇ ਨੂੰ ਕੁਆਰੰਟਾਈਨ ਕੀਤਾ ਜਾਂਦਾ ਹੈ। ਪਹਿਲੀ ਵਾਰੀ ਹੈ ਕਿ ਹਸਪਤਾਲ ਹੀ ਕੁਆਰੰਟਾਈਨ ਕਰ ਦਿੱਤਾ ਗਿਆ। ਅੰਮ੍ਰਿਤਸਰ ਵਿਜੀਲੈਂਸ ਆਫਿਸ ਦੇ ਵਿੱਚ ਇੱਕ ਰੀਡਰ ਜਿਹੜਾ ਸੀਗਾ ਉਹ ਕਰੋਨਾ ਪੋਜ਼ਿਟਿਵ ਨਿਕਲਿਆ, ਫਿਰ ਉਹ ਦਫ਼ਤਰ ਕਿਉਂ ਨਹੀਂ ਕੁਆਰੰਟਾਈਨ ਕੀਤਾ ਗਿਆ। ਸਾਡੇ ਜੀਆਈਸੀ ਦਾ ਦਫ਼ਤਰ ਹੈ, ਉੱਥੇ ਪੁਲਿਸ ਦਾ 2000 ਬੰਦਾ ਉੱਥੇ ਕੰਮ ਕਰਦਾ, ਉਹਦੇ ਚੋਂ ਕਰੋਨਾ ਪੇਸ਼ੈਂਟ ਨਿਕਲੇ, ਉਹਨੂੰ ਕੁਆਰੰਟਾਈਨ ਕਿਉਂ ਨਹੀਂ ਕੀਤਾ ਗਿਆ। ਇਮਾਰਤ ਨੂੰ ਸੈਨੇਟਾਈਜ਼ ਕੀਤਾ ਜਾਂਦਾ, ਨਾ ਕਿ ਕੁਆਰੰਟਾਈਨ। ਕੀ ਇਹਨਾਂ ਦੀ ਮਨਸ਼ਾ ਸੀ, ਕੀ ਇਹਨੂੰ ਨੀਵਾਂ ਵਿਖਾਉਣਾ ਚਾਹੁੰਦੇ ਸੀਗੇ? ਇਹਦੇ ਨਾਲ ਇਹ ਨਹੀਂ ਸੋਚਿਆ ਕਿ ਲੋਕਾਂ ਦਾ ਇਲਾਜ ਕਿੰਨਾ ਰਹਿ ਗਿਆ, ਲੋਕ ਮਤਲਬ ਕਿਸ ਹੱਦ ਤੱਕ ਤੜਫਦੇ ਰਹੇ ਹੋਣਗੇ, ਕਿਉਂਕਿ ਸਰਕਾਰੀ ਸੇਵਾਵਾਂ ਤੇ ਹੈ ਹੀ ਨਹੀਂ। ਇਸ ਕਰਕੇ ਅੱਜ ਮੈਨੂੰ ਵੀ ਇੱਥੇ ਦੁਬਾਰਾ ਮੈਨੂੰ ਪਤਾ ਲੱਗਾ ਕਿ ਸਟਾਰਟ ਹੋਣ ਲੱਗਾ ਸੀਗਾ ਹਸਪੀਟਲ ਤੇ ਮੈਂ ਇੱਥੇ ਆਇਆ। ਇੱਕ ਚੀਜ਼ ਆ, ਜਿਸ ਤਰ੍ਹਾਂ ਹੁਣ ਇਹਨਾਂ ਦੇ ਕਈਆਂ ਨੇ ਇਹਨਾਂ ਦੇ ਹੱਕ 'ਚ ਬੋਲਿਆ, ਇੱਕ ਦਿਨ ਪਹਿਲਾਂ ਹੱਕ 'ਚ ਬੋਲਦਿਆ, ਦੂਸਰੇ ਦਿਨ ਨਿਸ਼ਾਨ ਸ਼ਰਮਾ ਜੀ ਜਿਹੜੇ ਸ਼ਿਵ ਸੈਨਾ ਹਿੰਦ ਦੇ, ਉਹਨਾਂ ਨੇ ਇੱਕ ਪੋਸਟ ਪਾਤੀ ਹੈ ਕਿ ਹਰਚੰਦ, ਹਰਪ੍ਰੀਤ ਅਤੇ ਗੱਗੂ ਤੇ ਉਮਰ ਕੈਦ ਹੋਣੀ ਚਾਹੀਦੀ। ਮੁੱਖ ਮੰਤਰੀ ਨੂੰ ਮੈਂ ਚਿੱਠੀ ਵੀ ਲਿਖਾਂਗਾ, ਰਾਸ਼ਟਰਪਤੀ ਨੂੰ। ਕਿਸ ਗੱਲ ਨੂੰ ਉਮਰ ਕੈਦ ਹੋਣੀ ਚਾਹੀਦੀ? ਜਿਹੜੇ ਫੂਲੇ ਨੂੰ ਜੇਲ੍ਹ ਦੇ ਵਿੱਚ ਇਹਨਾਂ ਦੇ ਸਾਰੇ, ਜਦੋਂ ਫੂਲੇ ਦੇ ਵਿੱਚ ਦੇਖੋ ਹਰ ਬੰਦਾ ਕਾਨੂੰਨ ਦੇ ਅਨੁਸਾਰ ਕੰਮ ਕਰਦਾ ਹੈ। ਜਦੋਂ ਮੋਦੀ ਤੱਕ ਬਰੀ ਹੋ ਚੁੱਕਾ, ਇਹਨੇ ਨੇ ਵੱਡੇ ਮਿਨਿਸਟਰ ਨੇ ਜਿਨ੍ਹਾਂ ਨੂੰ ਕੋਰਟ ਬਰੀ ਕਰ ਚੁੱਕੀ ਹੈ, ਤੇ ਹਰਚੰਦ ਕੀ ਗੱਲ ਹੁਣ ਟਰੰਪ ਕੋਲੋਂ ਸਰਟੀਫਿਕੇਟ ਲੈ ਕੇ ਆਊਗਾ? ਇਹ ਤੇ ਕੋਰਟ ਦਾ ਮੈਟਰ ਸੀਗਾ, ਕੋਰਟ ਉਹਨੂੰ ਬਰੀ ਕਰ ਚੁੱਕੀ ਹੈ। ਉਸ ਚੀਜ਼ ਦੇ ਉੱਤੇ ਦੁਬਾਰਾ ਗੌਰ ਕਰਨਾ ਤੇ ਕੋਰਟ 'ਚ ਕੀਤਾ ਜਾ ਸਕਦਾ ਸੀ, ਉਹਦਾ ਸਮਾਂ ਲੰਘ ਗਿਆ। ਕੋਈ ਬੰਦਾ ਉੱਠ ਕੇ ਕਹਿ ਦੂਗਾ ਜੀ, ਮੈਂ ਦੇਖੋ ਹਰ ਬੰਦੇ ਦਾ ਇੱਕ ਪਾਸਟ ਹੈ, ਮੇਰੇ ਤੇ ਵੀ 5-7 ਪਰਚੇ ਰਹੇ ਹੋਣਗੇ, ਸਕੂਲ ਟਾਈਮ, ਕਾਲਜ ਟਾਈਮ, ਹਰ ਬੰਦੇ ਦੇ ਲੜਾਈਆਂ ਝਗੜੇ ਹੁੰਦੇ ਨੇ, ਹਰ ਬੰਦੇ ਦੇ ਨਾਲ ਇੱਕ ਪਾਸਟ ਜੁੜਿਆ। ਉਹਦਾ ਫਿਊਚਰ ਜਿਹੜਾ ਉਹਦਾ ਪ੍ਰੈਜ਼ੈਂਟ ਹੈ, ਉਹਨੂੰ ਵੇਖ ਕੇ ਤੁਰਨਾ ਚਾਹੀਦਾ ਕਿ ਹੁਣ ਚੰਗਾ ਕੰਮ ਕਰ ਸਕਦਾ। ਤੁਸੀਂ ਜ਼ਿੰਦਗੀ 'ਚ ਗਲਤੀ ਨਹੀਂ ਕੀਤੀ ਹੋਊਗੀ, ਇਹਨਾਂ ਜ਼ਿੰਦਗੀ 'ਚ ਕੋਈ ਗਲਤੀ ਨਹੀਂ ਕੀਤੀ ਹੋਊਗੀ, ਇਹਦਾ ਮਤਲਬ ਇਹ ਤਾਂ ਨਹੀਂ ਕਿ ਅੱਗੋਂ ਬੰਦੇ ਨੂੰ ਕੋਈ ਚੰਗਾ ਕੰਮ ਕਰਨ ਦਾ ਜਿਹੜਾ ਮੌਕਾ ਹੀ ਨਹੀਂ ਦੇਣਾ ਚਾਹੀਦਾ ਔਰ ਚੰਗਾ ਕੰਮ ਉਹਦਾ ਸਲਾਹਿਆ ਨਹੀਂ ਜਾਣਾ ਚਾਹੀਦਾ। ਕੁਝ ਨਿੱਜੀ ਗੱਲਾਂ ਮੈਂ ਵੀ ਸੁਣਦਾ ਸੀਗਾ ਸੋਸ਼ਲ ਮੀਡੀਆ ਦੇ ਉੱਤੇ, ਇਹਨਾਂ ਦੇ ਸਾਥੀ ਜੋ ਵਿਚਾਰ ਕਰਦੇ ਸੀਗੇ। ਹਰ ਬੰਦਾ ਦੇਖਦਾ ਕਿ ਗੁੱਗੂ ਕਿੱਥੇ ਪਹੁੰਚ ਗਿਆ ਤੇ ਮੈਂ ਕਿੱਥੇ ਖੜਾ ਹਾਂ। ਇਹ ਸਾੜਾ ਨਹੀਂ ਰੱਖਣਾ ਚਾਹੀਦਾ, ਤੁਹਾਨੂੰ ਉਹਦੇ ਨਾਲ ਦੀ ਜੇਦ ਕਰਨੀ ਚਾਹੀਦੀ ਔਰ ਉਸ ਤਰੀਕੇ ਕੰਮ ਕਰਨਾ ਚਾਹੀਦਾ। ਚਲੋ ਬਿਲਕੁਲ ਜੀ, ਇਹ ਸੀ ਤੁਹਾਡੇ ਨਾਲ ਵੀ ਸਭ ਤੋਂ ਮੰਨਾ ਜੀ ਮੰਨਾ ਆਏ ਸੀ, ਸੱਚੇ ਤੌਰ ਤੇ ਆਏ ਸੀ। ਉਹਨਾਂ ਨੂੰ ਇੱਕ ਸ਼ਲਾਘਾ ਦੇਣ, ਪਹਿਲਾਂ ਪੁਲਿਸ ਨਾਲ ਵਿਵਾਦ ਰਿਹਾ, ਫਿਰ ਹੁਣ ਇੱਥੇ ਸਾਡੇ ਨਾਲ ਹੋਰ ਵੀ ਸਮਾਜ ਸੇਵੀ ਜੋ ਲੋਕ ਇੱਥੇ ਆਏ ਨੇ, ਉਹਨਾਂ ਦਾ ਕਹਿਣਾ ਹੈ ਕਿ ਜੋ ਰਿੰਦਰ ਸਿੰਘ ਜੀ ਨੇ ਜਿਹੜੇ ਸੋਸ਼ਲ ਮੀਡੀਆ ਤੇ ਉਹਦੇ ਵਿੱਚ ਦੁਬਾਰਾ ਸਾਰਾ ਕੁਝ ਖੋਲਿਆ ਜਾਵੇਗਾ ਤੇ ਗੱਗੂ ਨੂੰ ਤੇ ਉਹਨਾਂ ਦੇ ਸਾਥੀਆਂ ਨੂੰ ਸਜ਼ਾ ਦਵਾਈ ਜਾਏਗੀ। ਕੀ ਕਹਿਣਾ ਚਾਹੁੰਦੇ? ਹਾਂਜੀ, ਉਹ ਮੈਂ ਆਲਰੇਡੀ ਪਹਿਲਾਂ ਵੀ ਅਸੀਂ ਗੱਲ ਕਰ ਚੁੱਕਾ ਹਾਂ ਕਿ ਦੇਖੋ ਇਹ ਲੋਕ ਨੇ ਜਿਹੜੇ ਸਮਾਜ 'ਚ ਅੱਗ ਫੈਲਾਉਂਦੇ ਨੇ ਔਰ ਪਹਿਲੀ ਗੱਲ ਇਹਨਾਂ ਦੀ ਸਿਕਿਉਰਿਟੀ ਨਹੀਂ ਚਾਹੀਦੀ। ਇਹਦਾ 20 ਗਨਮੈਨ ਕਿਸ ਵਾਸਤੇ ਦਿੱਤੇ ਨੇ, ਕੀ ਕਰਦੇ ਨੇ? ਸਗੋਂ ਉਹ ਸਿਕਿਉਰਿਟੀ ਤਾਂ ਸਾਡੇ ਹਸਪੀਟਲ ਨੂੰ ਚਾਹੀਦੀ ਹੈ। ਇੰਨਾ ਮਰੀਜ਼ ਇੱਥੇ ਆਉਂਦਾ, ਇਹਨਾਂ ਨੂੰ ਇੰਨੀ ਸਿਕਿਉਰਿਟੀ ਕਿਉਂ ਦਿੱਤੀ ਜਾ ਰਹੀ? ਕੀ ਕਰਦੇ ਨੇ? ਇਹਦਾ ਕੀ ਫਾਇਦਾ? ਦੇਸ਼ ਨੂੰ ਕੀ ਫਾਇਦਾ?
ਸਿਰਫ ਇਹ ਫਾਇਦਾ ਹੈ ਕਿ ਇਦਾਂ ਦੇ ਖਤਰਨਾਕ ਬਿਆਨ, ਜ਼ਹਿਰੀਲੇ ਬਿਆਨ ਜਿਹੜੇ ਨੇ ਉਹ ਮਤਲਬ ਲੋਕਾਂ ਦੇ ਵਿੱਚ ਅੱਗ ਦਾ ਕੰਮ ਕਰਦੇ ਨੇ, ਦੋਨੋਂ ਭਾਈਚਾਰਿਆਂ 'ਚ ਅੱਗ ਫੈਲਾਉਂਦੇ ਨੇ। ਹੁਣ ਇਹ ਇਦਾਂ ਬੋਲੇਗਾ, ਉਧਰੋਂ ਮੈਂ ਇਦਾਂ ਬੋਲਾਂਗਾ, ਤੇ ਕਿਤੇ ਨਾ ਕਿਤੇ ਲੋਕਾਂ ਦੇ ਵਿੱਚ ਵੀ ਇਹ ਚਰਚਾ ਬਣ ਕੇ ਫਿਰ ਦੋਨਾਂ 'ਚ ਨਫ਼ਰਤ ਫੈਲਦੀ। ਅਜੀਤ ਪੁਲੇ ਦਾ ਜਦ ਬਾਰ-ਬਾਰ ਜ਼ਿਕਰ ਹੁੰਦਾ, ਥੋੜਾ ਜਿਹਾ ਚਾਨਣਾ ਪਾਓਗੇ ਕਿਸ ਤਰੀਕੇ ਨਾਲ ਇਹ ਕਿਉਂ ਮਤਲਬ ਉਹਨੂੰ ਜੇਲ੍ਹ ਦੇ ਵਿੱਚ ਮਾਰਿਆ ਗਿਆ, ਜਾਂ ਕੀ ਕਾਰਨ ਰਹੇ, ਜਾਂ ਉਹ ਕਿਉਂ ਨਹੀਂ ਲੋਕ ਉਹਨੂੰ ਪਸੰਦ ਕਰਦੇ? ਉਸ ਕੇਸ ਹੀ ਨਾਮਜ਼ਦ ਜ਼ਰੂਰ ਹੋਏ ਆ। ਉਹ ਕੇਸ ਜਿਹੜਾ 2008 ਵਿੱਚ ਹੋਇਆ ਸੀਗਾ। ਬਾਕੀ ਚਲੋ ਉਹਦਾ ਉਹ ਕਾਨੂੰਨੀ ਜਿਹੜਾ ਹੁੰਦਾ ਉਹ ਤਾਂ ਅਸੀਂ ਨਹੀਂ, ਚਲੋ ਜੋ ਕਾਨੂੰਨੀ ਫਾਈਲ ਆ ਉਹਦੇ ਬਾਰੇ ਜ਼ਿਆਦਾ ਹੀ ਨਹੀਂ, ਕਿਉਂਕਿ ਕਾਨੂੰਨ ਆਪਣੀ ਜਗ੍ਹਾ ਕੰਮ ਕਰਦਾ ਹੈ। ਬਾਕੀ ਜਦੋਂ ਬੰਦਾ ਇੱਕ ਬੜਾ ਮਤਲਬ ਇੱਕ ਰਾਖਸ਼ ਵਿਅਕਤੀ ਦਾ ਬੰਦਾ ਸੀਗਾ, ਛੋਟੀਆਂ ਛੋਟੀਆਂ ਬੱਚੀਆਂ ਨਾਲ ਗੈਂਗ ਰੇਪ ਹੁੰਦੇ ਸੀਗੇ। ਪਾਪੀ ਪੁੱਲਾ ਕਿਹਾ ਜਾਂਦਾ ਜੀ ਅਸੀਂ ਉਹਨੂੰ ਪਾਪੀ ਕਹਿ ਕੇ ਸੰਬੋਧਨ ਕਰਦੇ ਆ ਕਿ ਉਹਦੇ ਕਾਰਜ ਸੀ ਨਾ ਜਿਹੜੇ ਉਹ ਇਹੋ ਜਿਹੇ ਸੀਗੇ। ਹਾਂ, ਛੋਟੀਆਂ ਛੋਟੀਆਂ ਬੱਚੀਆਂ ਨਾਲ ਗੈਂਗ, ਛੋਟੇ ਛੋਟੇ ਬੱਚੇ ਮਾਰੇ ਸੀ ਨਾ, ਗੋਲੀ ਮਾਰ ਦੇਣੀ, ਬੰਦੇ ਨੂੰ ਵੱਢ ਕੇ ਕੱਟ ਕੇ ਦੇਰ 'ਚ ਉਬਾਲ ਕੇ ਖਾ ਜਾਣਾ। ਚਲੋ ਉਸ ਦੇ ਕੀਤੇ ਕਰਮਾਂ ਦਾ ਉਸ ਦੇ ਅਸੀਂ ਇਹ ਕਹਿ ਸਕਦੇ ਕਿ ਉਸ ਦੇ ਕੀਤੇ ਕਰਮਾਂ ਦਾ ਉਹਨੂੰ ਫਲ ਨਿਸ਼ਾਨ ਮਿਲ ਗਿਆ। ਸ਼ਰਮਾ ਨੂੰ ਚਾਹੀਦਾ ਹੈ ਕਿ ਇਦਾਂ ਦੇ ਬੰਦੇ ਦੀ ਵਕਾਲਤ ਕਰਨ ਦਾ ਮਤਲਬ ਇਹ ਕਿ ਤੁਸੀਂ ਵੀ ਉਸੇ ਬਿਰਤੀ ਦੇ ਜੇ, ਤੁਹਾਡੀ ਸੋਚ ਵੀ ਉਦਾਂ ਦੀ ਹੈ ਕਿ ਤੁਸੀਂ ਉਹਦੇ ਨਾਲ ਫਿਰ ਘੱਟ ਨਹੀਂ। ਜੇ ਤੁਸੀਂ ਕਹਿੰਦੇ ਜੇ ਕਿ ਉਹਨਾਂ ਬੰਦਿਆਂ ਨੂੰ ਅਸੀਂ ਸਜ਼ਾ ਦਿਵਾਉਣਾ ਚਾਹੁੰਦੇ ਆ, ਤੇ ਹੁਣ ਉਹ ਕਹਿ ਰਿਹਾ ਕਿ ਮੈਂ ਬਟਾਲੇ ਆ ਕੇ ਪ੍ਰੈਸ ਕਾਨਫਰੰਸ ਕਰਾਂਗਾ। ਦੇਖੋ ਮੈਂ ਪਹਿਲਾਂ ਉਹਦਾ ਬਿਆਨ ਆਇਆ, ਸਾਨੂੰ ਬੜੀ ਖੁਸ਼ੀ ਹੋਈ, ਪਰ ਹੁਣ ਵਾਲੇ ਬਿਆਨ ਦੇ ਵਿੱਚ ਚਲੋ ਵਧੀਆ ਲੱਗਾ ਕਿ ਚਲੋ ਹਰ ਬੰਦੇ ਨੂੰ ਇੱਕ ਸੱਚ ਦਾ ਸਾਥ ਦੇਣਾ ਚਾਹੀਦਾ, ਕੋਈ ਵੀ ਹੋਏ, ਕਿਸੇ ਵੀ ਕੈਟਾਗਰੀ ਦਾ। ਪਰ ਹੁਣ ਜਦੋਂ ਉਹਨਾਂ ਨੇ ਕਿਹਾ ਕਿ ਮੈਂ ਬਟਾਲੇ ਆ ਕੇ ਪ੍ਰੈਸ, ਉੱਥੇ ਦੀ ਪ੍ਰੈਸ ਕਾਨਫਰੰਸ ਜਿਹੜੀ ਸੀ ਉਹ ਪ੍ਰਸ਼ਾਸਨ ਨੇ ਰੋਕ ਦਿੱਤੀ। ਹੁਣ ਕਹਿੰਦਾ ਬਟਾਲੇ ਆ ਕੇ ਕਰਾਂਗਾ, ਪਰ ਬਟਾਲੇ ਆ ਕੇ ਮੈਂ ਉਹਨਾਂ ਨੂੰ ਇਹੀ ਕਹਿੰਦਾ ਕਿ ਬਟਾਲੇ ਆ ਕੇ ਪ੍ਰੈਸ ਕਾਨਫਰੰਸ ਕਰਨੀ ਉਹਦਾ ਕਿ ਸੁਪਨਾ ਵਾ, ਇੱਥੇ ਆ ਕੇ ਵੜ ਕੇ ਵਿਖਾਲੇ, ਫਿਰ ਅਸੀਂ ਇਹਨੂੰ ਦੱਸਾਂਗੇ ਕਿ ਮਤਲਬ ਕਿਸੇ ਇਹੋ ਜਿਹੇ ਬੰਦੇ ਦੀ ਵਕਾਲਤ ਕਰਨੀ ਕਿੰਨੀ ਮਹਿੰਗੀ ਪੈਂਦੀ ਹੈ। ਇਹ ਨਹੀਂ ਵੀ ਅਸੀਂ ਕੋਈ ਕਾਨੂੰਨ ਨੂੰ ਹੱਥ 'ਚ ਲਵਾਂਗੇ, ਪਰ ਇਹੋ ਜਿਹੇ ਬੰਦਿਆਂ ਦੀ ਇਹੀ ਸਜ਼ਾ ਵਾ ਕਿ ਇਹਨਾਂ ਕੱਲ ਨੂੰ ਜੇ ਫਿਰ ਅਸੀਂ ਕੋਈ ਸਖਤ ਸਟੈਪ ਚੁੱਕ ਲੈਂਦੇ ਆ, ਐਵੇਂ ਕਿਸੇ ਦਾ ਇੱਥੇ ਫੜ ਕੇ ਫਿਰ ਮੂੰਹ ਕਾਲਾ ਕਰਕੇ ਫਿਰ ਇਹੋ ਜਿਹੇ ਬੰਦੇ ਦੀ ਵੀਡੀਓ ਬਣਾ ਕੇ ਪਾ ਦਈਏ, ਫਿਰ ਕਹਿੰਦਾ ਬਹੁਤ ਮਾੜਾ ਕਰਦੀ ਨੇ ਨਵਤੇਜ ਸਿੰਘ। ਮੁੱਖ ਗੱਲ ਇਹ ਅੱਛਾ ਵੀਰ ਜੀ, ਇੱਕ ਗੱਲ ਹੋਰ ਹੈ, ਮਤਲਬ ਹਸਪੀਟਲ ਖੁੱਲ੍ਹਣ ਜਾ ਰਿਹਾ, ਕੀ ਕਹਿਣਾ ਚਾਹੋਗੇ ਪਬਲਿਕ ਨੂੰ? ਹਸਪੀਟਲ ਦੇ ਮਨਜੀਤ ਸਿੰਘ ਮੰਨਾ ਜੀ ਵੀ ਇੱਥੇ ਪਹੁੰਚੇ, ਤੁਸੀਂ ਦੇਖ ਸਕਦੇ ਹੋ ਕਿ ਨਵਤੇਜ ਸਿੰਘ ਗੱਗੂ ਨੂੰ ਮਿਲਣ ਲਈ ਪਹੁੰਚੇ ਨੇ, ਸਨਮਾਨ ਕਰਨ ਲਈ ਪਹੁੰਚੇ ਨੇ। ਅੱਜ ਇਹ ਹਸਪਤਾਲ ਫਿਰ ਦੁਬਾਰਾ ਸ਼ੁਰੂ ਕੀਤਾ ਗਿਆ। ਸਭ ਤੋਂ ਪਹਿਲਾਂ ਮਨਜੀਤ ਸਿੰਘ ਮੰਨਾ ਨਾਲ ਕਰਕੇ ਗੱਲ ਕਰਦੇ, ਉਸ ਤੋਂ ਬਾਅਦ ਨਵਤੇਜ ਗੱਗੂ ਨੂੰ ਫਿਰ ਇੱਕ ਗੱਲ ਕਰਾਂਗੇ। ਮੰਨਾ ਜੀ, ਕੀ ਕਹਿਣਾ ਚਾਹੋਗੇ? ਕੀ ਲੱਗਦਾ ਹੈ ਕਿਉਂ ਸਮਾਜ ਸੇਵਾ ਦੇ ਕੰਮਾਂ 'ਚ ਰੁਕਾਵਟਾਂ ਖੜੀਆਂ ਹੋਈਆਂ? ਪ੍ਰੋਫੈਸ਼ਨਲ ਪੋਲਿਟਿਕਸ ਚੱਲਦੀ ਹੈ। ਜਿਹੜੇ ਪ੍ਰੋਫੈਸ਼ਨਲ ਪੋਲੀਟੀਸ਼ੀਅਨ ਨੇ ਆਪਣੇ ਬੱਚਿਆਂ ਨੂੰ ਅੱਗੇ ਲੈ ਆਓ, ਦੂਜਾ ਉਹ ਇਹਨਾਂ ਕੁਰਸੀਆਂ ਨੂੰ ਛੱਡਣਾ ਹੀ ਨਹੀਂ ਚਾਹੁੰਦੇ। ਜਦੋਂ ਸਮਾਜ ਸੇਵੀ ਕੋਈ ਕੰਮ ਕਰਦੇ ਨੇ ਤਾਂ ਉਹਨਾਂ ਨੂੰ ਖਤਰਾ ਕਿ ਲੋਕ ਇਹਨਾਂ ਦੀ ਇੱਜ਼ਤ ਕਰ ਰਹੇ ਨੇ, ਲੋਕ ਇਹਨਾਂ ਨਾਲ ਜੁੜ ਰਹੇ ਨੇ। ਮੇਰੀ ਉਹਨਾਂ ਨੂੰ ਬੇਨਤੀ ਹੈ ਕਿ ਕਿਸੇ ਨੂੰ ਸੜਨ ਦੀ ਬਜਾਏ ਤੁਸੀਂ ਸਹੀ ਤਰੀਕੇ ਨਾਲ ਅਗਲੇ ਦੀ ਰੀਸ ਕਰਿਆ ਕਰੋ, ਇਸ ਤਰੀਕੇ ਦੇ ਕੰਮ ਕਰਿਆ ਕਰੋ। ਜਿਸ ਦਿਨ ਇਹ ਹਸਪਤਾਲ ਬੰਦ ਕੀਤਾ ਸੀਗਾ, ਮੇਰੇ ਮਨ 'ਚ ਬੜਾ ਰੋਹ ਸੀਗਾ। ਇਹਨਾਂ ਦੇ ਭਾਈ ਸਾਹਿਬ ਨਾਲ ਮੇਰੀ ਗੱਲ ਵੀ ਹੋਈ ਸੀ ਕਿ ਮੈਂ ਇੱਥੇ ਆਉਣਾ ਚਾਹੁੰਦਾ। ਕੋਰਟ ਦਾ ਇੱਕ ਪ੍ਰੋਸੈਸ ਚੱਲ ਰਿਹਾ ਸੀਗਾ ਕਿ ਇਹਨਾਂ ਨੂੰ ਉੱਥੋਂ ਬੇਲ ਲੈਣੀ ਪੈਣੀ ਸੀਗੀ। ਸਾਨੂੰ ਵੀ ਇਹ ਕਿਹਾ ਗਿਆ ਕਿ 2-3 ਦਿਨ ਆਉਣ ਦੀ ਲੋੜ ਨਹੀਂ, ਇੱਥੇ ਬੇਲ ਹੋ ਜਾਣੀ ਹੈ। ਪਰ ਮੇਰੇ ਮਨ 'ਚ ਸਭ ਤੋਂ ਵੱਡਾ ਰੋਸ ਇਹ ਸੀ, ਹਸਪਤਾਲ ਕੋਈ ਬੰਦ ਕੀਤਾ ਗਿਆ। ਕੀ ਗੱਲ ਇੱਥੇ ਕੋਈ ਲੁੱਟਿਆ ਜਾ ਰਿਹਾ ਸੀ ਲੋਕਾਂ ਨੂੰ? ਕੋਈ ਮਤਲਬ ਇੱਥੇ ਕੋਈ ਕੰਪਲੇਂਟ ਸੀਗੀ, ਇੱਥੇ ਕੋਈ ਗਲਤ ਧੰਦਾ ਹੋ ਰਿਹਾ ਸੀਗਾ? ਜਦੋਂ ਕਰੋਨਾ ਦੀ ਆੜ 'ਚ ਤੁਸੀਂ ਹਸਪੀਟਲ ਨੂੰ ਬੰਦ ਕੀਤਾ, ਫਿਰ ਗੁੱਗੂ ਦੇ ਕੋਈ ਨਵੇਂ ਸੂਲ ਸੀਗੇ? ਇਹ ਜਿਹੜਾ ਹਿਊਮੈਨਿਟੀ ਹਸਪਤਾਲ ਹੈ, ਇਹਦੇ ਲਈ ਵੱਖਰੇ ਰੂਲ ਕਿਉਂ ਸੀ? ਕੈਪਟਨ ਅਮਰਿੰਦਰ ਸਿੰਘ ਸਟਾਰਟਿੰਗ 'ਚ ਦੇਖੋ ਕਰੋਨਾ ਦਾ ਜਦੋਂ ਇਹ ਆਇਆ ਸੂਬੇ ਦੇ ਵਿੱਚ, ਉਹਨਾਂ ਦੀ ਇੱਕ ਸਖਤ ਸਟੇਟਮੈਂਟ ਸੀ ਕਿ ਮੈਂ ਪੰਜਾਬ ਦਾ ਕੋਈ ਪ੍ਰਾਈਵੇਟ ਹਸਪੀਟਲ ਬੰਦ ਨਹੀਂ ਹੋਣ ਦੇਣਾ, ਕਿਸੇ ਦੀ ਓਪੀਡੀ ਬੰਦ ਨਹੀਂ ਹੋਣ ਦੇਣੀ। ਜਦੋਂ ਡਾਕਟਰ ਡਰਦੇ ਸੀਗੇ ਤੇ ਫਿਰ ਇਹਨਾਂ ਲਈ ਕੋਈ ਵੱਖਰਾ ਸੀਗਾ? ਤੁਸੀਂ ਉਹਨਾਂ ਦੇ ਹੁਕਮਾਂ ਦੀਆਂ ਧੱਜੀਆਂ ਡਾਉਂਦੇ ਹੋਏ ਹਸਪਤਾਲ ਬੰਦ ਕੀਤਾ। ਇਸ ਆੜ ਦੇ ਵਿੱਚ ਕਿ ਅੰਦਰ ਕੋਈ ਕਰੋਨਾ ਪੇਸ਼ੈਂਟ ਸੀ, ਉਹਨਾਂ ਦੇ ਪੋਜ਼ਿਟਿਵ ਆ ਗਏ। ਹੁਣ ਮੇਰੇ ਸਵਾਲ ਨੇ ਕਿ ਮਤਲਬ ਸਰਕਾਰ ਲਈ ਆਪਣੇ ਰੂਲ ਵੱਖਰੇ ਨੇ ਤੇ ਜੇ ਕੋਈ ਸਮਾਜ ਸੇਵਾ ਕਰਦਾ ਉਹਦੇ ਲਈ ਰੂਲ ਵੱਖਰੇ ਨੇ। ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਐਸਐਸਪੀ ਵਿਜੀਲੈਂਸ ਦੇ ਦਫ਼ਤਰ, ਉਹਨਾਂ ਦਾ ਰੀਡਰ ਜਿਹੜਾ ਕਰੋਨਾ ਪੋਜ਼ਿਟਿਵ ਆ ਗਿਆ, ਕੀ ਗੱਲ ਉਹ ਹਸਪਤਾਲ ਕਿਉਂ ਨਹੀਂ ਬੰਦ ਕੀਤਾ ਤੁਸੀਂ 15 ਦਿਨ ਲਈ? ਉਸ ਤੋਂ ਬਾਅਦ ਜੇਆਈਸੀ ਦਫ਼ਤਰ ਹੈ, ਮਿਸਟਰ ਕੁੰਵਰ ਵਿਜੇ ਪ੍ਰਤਾਪ ਉੱਥੇ ਬਹਿੰਦੇ ਨੇ, ਉੱਥੇ ਇੱਕ ਬੰਦਾ ਪੋਜ਼ਿਟਿਵ ਆ ਗਿਆ, ਤੁਸੀਂ ਉਹਨੂੰ ਮਤਲਬ ਕਿਉਂ ਨਹੀਂ ਕੀਤਾ ਕੁਆਰੰਟਾਈਨ? ਅੰਮ੍ਰਿਤਸਰ ਇੰਪਰੂਵਮੈਂਟ ਟਰਸਟ ਦੇ ਵਿੱਚ ਕੋਈ ਬੰਦਾ ਪੋਜ਼ਿਟਿਵ ਆ ਗਿਆ, ਤੁਸੀਂ ਉਹਨੂੰ ਕੁਆਰੰਟਾਈਨ ਕਿਉਂ ਨਹੀਂ ਕੀਤਾ ਗਿਆ? ਕੁਆਰੰਟਾਈਨ ਬੰਦੇ ਨੂੰ ਕੀਤਾ ਜਾਂਦਾ। ਇਮਾਰਤ ਜਿਹੜੀ ਸੈਨੀਟਾਈਜ਼ ਕੀਤੀ ਜਾਂਦੀ ਆ, ਤੁਸੀਂ ਇਹਨੂੰ ਸੈਨੀਟਾਈਜ਼ ਕਰਾ ਲੈਂਦੇ। ਹਸਪਤਾਲ ਕਿਉਂ? ਕਿਹੜੀ ਸਾਜ਼ਿਸ਼ ਨਾਲ? ਕੀ ਇਹਨੂੰ ਨੀਵਾਂ ਪਾਉਣਾ ਚਾਹੁੰਦੇ ਹੋ? ਕੀ ਮਤਲਬ ਤੁਹਾਡੇ ਮਨ ਦੇ ਵਿੱਚ ਮਨਸ਼ ਹੈ? ਜੇ ਇਹ ਚੰਗੇ ਕੰਮ ਕਰਦਾ ਤਾਂ ਤੁਸੀਂ ਇਹਦੀ ਰੀਸ ਕਰੋ ਨਾ, ਇਹਦੇ ਕੰਮਾਂ ਤੋਂ ਸੜੋ ਨਾ, ਇਹਨੂੰ ਰੋਕਣ ਦੀ ਕੋਸ਼ਿਸ਼ ਨਾ ਕਰੋ। ਜਿੰਨਾ ਤੁਸੀਂ ਕਿਸੇ ਤੇ ਦਬਾਅ ਬਣਾਓਗੇ, ਮੈਨੂੰ ਅੱਜ ਪਹਿਲੀ ਵਾਰੀ ਮੌਕਾ ਮਿਲਿਆ ਇਹਨਾਂ ਨੂੰ ਮਿਲਣ ਦਾ ਵੀ, ਇਸ ਹਸਪਤਾਲ ਦੇ ਵਿੱਚ ਆਉਣ ਦਾ ਵੀ ਅੱਜ ਦੁਬਾਰਾ ਸ਼ੁਰੂ ਹੋਣ ਜਾ ਰਿਹਾ। ਜਿੱਥੇ ਕਿਤੇ ਵੀ ਕੋਈ ਲੋਕਾਂ ਦਾ ਧੱਕਾ ਹੁੰਦਾ, ਮੈਂ ਸਮੂਹ ਦੁਨੀਆ ਨੂੰ ਅਪੀਲ ਕਰਦਾ ਕਿ ਇੱਕ ਦੂਜੇ ਦਾ ਸਾਥ ਦਿਆ ਕਰੋ, ਨਹੀਂ ਤੇ ਇਹਨਾਂ ਪ੍ਰੋਫੈਸ਼ਨਲ ਲੋਕਾਂ ਨੇ ਤੁਹਾਡਾ ਬੇੜਾ ਗਰਕ ਕਰ ਦਿੱਤਾ। ਦੋ ਚੀਜ਼ਾਂ ਸਮਾਜ ਦੇ ਵਿੱਚ ਸਾਡੀਆਂ ਅੱਜ ਮੁੱਢਲੀਆਂ ਨੇ, ਜਿਸ ਦਿਨ ਇਹ ਦੋ ਚੀਜ਼ਾਂ ਸੁਧਰ ਜਾਣਗੀਆਂ, ਹਿੰਦੁਸਤਾਨ ਦਾ ਨਕਸ਼ਾ ਹੀ ਬਦਲ ਸਕਦਾ। ਨੰਬਰ 1 ਐਜੂਕੇਸ਼ਨ। ਸਤਿ ਸ੍ਰੀ ਅਕਾਲ।
ਇੱਕ ਐਜੂਕੇਸ਼ਨ, ਗਰੀਬ ਬੱਚਿਆਂ ਨੂੰ ਪੜ੍ਹਨ ਹੀ ਨਹੀਂ ਦਿੱਤਾ ਜਾਂਦਾ। ਜਦੋਂ ਵੀ ਦੁਨੀਆ ਦੇ ਵਿੱਚ ਬਦਲਾਅ ਆਉਂਦਾ, ਗਰੀਬ ਲੈ ਕੇ ਆਉਂਦਾ, ਤਗੜੇ ਨੂੰ ਤੇ ਲੋੜ ਹੀ ਨਹੀਂ ਬਾਹਰ ਨਿਕਲਣ ਦੀ, ਉਹਦੀ ਤੇ ਰੋਟੀ ਪਾਣੀ ਵੀ ਚੱਲਦੀ, ਉਹਦੇ ਸਾਰੇ ਸੁੱਖ ਸਾਧਨ ਵੀ ਚੱਲਦੇ ਨੇ। ਗਰੀਬ ਬੱਚਿਆਂ ਨੂੰ ਪੜ੍ਹਨ ਨਹੀਂ ਦਿੱਤਾ ਜਾਂਦਾ। ਦੂਜਾ, ਮੈਡੀਕਲ ਸੇਵਾਵਾਂ ਕਿਤੇ ਵੀ ਨਹੀਂ ਹੈਗੀਆਂ ਹਿੰਦੁਸਤਾਨ ਦੇ ਵਿੱਚ। ਸਰਕਾਰੀ ਹਸਪਤਾਲਾਂ ਦੇ ਤੁਸੀਂ ਹਾਲਾਤ ਵੇਖ ਸਕਦੇ ਹੋ। ਇਹਨੂੰ ਮੈਂ ਕਹਿੰਦਾ ਗੁੱਗੂ ਹਸਪਤਾਲ ਬੰਦ ਕਰ ਦੂਗਾ। ਸਰਕਾਰ ਬੀੜਾ ਚੁੱਕੇ ਕਿ ਇਹਦੇ ਨਾਲ ਦੇ ਜਿੰਨੇ ਸਰਕਾਰੀ ਹਸਪਤਾਲ ਨੇ ਸਾਰੇ ਇਹੋ ਜਿਹੇ ਕਰ ਦਿਆਂਗੇ। ਮੈਂ ਇੱਥੇ ਆ ਕੇ ਨਾਲ ਭਰਾ ਨੂੰ ਬੇਨਤੀ ਕਰਕੇ ਤਾਲਾ ਲਵਾਉਂ, ਪਹਿਲਾਂ ਤੁਸੀਂ ਆਪਣੀਆਂ ਸਿਹਤ ਸੇਵਾਵਾਂ ਤੇ ਸੁਧਾਰੋ। ਤੁਸੀਂ ਲੋਕਾਂ ਮੰਨਾ ਜੀ ਮੈਡੀਕਲ ਲਾਈਨ ਦੇ ਵਿੱਚ ਹੀ ਕਿਉਂ ਲੁਧਿਆਣੇ ਦੇ ਵਿੱਚ ਉਹ ਖੋਲੀ ਗਈ ਮੈਡੀਕਲ ਸਟੋਰ, ਉੱਥੇ ਦਵਾਈਆਂ ਸਸਤੀਆਂ ਮਿਲਣੀਆਂ ਸ਼ੁਰੂ ਹੋਈਆਂ, ਲੋਕਾਂ ਨੇ ਉੱਥੋਂ ਦਵਾਈਆਂ ਖਰੀਦਣੀਆਂ ਸ਼ੁਰੂ ਹੋਈਆਂ। ਕੁਝ ਦਿਨਾਂ ਬਾਅਦ ਹੱਲਾ ਗੁੱਲਾ ਹੋ ਗਿਆ, ਉਹਦੇ ਉੱਤੇ ਵੀ ਦਬਾਅ ਬਣ ਗਿਆ। ਇਸ ਤਰ੍ਹਾਂ ਹੀ ਨਵਤੇਜ ਗੱਗੂ ਜਿਨ੍ਹਾਂ ਨੇ ਹਸਪਤਾਲ ਸ਼ੁਰੂ ਕੀਤਾ, ਫ੍ਰੀ ਇਲਾਜ ਸ਼ੁਰੂ ਕੀਤੇ, ਲੱਖ ਰੁਪਏ ਦਾ ਆਪਰੇਸ਼ਨ 6500 ਚ ਹੋਣਾ ਸ਼ੁਰੂ ਹੋ ਗਿਆ, 500 ਦੀ ਦਵਾਈ 50 ਰੁਪਏ ਚ ਮਿਲਣੀ ਸ਼ੁਰੂ ਹੋ ਗਈ। ਪਰ ਇਹਨਾਂ ਦੇ ਉੱਤੇ ਵੀ ਉਹੀ ਦਬਾਅ ਬਣਨੇ ਸ਼ੁਰੂ ਹੋ ਗਿਆ। ਕੀ ਸਮਝਦੇ ਹੋ ਕਿਉਂ? ਮੈਂ ਫਿਰ ਇੱਕ ਗੱਲ ਕਹਿ ਰਿਹਾ ਜੀ, ਇਹ ਮਾਫੀਆ ਬੜਾ ਹਾਵੀ ਹੈ। ਇਹ ਹਰ ਚੀਜ਼ 'ਚ ਮਾਫੀਆ, ਸਿਆਸਤ 'ਚ ਮਾਫੀਆ, ਜਿਹੜੇ ਵੀ ਕੰਮ ਕਰਨ ਵਿੱਚ ਮਾਫੀਆ। ਪਹਿਲੀ ਗੱਲ, ਜੇ ਮੈਡੀਕਲ ਸਟੋਰ ਹੈ ਤੇ ਡਾਕਟਰ ਆਪਣਾ ਸਾਲਟ ਕਿਉਂ ਨਹੀਂ ਲਿਖਦਾ? ਉਹਨੂੰ ਕੀ ਜ਼ਰੂਰਤ ਹੈ ਆਪਣੀਆਂ ਦਵਾਈਆਂ ਪ੍ਰਿੰਟ ਕਰਾ ਕੇ ਲਿਖਣ ਦੀ? ਮਤਲਬ ਇਹ ਉੱਠਣ ਹੀ ਨਹੀਂ ਦੇਣਾ ਚਾਹੁੰਦੇ। ਔਰ ਮੈਂ ਅੰਮ੍ਰਿਤਸਰ ਦੇ ਵਿੱਚ ਐਡਾ ਵੱਡਾ ਘਪਲਾ ਜਿਹੜਾ ਕੱਢਿਆ, EMC ਤੇ ਤੁੱਲੀ ਦਾ ਅੱਜ ਪਰਚਾ ਹੋਇਆ, ਇੱਕ ਬੰਦੇ ਦੀ ਸਟੇਟਮੈਂਟ ਮੈਨੂੰ ਵਿਖਾ ਦਿਓ ਹਸਪੀਟਲ ਦੇ ਖਿਲਾਫ ਆਈ ਹੋਵੇ। ਕਾਰਨ ਕੀ ਹੈ ਕਿ ਜਦੋਂ ਵੀ ਹਸਪੀਟਲ ਵਾਲੇ ਨੇ ਇਲੈਕਸ਼ਨ ਆਉਂਦੀ ਹੈ 2-4-5 ਲੱਖ ਰੁਪਈਆ ਸਾਡੇ ਵਰਗੇ ਲੀਡਰਾਂ ਨੂੰ ਦਿੰਦੇ ਨੇ। ਅਸੀਂ ਬੜੀ ਕੁੱਤੀ ਜਮਾਤ ਦੇ ਲੋਕ ਆ। ਮੈਂ ਫਿਰ ਤੁਹਾਨੂੰ ਕਹਿਣ ਲੱਗਾ, ਮੈਂ ਉਦੋਂ ਵੀ ਬੋਲ ਕੇ ਹਟਿਆ ਸੀਗਾ ਕਿ ਸਾਡਾ ਕੀ ਮਕਸਦ ਹੈ। ਮੇਰਾ ਕੋਈ ਭੈਣ ਭਰਾ ਦਾਖਲ ਹੈ, ਮੈਂ ਫੋਨ ਕਰਦਾ ਜੀ ਇਹਦਾ ਖਿਆਲ ਰੱਖਿਓ ਜੀ, ਇਹਦੇ ਕੋਲ ਬਿੱਲ ਘੱਟ ਲੈ ਲਿਓ ਜੀ। ਉਹ ਬਿੱਲ ਮੇਰੇ ਕਹਿਣ ਤੇ ਘੱਟ ਕਰ ਦੇਣਗੇ, ਉਹਦੇ ਬਦਲੇ ਮੈਂ ਸਾਰਾ ਸ਼ਹਿਰ ਇਹਨਾਂ ਦੇ ਹਵਾਲੇ ਕਰ ਦਿੰਦਾ। ਲੁੱਟ ਲਓ। ਇਹਨਾਂ ਲੀਡਰਾਂ ਨੂੰ ਆਪਣਾ ਜ਼ਮੀਰ ਜਗਾਉਣਾ ਚਾਹੀਦਾ, ਨਹੀਂ ਤੇ ਇਹ ਤਿਆਰ ਰਹਿਣ, ਇਹੋ ਜਿਹੇ ਸਮਾਜ ਸੇਵੀ ਅੱਗੇ ਆਉਂਦੇ ਰਹਿਣਗੇ ਔਰ ਇਹਨਾਂ ਨੂੰ ਸੱਤਾ ਤੋਂ ਲਾਂਭੇ ਕਰਦੇ। ਮੈਂ ਤੇ ਹਰ ਜਿਹੜਾ ਬੰਦਾ NGO ਚਲਾਉਂਦਾ, ਮੇਰੀ ਉਹਨੂੰ ਬੇਨਤੀ ਹੈ, ਮੇਰੀ ਇਹਨਾਂ ਨੂੰ ਵੀ ਬੇਨਤੀ ਹੈ ਕਿ ਕੱਲਾ ਹਸਪਤਾਲ ਚਲਾ ਕੇ ਸਾਰੇ ਸਮਾਜ ਦੇ ਦੁੱਖ ਨਹੀਂ ਜਿਹੜੇ ਦੂਰ ਕੀਤੇ ਜਾ ਸਕਦੇ। ਸਿਰਫ ਦੁਨੀਆ ਬਿਮਾਰ ਹੀ ਨਹੀਂ ਹੈਗੀ, ਦੁਨੀਆ ਕੋ ਰੋਟੀ ਵੀ ਨਹੀਂ ਹੈਗੀ, ਦੁਨੀਆ ਕੋ ਪੜ੍ਹਾਈ ਵੀ ਨਹੀਂ ਹੈਗੀ, ਦੁਨੀਆ ਕੋ ਕੰਮਕਾਰ ਵੀ ਨਹੀਂ ਹੈਗਾ। ਇਹਦੇ ਨਾਲ ਸਿਆਸਤ ਦਾ ਹਿੱਸਾ ਬਣੋ। ਜਿਹੜਾ ਬੰਦਾ ਵੀ NGO ਚਲਾਉਂਦਾ, ਉਹਨੂੰ ਇੱਕ ਆਪਣਾ ਪੋਲੀਟੀਕਲ ਵਿੰਗ ਤਿਆਰ ਕਰਨਾ ਪਊਗਾ ਤਾਂ ਜੋ ਲੋਕਾਂ ਨੂੰ ਜਾਗਰੂਕ ਕਰ ਸਕਣ। ਮੈਂ ਨਹੀਂ ਕਹਿੰਦਾ ਇਹ ਇਲੈਕਸ਼ਨ ਲੜਨ, ਮੈਂ ਇਲੈਕਸ਼ਨ ਲੜਾਂ, ਪਰ ਲੋਕਾਂ ਨੂੰ ਜਾਗਰੂਕ ਕਰਨਾ ਬੜਾ ਜ਼ਰੂਰੀ ਹੈ। ਜਿਵੇਂ ਤੁਸੀਂ ਗਰੀਬਾਂ ਦੇ ਇਲਾਜ ਕਰਦੇ ਹੋ, ਉਸੇ ਤਰੀਕੇ ਗਰੀਬਾਂ ਦੇ ਬੱਚਿਆਂ ਨੂੰ ਲੀਡਰ ਬਣਾਓ। ਉਹਨਾਂ ਨੂੰ ਕਹੋ ਜੇ ਤੁਹਾਨੂੰ ਨੌਕਰੀ ਨਹੀਂ ਮਿਲ ਸਕਦੀ, ਤੁਹਾਨੂੰ ਕੁਝ ਨਹੀਂ ਹੋ ਸਕਦਾ, ਤੇ ਆਪਣੀ ਜ਼ਿੰਦਗੀ ਸਮਾਜ ਦੇ ਲੇਖੇ ਲਾਓ। ਮੈਂ ਬਾਰ-ਬਾਰ ਪੰਜਾਬੀਆਂ ਨੂੰ ਕਹਿਣਾ ਕਿ ਇੱਕ ਪੀੜ੍ਹੀ ਨੂੰ ਤੁਹਾਨੂੰ ਕੁਰਬਾਨੀ ਦੇਣੀ ਪੈਣੀ ਆ। ਸਾਡੇ ਤੇ ਪੋਲੀਟੀਕਲ ਮਾਫੀਆ ਏਡਾ ਹਾਵੀ ਆ ਕਿ ਮੇਰੀ ਰੋਜੀ ਰੋਟੀ ਨਾ ਚੱਲਦੀ ਹੋਵੇ ਤੇ ਮੈਂ ਘਰ 'ਚ ਕਰਿਆਨੇ ਦੀ ਦੁਕਾਨ ਵੀ ਕਰਨੀ ਹੋਵੇ ਤੇ ਮੈਨੂੰ ਕਾਉਂਸਲਰ ਨੂੰ ਸਲੂਟ ਮਾਰਨਾ ਪਊਗਾ, ਮੈਨੂੰ MLA ਨੂੰ ਸਲੂਟ ਮਾਰਨਾ ਪਊ, ਉਹਦੀ ਇਜਾਜ਼ਤ ਲੈਣੀ ਪਊਗੀ। ਇਹ ਮਾਫੀਆ ਹੈ, ਟੈਰਰਿਜ਼ਮ ਹੈ। ਇਹਦੇ ਲਈ ਲੋਕਾਂ ਨੂੰ ਆਪ ਤਿਆਰ ਹੋਣਾ ਪਊਗਾ। ਇੱਕ ਪੀੜ੍ਹੀ ਕੁਰਬਾਨੀ ਦਊਗੀ ਤੇ ਅਗਲੀ ਪੀੜ੍ਹੀ ਸਾਡੀ ਯਾਦ ਹੋਣੀ ਆ। ਨਹੀਂ ਤੇ ਸਾਡੀ ਤੇ ਗੁਲਾਮੀ 'ਚ ਨਿਕਲ ਗਈ ਆ। ਕਦੀ ਇਹ MLA ਨੂੰ ਫੋਨ ਕਰਨਗੇ, ਕਦੀ ਮੈਂ ਕਿਸੇ ਮੰਤਰੀ ਦੇ, ਮੇਰੇ ਮੁੰਡੇ ਗੇੜੇ ਕੱਢਦੇ ਫਿਰਨਗੇ ਬੱਚੇ ਮੇਰੇ। ਇੱਕ ਪੀੜ੍ਹੀ ਕੁਰਬਾਨੀ ਦਊਗੀ ਤੇ ਮੈਂ ਕਹੂੰਗਾ ਵੀ ਅਗਲੀ ਪੀੜ੍ਹੀ ਯਾਦ ਹੋ ਜੂਗੀ। ਕਾਗਜ਼ਾਂ 'ਚ ਸਾਨੂੰ ਆਜ਼ਾਦੀ ਮਿਲੀ ਆ 47 'ਚ, ਅੱਜ ਤੱਕ ਅਸੀਂ ਯਾਦ ਨਹੀਂ। ਜੀ ਬਿਲਕੁਲ, ਕਿਤੇ ਨਾ ਕਿਤੇ ਆਪਣਾ ਜ਼ਮੀਰ ਜਗਾ ਖਿਲਾਫ ਖੁਦ ਸਾਨੂੰ ਖੜਨ ਦੀ ਲੋੜ ਹੈ। ਤੇਜ ਪੂਰਾ ਆਖਰੀ ਸਵਾਲ ਕਰਦੇ ਆ। ਲੋਕਾਂ ਨੂੰ ਕੀ ਕਹਿਣਾ ਚਾਹੋਗੇ? ਕਿਉਂਕਿ ਦੁਬਾਰਾ ਖੁੱਲ ਗਿਆ, ਲੋਕ ਇੰਤਜ਼ਾਰ ਤੇ ਸਨ ਕਿ ਇਹ ਦੁਬਾਰਾ ਗਰੀਬਾਂ ਦਾ ਹਸਪਤਾਲ ਦੁਬਾਰਾ ਖੁੱਲੇ, ਹੁਣ ਖੁੱਲ ਗਿਆ, ਕੀ ਅਪੀਲ ਕਰਨਾ ਚਾਹੋਗੇ? ਦੇਖੋ, ਬੜੀ ਫਿਰ ਮੈਂ ਕਹਿ ਰਿਹਾ ਕਿ ਬੜੀ ਖੁਸ਼ੀ ਦੀ ਗੱਲ ਆ। ਚਲੋ ਇਹ ਹਸਪੀਟਲ ਖੁੱਲਾ ਵਾ, ਇਹ ਹਜ਼ਾਰਾਂ ਲੋਕਾਂ ਵਿਚਾਰਿਆਂ ਦਾ ਫਾਇਦਾ, ਮਤਲਬ ਜਿਹੜੇ ਲੋਕ ਇਲਾਜ ਬਿਨਾਂ ਮਰ ਜਾਂਦੇ ਨੇ ਜਾਂ ਰੁੱਲ ਜਾਂਦੇ ਨੇ, ਇਹ ਉਹਨਾਂ ਦਾ ਹੁਣ ਫਾਇਦਾ ਹੋਏਗਾ। ਇਹਦੇ ਵਿੱਚ ਮੈਨੂੰ ਸਭ ਤੋਂ ਵੱਧ ਖੁਸ਼ੀ ਇਸ ਕਰਕੇ ਹੈ ਕਿ ਲੋਕਾਂ ਦੇ ਇਲਾਜ ਹੋਣ ਜਾ ਰਹੇ ਨੇ। ਬਿਲਕੁਲ। ਤੇ ਨਵਤੇਜ ਗੱਗੂ ਨਾਲ ਵੀ ਗੱਲ ਕੀਤੀ, ਜਿਹੜੇ ਇੱਥੇ ਸਮਾਜ ਸੇਵੀ ਲੋਕ ਪਹੁੰਚੇ ਸੀ, ਉਹਨਾਂ ਨਾਲ ਵੀ ਗੱਲ ਕੀਤੀ। ਰਣਜੀਤ ਸਿੰਘ ਮੰਨਾ ਨਾਲ ਵੀ ਅਸੀਂ ਗੱਲ ਕੀਤੀ ਆ। ਹਸਪਤਾਲ ਤੁਹਾਨੂੰ ਅੰਦਰ ਦਿਖਾਣਾ ਪ੍ਰਭੂ ਆਓ। ਲੈ ਕੇ ਚੱਲੇ ਚਾਹ ਖਾਣੇ ਲੋਕਾਂ ਦੇ ਹਸਪੀਟਲ ਆ ਜਿਹੜੇ 6 ਲੱਖ ਦੀਆਂ ਸਰਜਰੀਆਂ ਇੱਥੇ ਲਗਭਗ ਫ੍ਰੀ ਕੋਸਟ ਹੋ ਰਹੀਆਂ ਨੇ। ਇਹਦੇ ਨਾਲੋਂ ਵਧੀਆ ਮੈਂ ਚਲੋ ਇਹ ਕਹਿੰਦਾ, ਮੇਰੇ ਜੱਜੀ ਸਾਹਿਬ ਮੈਨੂੰ ਇਹ ਨਹੀਂ ਕਹਿਣਾ ਚਾਹੀਦਾ, ਪਰ ਗੁਰਦੁਆਰੇ ਮੰਦਿਰਾਂ ਦੀ ਫੀਸ ਜਾਂਚ ਜਿਹੜਾ ਫੈਸਲਾ ਦਿੰਦੇ ਨਾ ਜਾਓ
ਲੋਕਾਂ ਦਾ ਪਿਆਰ ਜਿਹੜਾ ਉਹ ਖਿੱਚ ਕੇ ਲੈ ਆਉਂਦਾ ਸੀ ਚਲੋ ਤੁਸੀਂ ਦੇਖਿਆ ਹੀ ਹੈ ਸਾਰਾ ਕੰਮ। ਹੁਣ ਮੈਨੂੰ ਦੱਸੋ ਪੁਰਾਣਾ ਐਪੀਸੋਡ ਸਾਰਾ ਭੁੱਲ ਗਿਆ ਹੈ। ਅਸੀਂ ਨਵੀਂ ਕਿੰਨਾ ਭਾਈ ਫੋਟੋ ਕਰਾਓ ਕਰਨੀ ਕਿਹਦੀ ਤੁਸੀਂ ਵੀ ਇੱਕ ਹੈਰੀਆਂ ਨੂੰ ਵਾਜਦੀ ਫੋਟੋ ਆਓ ਇੱਥੇ ਆਓ। ਦਰਜ ਕਰ ਦਿੱਤਾ ਜੀ। ਉਹਦੇ ਬਦਲੇ ਹਸਪਤਾਲ ਬੰਦ ਕਰਨ ਦੀ ਕੀ ਲੋੜ ਸੀ? ਕਿਉਂ ਇਸ ਬੰਦੇ ਨੂੰ ਤੁਸੀਂ ਨੀਵਾਂ ਵਿਖਾਉਣਾ ਚਾਹੁੰਦੇ ਸੀ? ਕਿਉਂ ਜਿਹੜੇ ਸਮਾਜਿਕ ਇੰਨੇ ਦਿਨ ਜਿਹੜਾ ਮਰੀਜ਼ਾਂ ਨੇ ਸਫ਼ਰ ਕੀਤਾ, ਮਰੀਜ਼ ਇੱਥੇ ਪਹੁੰਚੇ ਨਹੀਂ। ਪੰਜਾਬ ਤੋਂ ਅਲੱਗ-ਅਲੱਗ ਸ਼ਹਿਰਾਂ ਤੋਂ ਇੱਥੇ ਲੋਕ ਮਰੀਜ਼ ਪਹੁੰਚਦੇ ਨੇ, ਜਿੱਥੇ ਨਵਤੇਜ ਉਹਨਾਂ ਦਾ ਇਲਾਜ ਕਰਦਾ ਤੇ ਨਗਦ ਪੈਸੇ ਨਹੀਂ ਦਿੰਦਾ, ਉਹਨਾਂ ਨੂੰ ਆਉਣ ਜਾਣ ਦਾ ਕਿਰਾਇਆ ਨਹੀਂ ਦਿੰਦਾ। ਇਹ ਕਿਤੇ ਜ਼ਿੰਮੇਵਾਰੀ ਕਿੱਥੇ ਕਰੋਗੇ? ਮੈਂ ਇਹ ਕੁਝ ਲੋਕਾਂ ਦੇ ਇਲਾਜ ਕਰਦੇ ਨੇ 100 50 200 500 1000 ਹੋਊਗਾ 5000। ਇੱਥੇ ਤੇ ਦੁਨੀਆ ਪੀੜਤ ਹੈ। ਪੰਜਾਬ ਚ ਲਾ ਲਓ, ਹਿੰਦੁਸਤਾਨ ਚ ਲਾ ਲਓ, ਦੋ ਸੇਵਾਵਾਂ ਸਾਡੀਆਂ ਬਿਲਕੁਲ ਠੱਪ ਨੇ। ਜਿਹਦੇ ਸਿਰ ਦੇ ਉੱਤੇ ਸਾਡੇ ਦੇਸ਼ ਨੇ ਤਰੱਕੀ ਕਰਨੀ ਹੈ, ਜਿਹਦੇ ਸਿਰ ਦੇ ਉੱਤੇ ਸਾਡੇ ਸੂਬੇ ਨੇ ਤਰੱਕੀ ਕਰਨੀ ਹੈ। ਨੰਬਰ 1 ਐਜੂਕੇਸ਼ਨ, ਨੰਬਰ 2 ਹੈਲਥ ਸੇਵਾਵਾਂ। ਅੱਜ ਕਿਸੇ ਗਰੀਬ ਨੂੰ ਕੁਝ ਹੋ ਜਾਵੇ, ਉਹਦੇ ਇਲਾਜ ਦਾ ਸਾਧਨ ਨਹੀਂ ਹੈਗਾ ਕੋਈ, ਤੇ ਜੇ ਇਹ ਕਰ ਰਿਹਾ ਸੀਗਾ, ਦੁਨੀਆ ਬਹੁਤ ਰੋਲ ਰਹੀ ਹੈ, ਫਿਰ ਵੀ ਇਹ ਜਿੰਨਾ ਸਹਿਯੋਗ ਪਾ ਰਿਹਾ ਸੀਗਾ ਉਹਦੇ ਵਿੱਚ ਇਹਦਾ ਬਹੁਤ ਵੱਡਾ ਯੋਗਦਾਨ ਸੀਗਾ। ਜੇ ਉਹਨਾਂ ਲੋਕਾਂ ਨੂੰ ਇਹਦੇ ਕਰਕੇ ਸਫ਼ਰ ਕਰਨਾ ਪਿਆ, ਮਤਲਬ ਇਹ ਸਰਕਾਰ ਦੀ ਗਲਤੀ ਹੈ। ਇਸ ਤਰੀਕੇ ਨਹੀਂ ਕਰਨਾ ਚਾਹੀਦਾ। ਮੈਂ ਤੇ ਇੱਥੋਂ ਤੱਕ ਕਹਿ ਦਿੱਤਾ ਸੀਗਾ ਕਿ ਜੇ ਸਰਕਾਰ ਨੂੰ ਲੱਗਦਾ ਇਸ ਹਸਪਤਾਲ 'ਚ ਕੋਈ ਕੁਤਾਹੀ ਹੈਗੀ ਆ, ਤੇ ਇੱਥੇ ਜਿੰਨੇ ਦਿਨੇ ਬਾਹਰ ਨਹੀਂ ਆਉਂਦਾ, ਇੱਥੇ ਕੋਈ ਆਪਣਾ ਰਿਸੀਵਰ ਬਿਠਾ ਦਿੰਦੇ, ਇਹਨਾਂ ਕੋਲੋਂ ਅੰਦਰ ਗੇਟ ਅਕਸਰ ਹੀ ਦੇਖਿਆ ਜਾਂਦਾ ਕਿ ਅੱਜ ਕੱਲ੍ਹ ਇਹ ਟ੍ਰੈਂਡ ਬਣ ਗਿਆ ਕਿ ਜਿਹੜੇ ਸਮਾਜ ਸੇਵੀ ਲੋਕ ਨੇ ਉਹ ਬੋਲਦੇ ਨੇ, ਜਦੋਂ ਬੋਲਦੇ ਆ ਤਾਂ ਉਹਨਾਂ ਦੇ ਖਿਲਾਫ ਵੀ ਕਾਰਵਾਈ ਹੋ ਜਾਂਦੀ ਆ ਤੇ ਮੁੜ ਵੀ ਗੱਲ ਵੀ ਕੋਈ ਨਹੀਂ ਹੁੰਦੀ, ਕੋਈ ਅਸਰ ਵੀ ਨਹੀਂ ਨਿਕਲ ਕੇ ਆਉਂਦਾ। ਇਹ ਜਿਹੜੀ ਪ੍ਰੋਫੈਸ਼ਨਲ ਪੋਲਿਟਿਕਸ ਚੱਲ ਰਹੀ ਹੈ ਜੀ, ਉਹਦਾ ਇਹ ਨਤੀਜਾ ਹੈ ਕਿ ਸਮਾਜ ਸੇਵੀਆਂ ਨੂੰ ਜਾਂ ਇਹੋ ਜਿਹੇ ਲੋਕ ਜਿਹੜੇ ਚੰਗੇ ਕੰਮ ਹੁੰਦੇ ਨੇ, ਜਿਨ੍ਹਾਂ ਲੋਕਾਂ ਨੂੰ ਲੋਕ ਪਿਆਰ ਕਰਦੇ ਨੇ, ਉਹਨਾਂ ਨੂੰ ਤੰਗ ਕਿਉਂ ਕੀਤਾ ਜਾ ਰਿਹਾ, ਉਹਨਾਂ ਲੋਕਾਂ ਨੂੰ ਖਤਰਾ ਮਹਿਸੂਸ ਹੋਣਾ ਸ਼ੁਰੂ ਹੋ ਜਾਂਦਾ। ਕਿਉਂਕਿ ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਯੁੱਗ ਹੈ। ਲੋਕੀ ਤੁਲਨਾ ਕਰਦੇ ਨੇ ਕਿ ਐਮਐਲਏ ਦਾ ਕੰਮ ਸੀ, ਇਹਨੂੰ ਨਵਤੇਜ ਗੁੱਗੂ ਕਰ ਰਿਹਾ, ਫਲਾਣੇ ਦਾ ਕੰਮ ਸੀ, ਇਹਨੂੰ ਤੁਸੀਂ ਕਰ ਰਹੇ ਹੋ। ਲੋਕ ਜਦੋਂ ਇਹੋ ਜਿਹਾ ਨਤਾਰਾ ਕਰਦੇ ਨੇ, ਇਹਨਾਂ ਲੋਕਾਂ ਕੋਲੋਂ ਬਰਦਾਸ਼ਤ ਨਹੀਂ ਹੁੰਦਾ, ਔਰ ਇਹਨਾਂ ਲੋਕਾਂ ਨੂੰ ਜਿਹੜੇ ਸਮਾਜ ਸੇਵਕ ਨੇ, ਇਹਨਾਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਆ। ਮੈਂ ਇੱਕ ਦਿਨ ਅੱਗੇ ਆਪਣਾ ਇੱਕ ਕਲਿੱਪ ਮੈਡੀਕਲ ਮਾਫੀਆ ਵਾ, ਉਹ ਤਾਂ ਉਹ ਆਲਰੇਡੀ ਪ੍ਰੋਬਲਮਸ ਨੇ ਸਾਹਮਣੇ ਚੱਲਦਾ ਪਿਆ। ਇੱਕ ਮੋਦੀਖਾਨਾ, ਇੱਕ ਛੋਟੀ ਸੁੱਕ ਕਿੱਥੇ ਗਿਆ ਪੰਜਾਬ ਦਾ ਸਭ ਤੋਂ ਬੈਸਟ ਹਾਂਜੀ ਬਿਲਕੁਲ, ਕਿਤੇ ਨਾ ਕਿਤੇ ਸਵਾਲ ਜ਼ਰੂਰ ਖੜੇ ਹੁੰਦੇ ਨੇ ਕਿ ਜਿਹੜੇ ਸਮਾਜ ਸੇਵਾ ਦੇ ਕੰਮ ਲਈ ਨਿਕਲਦੇ ਨੇ ਮੈਦਾਨ ਦੇ ਵਿੱਚ, ਉਹਨਾਂ ਦੇ ਰਸਤੇ ਦੇ ਵਿੱਚ ਰੁਕਾਵਟਾਂ ਕਿਉਂ ਪਾਈਆਂ ਜਾਂਦੀਆਂ ਹਨ। ਸਵਾਲ ਸਭ ਤੋਂ ਵੱਡਾ ਹੈ ਤਾਂ ਸੋਚਣਾ ਵੀ ਪਏਗਾ ਜ਼ਰੂਰ ਇਸ ਦੇ ਉੱਤੇ ਵੀ ਕਿਉਂ ਉਹਨਾਂ ਦੀ ਰੁਕਾਵਟਾਂ ਪਾਈਆਂ ਜਾਂਦੀਆਂ, ਕਿਸ ਕਾਰਨ ਉਹਨਾਂ ਦੇ ਸਮਾਜ ਸੇਵੀ ਕੰਮ ਨੂੰ ਰੋਕਿਆ ਜਾਂਦਾ ਹੈ। ਨਵਤੇਜ ਸਿੰਘ ਗੱਗੂ ਨਾਲ ਫਿਰ ਦੁਬਾਰਾ ਗੱਲ ਕਰਾਂਗੇ, ਹਾਲੇ ਵਾਪਸ ਨਹੀਂ ਜਾਂਦੇ। ਇੱਥੇ ਜਿਹੜੇ ਸਮਾਜ ਸੇਵੀ ਲੋਕ ਪਹੁੰਚੇ ਹੋਏ, ਤੁਸੀਂ ਦੇਖ ਸਕਦੇ ਹੋ ਕਿ ਪੀਪੀ ਸੁਖਵਿੰਦਰ ਸਿੰਘ, ਜੋ ਕਿ ਪੀਪੀ ਸੁਖਵਿੰਦਰ ਸਿੰਘ ਜੋ ਮਸ਼ਹੂਰ ਨੇ, ਸਮਾਜ ਸੇਵਾ ਦਾ ਕੰਮ ਕਰਦੇ ਦਿਖਾਈ ਦਿੰਦੇ ਸੀ, ਪੁਲਿਸ ਮਹਿਕਮੇ ਦੇ ਵਿੱਚ ਕੰਮ ਕਰਦੇ ਦਿਖਾਈ ਦਿੰਦੇ ਸੀ। ਨਾਲ ਹੀ ਕਿਸ਼ਨ ਲਾਲ ਜੋ ਕਿ ਸਾਬਕਾ ਐਸਐਚਓ ਨੇ, ਇਹ ਵੀ ਹੁਣ ਸਮਾਜ ਸੇਵਾ ਦਾ ਕੰਮ ਕਰਦੇ ਦਿਖਾਈ ਦੇ ਰਹੇ। ਲੋਕ ਤੁਸੀਂ ਤਸਵੀਰਾਂ 'ਚ ਦੇਖ ਸਕਦੇ ਹੋ, ਲੋਕ
ਲੋਕ ਤੁਸੀਂ ਦੇਖ ਸਕਦੇ ਹੋ ਕਿ ਸਰਦਾਰ ਦਵਿੰਦਰ ਸਿੰਘ ਜੀ ਜੋ ਸਮਾਜ ਸੇਵਾ ਦਾ ਕੰਮ ਕਰਦੇ ਦਿਖਾਈ ਦੇ ਰਹੇ ਸੀ, ਉਹ ਵੀ ਇੱਥੇ ਪਹੁੰਚੇ ਹੋਏ ਨੇ ਸਨਮਾਨ ਕਰਨ ਵਾਸਤੇ ਪਹੁੰਚੇ ਹੋਏ ਨੇ। ਇਹਨਾਂ ਸਾਰਿਆਂ ਨਾਲ ਵੀ ਗੱਲ ਕਰਾਂਗੇ ਕਿ ਕੀ ਇਹਨਾਂ ਨੂੰ ਲੱਗਦਾ ਹੈ ਕਿ ਕਿੱਥੇ ਕਿਉਂ ਇਸ ਤਰ੍ਹਾਂ ਨਵਤੇਜ ਸਿੰਘ ਗੱਗੂ ਦੇ ਹਸਪਤਾਲਾਂ ਜਾਂ ਉਸ ਦੇ ਸਮਾਜ ਸੇਵੀ ਕੰਮਾਂ ਦੇ ਵਿੱਚ ਰੁਕਾਵਟ ਪੈਂਦੀ ਦਿਖਾਈ ਦਿੱਤੀ। ਬੀਬੀ ਜੀ, ਸੁਖਵਿੰਦਰ ਜੀ, ਤੁਹਾਡੇ ਨਾਲ ਸਭ ਤੋਂ ਪਹਿਲਾਂ ਗੱਲ ਕਰਾਂਗੇ ਕਿਉਂਕਿ ਤੁਸੀਂ ਵੀ ਕੰਮ ਕਰਦੇ ਰਹੇ ਹੋ ਸਮਾਜ ਸੇਵਾ ਦੇ, ਫੇਸਬੁੱਕ ਦੇ ਉੱਤੇ ਸੋਸ਼ਲ ਮੀਡੀਆ ਜਿਹੜੇ ਤੁਸੀਂ ਉਹ ਆਪਣੇ ਸਮਾਜ ਸੇਵਾ ਕੰਮ ਲੋਕਾਂ ਤੱਕ ਵੀ ਪਹੁੰਚਾਉਂਦੇ ਰਹੇ ਹੋ। ਪੰਜਾਬ ਪੁਲਿਸ 'ਚ ਤੁਸੀਂ ਨੌਕਰੀ ਵੀ ਕਰਦੇ ਸੀ। ਤੁਸੀਂ ਕੀ ਸਮਝਦੇ ਹੋ ਸਮਾਜ ਸੇਵਾ ਦੇ ਜਦੋਂ ਇਹ ਕੰਮ ਕੀਤੇ ਜਾਂਦੇ ਨੇ ਤੇ ਕਿਉਂ ਉਹਨਾਂ ਦੇ ਰਸਤੇ 'ਚ ਰੁਕਾਵਟਾਂ ਬਣਦੀਆਂ? ਦੇਖੋ ਜੀ, ਇਹ ਕੋਈ ਨਵੀਂ ਗੱਲ ਨਹੀਂ ਹੈ, ਇਹ ਤਾਂ ਸਦੀਆਂ ਚੱਲਦਾ ਆ ਰਿਹਾ ਕਿ ਚੰਗੇ ਕੰਮ ਦੇ ਅੱਗੇ ਹਮੇਸ਼ਾ ਰੁਕਾਵਟ ਜਿਹੜੀ ਆਉਂਦੀ ਹੈ। ਵੀਰ ਕਰਦੇ ਰਹੇ ਆ, ਬਹੁਤ ਸੋਹਣਾ ਕੰਮ ਕਰਦੇ, ਕੋਈ ਸ਼ੱਕ ਨਹੀਂ ਦੇ ਵਿੱਚ। ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਕਿ ਦੇਖੋ ਕਿੰਨੀ ਵੱਡੀ ਬਿਲਡਿੰਗ ਬਣਾ ਦੇਣੀ, ਔਰ ਜਿੱਥੇ ਬਿਨਾਂ ਕੋਈ ਪੈਸਾ ਜੇ ਕੋਈ ਲੈਂਦੇ ਵੀ ਤਾਂ ਬਹੁਤ ਨਾ ਮਾਤਰ ਤੇ ਬਹੁਤ ਵਧੀਆ ਇਲਾਜ ਹੋ ਰਿਹਾ। ਔਰ ਇਹਨਾਂ ਨੂੰ ਕਿਉਂ ਹਸਪਤਾਲ ਕੀਤਾ ਗਿਆ, ਇਹਦੇ ਪਿੱਛੇ ਕੀ ਕਾਰਨ ਹੈ, ਕੀ ਵਜ੍ਹਾ, ਉਹ ਤੇ ਆਪਾਂ ਤਕਰੀਬਨ ਦੇਖਿਆ ਹੀ ਆ, ਸੋਸ਼ਲ ਮੀਡੀਆ ਤੇ ਵਾਇਰਲ ਹੋਇਆ ਸੀ। ਬਾਕੀ ਤੁਹਾਡੇ ਨਾਲ ਵੀ ਪਰਸਨਲੀ ਤੌਰ ਤੇ ਵੇਖਿਆ ਜਾਵੇ ਤੇ ਇਸ ਤਰ੍ਹਾਂ ਦੀਆਂ ਕਈ ਗੱਲਾਂ ਵਾਪਰੀਆਂ। ਪੰਜਾਬ ਪੁਲਿਸ ਤੁਸੀਂ ਨੌਕਰੀ ਕਰਦੇ ਸੀ, ਜੋ ਸਾਡੀ ਸੋਚ ਦੇ ਮੁਤਾਬਕ ਹੈ ਕਿ ਤੁਹਾਨੂੰ ਕਈ ਤਰ੍ਹਾਂ ਦੀਆਂ ਰੁਕਾਵਟਾਂ ਆਈਆਂ। ਇਹ ਲੋਕਾਂ ਨੂੰ ਕੀ ਕਹਿਣਾ ਚਾਹੋਗੇ, ਮਤਲਬ ਉਹਨਾਂ ਚੀਜ਼ਾਂ ਨੂੰ ਉਹਨਾਂ ਲੋਕਾਂ ਨੂੰ ਕਹਿਣਾ ਚਾਹੋਗੇ ਜਿਹੜੇ ਰੁਕਾਵਟਾਂ ਬਣਦੇ ਨੇ? ਦੇਖੋ, ਮੈਨੂੰ ਤੇ ਇਹ ਗੱਲ ਮੈਨੂੰ ਸਮਝ ਨਹੀਂ ਆਈ ਕਿਉਂਕਿ ਮੈਂ ਮੈਨੂੰ ਬਹੁਤ ਪਰੇਸ਼ਾਨ ਕੀਤਾ ਗਿਆ। ਮੈਂ ਅੱਗੇ ਬਹੁਤ ਇਸ ਸੰਬੰਧ ਵਿੱਚ ਬੋਲਿਆ, ਬੜੀ ਕਾਫੀ ਗੱਲਾਂ ਬਾਤਾਂ ਹੋਈਆਂ, ਪਰ ਇਸ ਗੱਲ ਦਾ ਅਜੇ ਤੱਕ ਮੈਨੂੰ ਜਵਾਬ ਨਹੀਂ ਮਿਲਿਆ। ਇਹ ਅਜੇ ਤੱਕ ਜਵਾਬ ਮੇਰੇ ਕੋਲ ਨਹੀਂ ਆਇਆ ਕਿ ਆਖਰ ਕੀ ਮੈਨੂੰ ਹੀ ਕਿਉਂ ਰੁਕਿਆ ਗਿਆ, ਤੂੰ ਉਸ ਨੂੰ ਦੱਸੇ ਕੰਮ ਨਹੀਂ ਕਰਨਾ, ਇਹ ਕੰਮ ਕਰਨਾ ਜਾਂ ਕੰਮ ਕਰ ਲਾ, ਜੇ ਇਹ ਕੰਮ ਕਰ ਲਾ ਜਾਂ ਕੰਮ ਕਰ ਲਾ, ਜਾਂ ਨੌਕਰੀ ਕਰ ਲਾ ਔਰ ਜਾਂ ਡਿਊਟੀ ਕਰ ਲਾ। ਤੇ ਇਹ ਗੱਗੂ ਵੀ ਨਾ ਸ਼ਾਇਦ ਕੋਈ ਇਸ ਤਰ੍ਹਾਂ ਕਰ ਰਿਹਾ, ਕੋਈ ਚੰਗਾ ਕੰਮ ਕਰ ਰਿਹਾ, ਕਿਉਂ ਰੋਕਿਆ ਜਾਂਦਾ? ਇਹਦਾ ਕਾਰਨ ਕੀ ਹੈ, ਇਹਦੇ ਪਿੱਛੇ ਕੌਣ ਲੋਕ ਨੇ? ਇਹ ਸ਼ਾਇਦ ਆਪਾਂ ਨੂੰ ਭੁੱਲਿਆ ਨਹੀਂ, ਆਪਾਂ ਨੂੰ ਪਤਾ ਹੀ ਹੈਗਾ ਸਰ, ਕੋਈ ਬੋਲਦਾ ਕੋਈ ਨਹੀਂ ਬੋਲਦਾ, ਪਰ ਸੱਚਾਈ ਆ ਕਿ ਚੰਗੇ ਕੰਮ ਨੂੰ ਹਮੇਸ਼ਾ ਰੋਕਿਆ ਜਾਂਦਾ। ਕੀ ਕਹਿਣਾ ਚਾਹੋਗੇ ਫਿਰ ਉਹਨਾਂ ਲੋਕਾਂ ਨੂੰ ਜਿਹੜੇ ਰੁਕਾਵਟਾਂ ਬਣਦੇ ਨੇ? ਉਹਨਾਂ ਕਹੇ ਹੱਥ ਜੋੜ ਸਕਦੇ ਆ ਜੀ, ਹੱਥ ਜੋੜ ਸਕਦੇ ਆ ਵੀ ਜੇ ਕੋਈ ਚੰਗਾ ਕੰਮ ਕਰਦਾ ਵੀ ਰੱਬ ਦਾ ਵਾਸਤਾ ਕਰ ਲੈਣ ਦਿਓ। ਜੇ ਕੋਈ ਗਰੀਬ ਦਾ ਕਿਸੇ ਦਾ ਭਲਾ ਹੁੰਦਾ, ਇੱਥੇ ਕਿਸੇ ਲੋੜਵੰਦ ਦਾ ਕਿਸੇ ਦਾ ਇਲਾਜ ਹੋ ਜਾਂਦਾ ਇੱਥੇ ਬਗੈਰ ਪੈਸੇ ਤੋਂ, ਜਿਸ ਮੇਰੇ ਵੀ ਦੱਸ ਰਹੇ ਸੀਗੇ, ਇੱਕ 70-75 ਹਜ਼ਾਰ ਦਾ ਜਿਹੜਾ ਆਪਰੇਸ਼ਨ ਹੈ ਇੱਕ 10-12 ਹਜ਼ਾਰ 'ਚ ਹੋ ਗਿਆ। ਹੋਰ ਆਪਾਂ ਨੂੰ ਕੀ ਚਾਹੀਦਾ? ਬੇਨਤੀ ਜੋ ਵੀ ਇਹਦੇ ਪਿੱਛੇ ਹੈਗੇ ਆ, ਚਾਹੇ ਉਹ ਕੋਈ ਡਰੱਗ ਮਾਫੀਆ, ਚਾਹੇ ਕੋਈ ਸਿਆਸੀ ਲੋਕ ਆ, ਪ੍ਰਸ਼ਾਸਨ ਆ, ਕੌਣ ਆ, ਹੱਥ ਜੋੜ ਕੇ ਬੇਨਤੀ ਆ ਕਿ ਵੀਰ ਜਿਹੜੇ ਕੰਮ ਕਰਦੇ ਆ ਉਹ ਕਰ ਲੈਣ ਜੀ। ਬਿਲਕੁਲ, ਕਿਤੇ ਨਾ ਕਿਤੇ ਹੋਰ ਵੀ ਸਮਾਜ ਸੇਵਾ ਦੇ ਜਿਹੜੇ ਲੋਕ ਨੇ ਇੱਥੇ ਜੁੜੇ ਹੋਏ ਨੇ। ਦਵਿੰਦਰ ਸਿੰਘ ਜੀ ਇੱਥੇ ਪਹੁੰਚੇ ਹੋਏ ਨੇ। ਇਹ ਜਿਸ ਦਿਨ ਧਰਨਾ ਲੱਗਾ ਸੀ, ਨਵਤੇਜ ਸਿੰਘ ਗੱਗੂ ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਉਸ ਦਿਨ ਵੀ ਇੱਥੇ ਪਹੁੰਚੇ ਹੋਏ ਸਨ। ਇਹਨਾਂ ਨੇ ਹੀ ਤਮਾਮ ਸਾਰੇ ਆਸ-ਪਾਸ ਦੇ ਸਮਾਜ ਸੇਵੀ ਲੋਕਾਂ ਨੂੰ ਇਕੱਠਾ ਕਰਕੇ ਨਵਤੇਜ ਦੇ ਹੱਕ ਦੇ ਵਿੱਚ ਹਾਂ ਦਾ ਨਾਰਾ ਮਾਰਿਆ ਸੀ। ਇਹਨਾਂ ਨਾਲ ਗੱਲ ਕਰਦੇ ਆ, ਅੱਜ ਵੀ ਸਨਮਾਨਿਤ ਕੀਤਾ ਗਿਆ ਇਹਨਾਂ ਦੇ ਵੱਲੋਂ। ਦਵਿੰਦਰ ਜੀ, ਕੀ ਕਹਿਣਾ ਚਾਹੋਗੇ? ਇਹ ਲੋਕਾਂ ਦਾ ਕਹਿਣਾ ਹੈ ਕਿ ਲਗਾਤਾਰ ਹੀ ਲੋਕਾਂ ਦੀ ਲੁੱਟ-ਖਸੁੱਟ ਹੋ ਰਹੀ ਆ ਪੰਜਾਬ ਦੇ ਵਿੱਚ, ਚਾਹੇ ਉਹ ਸਰਕਾਰਾਂ ਲਗਾ ਲਈਏ, ਚਾਹੇ ਹੋਰ ਕਿਸੇ ਤਰੀਕੇ ਨਾਲ ਲਗਾ ਲਈਏ, ਲੋਕਾਂ ਦੀ ਲੁੱਟ-ਖਸੁੱਟ ਹੋ ਰਹੀ ਆ, ਗਰੀਬ ਵਰਗ ਨੂੰ ਦੱਬਿਆ ਜਾ ਰਿਹਾ ਹੈ। ਪਰ ਜਦੋਂ ਸਮਾਜ ਸੇਵੀ ਕੋਈ ਉਤਰਦਾ ਹੈ, ਨਿੱਤਰਦਾ ਹੈ ਸਮਾਜ ਦੇ ਵਾਸਤੇ ਕੋਈ ਕੰਮ ਕਰਨ ਲਈ, ਤਾਂ ਕਿਉਂ ਉਹਨਾਂ ਦੇ ਫਿਰ ਰਸਤੇ ਰੁਕੇ ਆ? ਸਭ ਤੋਂ ਪਹਿਲਾਂ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਗੱਲ ਇਸ ਤਰ੍ਹਾਂ ਵਾ ਕਿ ਮੈਂ ਤੁਹਾਨੂੰ ਉਦੋਂ ਵੀ ਕਿਹਾ ਸੀ ਕਿ ਜੇ ਸਰਕਾਰਾਂ ਸਿਰਫ ਤੇ ਸਿਰਫ ਜਦੋਂ ਵੋਟਾਂ ਲੈਣੀਆਂ ਹੁੰਦੀਆਂ ਨੇ, ਮੰਤਰੀ ਆਣ ਕੇ ਗਰੀਬਾਂ ਦੇ ਬੱਚਿਆਂ ਦੇ ਨਲੀਆਂ ਤੱਕ ਵੀ ਸਾਫ਼ ਕਰਦੇ ਜਿਹੜੇ ਨਾ ਉਹ ਇੱਥੇ ਦਿਖਾਈ ਦਿੱਤੇ ਨੇ। ਤੇ ਜੇ ਕਦੇ ਸਰਕਾਰਾਂ ਜਿਹੜੀਆਂ ਵਾ ਆਪਣੀਆਂ ਜਿਹੜਾ ਵਾ ਇਹ ਜਿਹੜੀ ਆਵਾਜ਼ ਆ ਆਪਣੀ ਜ਼ਿੰਮੇਵਾਰੀਆਂ ਸਮਝਣ ਤੇ ਸਾਨੂੰ ਆਪਣੇ ਬੱਚੇ ਸਾਨੂੰ ਰਿਸਕ ਲੈ ਕੇ ਸਾਰਾ ਕੁਝ ਛੱਡ ਛਡਾ ਕੇ ਇਹ ਸਮਾਜ ਸੇਵਾ ਦਾ ਕੰਮ ਜਿਹੜਾ ਵਾ ਇਹ ਉਹਨਾਂ ਨੂੰ ਜਿਹੜਾ ਅਸੀਂ ਕਰਦੇ ਆ ਜੀ, ਇਹ ਜ਼ਿੰਮੇਵਾਰੀਆਂ ਇਹ ਆਪਣੀਆਂ ਸਮਝੇ ਤੇ ਸਾਨੂੰ ਕੀ ਲੋੜ ਆ। ਤੇ ਅੱਜ ਜੇ ਅਸੀਂ ਕਰਦੇ ਆ ਤਾਂ ਸਾਡੇ ਖੂਨ ਦੇ ਵਿੱਚ ਆ ਸਾਰਾ ਕੁਝ ਇਹ। ਤੇ ਜਦੋਂ ਅਸੀਂ ਮਤਲਬ ਅੱਗੇ ਉਹਨੇ ਸਾਡੀ ਲੱਤਾਂ ਖਿੱਚਦੇ ਨੇ, ਜਿੱਦਾਂ ਨਵਤੇਜ ਵੀਰ ਜੀ ਨੇ ਜਨਤਾ ਦੇ ਸੰਯੋਗ ਦੇ ਨਾਲ ਇੱਕ ਬਹੁਤ ਵੱਡਾ ਪੰਜਾਬ ਦਾ ਮੈਂ ਕਹਿੰਦਾ ਵੀ ਨਵੇਕਲਾ ਜਿਹੜਾ ਕੰਮ ਆ ਉਹ ਸ਼ੁਰੂ ਕਰ ਦਿੱਤਾ। ਪਰ ਅੱਜ ਉਹਨਾਂ ਦਾ ਜਿਹੜਾ ਸੰਯੋਗ ਕਰਨਾ ਚਾਹੀਦਾ ਵਾ, ਇੱਥੋਂ ਦੀ ਲੋਕਲ ਬੋਡੀ ਜਾਂ ਉੱਤਰਲੇ ਲੈਵਲ ਦੇ ਲੀਡਰ ਨੇ ਉਹ ਆਪਸੀ ਰੰਜਿਸ਼ਾਂ ਕੱਢ ਕੇ ਇਹਨਾਂ ਦੀਆਂ ਪੁਰਾਣੀਆਂ ਜਿਹੜੀ ਜ਼ਮੀਨ ਨੂੰ ਅੱਗੇ ਰੱਖ ਕੇ ਉਹਨੂੰ ਮੁੱਦਾ ਬਣਾ ਕੇ ਜਿਹੜਾ ਵਾ ਉਹ ਸੰਗਤ ਨੂੰ ਗੁੰਮਰਾਹ ਕਰਕੇ ਇਹਨਾਂ ਦੇ ਖਿਲਾਫ ਕਰ ਰਹੇ ਨੇ। ਤੇ ਸਭ ਤੋਂ ਵੱਡੀ ਗੱਲ ਉਹਨਾਂ ਦੀ ਦਿਨ ਸਾਈਡ ਤੇ ਕਰਦੀ ਆ ਸਰਕਾਰਾਂ ਨੇ ਆਪ ਕਰਨਾ ਕੁਝ ਨਹੀਂ। ਜੇ ਕੋਈ ਕਰਦਾ ਵਾ ਤੇ ਉਹਦੀਆਂ ਟੰਗਾਂ ਖਿੱਚਦੀਆਂ ਨੇ। ਆਪਾਂ ਇਹਦੇ ਸਖਤ ਖਿਲਾਫ ਆ। ਜਦੋਂ ਵੀ ਕਿਤੇ ਗੁੱਗੂ ਜੀ ਨਾਲ ਕਦੇ ਧੱਕਾ ਹੋਊਗਾ, ਸਿੱਖ ਕੌਮ ਜਥੇਬੰਦੀਆਂ ਇਸੇ ਤਰ੍ਹਾਂ ਇਹਨਾਂ ਦੇ ਨਾਲ ਖੜੀਆਂ ਨੇ। ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਬਹੁਤ ਜਲਦ ਗੁੱਗੂ ਜੀ ਨੂੰ ਮੈਂ ਕਹਿੰਦਾ ਵਾਂ, ਗੁੱਗੂ ਜੀ ਇਦਾਂ ਦੇ ਹਸਪਤਾਲ ਪੂਰੇ ਪੰਜਾਬ ਲੈਵਲ ਤੱਕ ਪਾਵਾਂਗੇ ਜੀ। ਬਿਲਕੁਲ, ਉਹਨਾਂ ਨੇ ਕਿਹਾ ਵੀ ਹੈ ਕਿ ਹੁਣ ਦੁਬਾਰਾ ਇੱਕ ਬਿਲਡਿੰਗ ਹੋਰ ਪਿੱਛੇ ਤਿਆਰ ਕੀਤੀ ਜਾਏਗੀ ਇਹਨਾਂ ਦੇ ਵੱਲੋਂ, ਤੇ ਉਹਦੇ ਵਿੱਚ ਵੀ ਇਹਨਾਂ ਨੇ ਲੋਕਾਂ ਦਾ ਸਹਿਯੋਗ ਮੰਗਿਆ। ਸਾਡੇ ਨਾਲ ਕਿਸ਼ਨ ਲਾਲ ਜੀ ਜੋ ਸਾਬਕਾ SHO ਰਹੇ ਨੇ, ਇਹਨਾਂ ਨਾਲ ਵੀ ਗੱਲ ਕਰਦੇ ਆ ਕਿਉਂਕਿ ਪੁਲਿਸ ਮਹਿਕਮੇ ਦੇ ਵਿੱਚ ਰਹੇ ਨੇ ਤੇ ਪੁਲਿਸ ਮਹਿਕਮੇ ਨੂੰ ਵੀ ਸਭ ਤੋਂ ਬਦਨਾਮ ਕੀਤਾ ਜਾਂਦਾ। ਇਹਨਾਂ ਨਾਲ ਹੀ ਪਹਿਲਾਂ ਗੱਲ ਕਰਦੇ ਆ। ਸਰ, ਕੀ ਕਹਿਣਾ ਚਾਹੋਗੇ, ਕਿਉਂ ਰੁਕਾਵਟਾਂ ਬਣ ਜਾਂਦੇ ਆ ਅਸੀਂ ਵੀ ਸਮਾਜ ਸੇਵਾ ਦੇ ਕੰਮ? ਕਿਉਂਕਿ ਮੈਂ ਪਹਿਲਾਂ ਸਭ ਤੋਂ ਬੋਲ ਚੁੱਕਿਆ ਕਿ ਮੈਂ ਇੱਕੋ ਹੀ ਗੱਲ ਕਹਿਣੀ ਚਾਹੁੰਦਾ ਕਿ ਜਿਹੜਾ
ਨਿਸ਼ਾਂਤ ਸ਼ਰਮਾ ਹੈ, ਇਹ ਸਿੱਖਾਂ ਦੇ ਖਿਲਾਫ ਕਿਉਂ ਬੋਲਦਾ, ਇਹਨੂੰ ਭੜਕਾਉਂਦਾ ਕਿਉਂ? ਇਸ਼ਾਂਤ ਸ਼ਰਮਾ ਨੇ ਜਿਹੜੀ ਗੱਲ ਕੀਤੀ ਹੈ ਉਹਦੇ ਬਾਰੇ ਅਸੀਂ ਗੱਲ ਕਰਾਂਗੇ ਬਾਅਦ ਵਿੱਚ। ਮੈਂ ਉਨੀ ਕੀ ਗੱਲ ਕਰਨੀ। ਮੈਨੂੰ ਕੱਲਾ ਇਸ਼ਾਂਤ ਸ਼ਰਮਾ ਨਹੀਂ, ਬੜੇ ਇਸ਼ਾਂਤ ਸ਼ਰਮਾ ਨੇ, ਚਾਹੇ ਵੱਖਰੇ ਵੱਖਰੇ ਨਾਵਾਂ ਤੋਂ ਲਗਾ ਲਈਏ, ਜਿਹੜੇ ਸਮਾਜ ਸੇਵਾ ਦੇ ਕੰਮ 'ਚ ਰੁਕਾਵਟਾਂ ਬਣਦੇ ਨੇ। ਕੱਲੇ ਇਸ਼ਾਂਤ ਸ਼ਰਮਾ ਦੀ ਨਹੀਂ, ਇਸ਼ਾਂਤ ਸ਼ਰਮਾ ਦੀ ਵੀ ਗੱਲ ਕਰਾਂਗੇ ਇਹਨੂੰ ਤੇਜ ਗੱਗੂ ਜੀ ਨਾਲ, ਕਿਉਂਕਿ ਉਹਨਾਂ ਨੇ ਇਹਨਾਂ ਬਾਰੇ ਗੱਲ ਕੀਤੀ ਆ। ਮੈਨੂੰ ਇਹ ਸਵਾਲ ਮੇਰਾ ਇਹ ਹੈ ਕਿ ਇਸ਼ਾਂਤ ਸ਼ਰਮਾ ਤੋਂ ਇਲਾਵਾ ਕਈ ਹੋਰ ਸ਼ਰਮੇ ਨੇ, ਕਈ ਹੋਰ ਸਿੰਘ ਨੇ, ਕਈ ਹੋਰ ਵੀ ਜਾਤਾਂ ਦੇ ਲੋਕ ਨੇ ਜਿਹੜੇ ਸਮਾਜ ਸੇਵਾ ਦੇ ਕੰਮ ਦੇ ਵਿੱਚ ਰੁਕਾਵਟਾਂ ਬਣਦੇ ਨੇ, ਜਦ ਕਿ ਜ਼ਰੂਰਤ ਬਣ ਚੁੱਕੀ ਹੈ ਇਸ ਵੇਲੇ। ਲੋਕਾਂ ਦੇ ਕੋਲ ਪੈਸਾ ਨਹੀਂ ਹੈ, ਲੋਕਾਂ ਕੋਲ ਕੰਮ ਨਹੀਂ ਹੈ, ਇੰਨੇ ਮਹਿੰਗੇ ਇਲਾਜ ਨਹੀਂ ਕਰਵਾ ਸਕਦੇ, ਇੰਨੇ ਮਹਿੰਗੀਆਂ ਚੀਜ਼ਾਂ ਨਹੀਂ ਖਰੀਦ ਸਕਦੇ। ਰੁਕਾਵਟਾਂ ਇਹਨਾਂ ਦਾ ਕੋਈ ਫਾਇਦਾ ਹੁੰਦਾ? ਜੇਕਰ ਰੁਕਾਵਟਾਂ ਬਣਦੇ ਆ, ਕੋਈ ਇਹਨਾਂ ਦਾ ਫਾਇਦਾ ਹੋ ਤਾਂ ਹੀ ਰੁਕਾਵਟਾਂ ਬਣਦੇ ਆ, ਫਿਰ ਚੰਗੇ ਕੰਮ ਨੂੰ ਰੋਕਦੇ ਆ। ਇਸ ਕਰਕੇ ਮੈਂ ਤਾਂ ਆਵਾਮ ਨੂੰ ਅਪੀਲ ਕਰਦਾ ਅੱਜ ਕਿ ਜੇ ਇਹੋ ਜਿਹਾ ਕਿਤੇ ਕੋਈ ਗੱਲਬਾਤ ਹੋ ਜਾਏ, ਪ੍ਰੋਟੈਸਟ ਹੋ ਜਾਏ, ਤਾਂ ਵੱਧ ਤੋਂ ਵੱਧ ਆਇਆ ਕਰੋ ਲੋਕ। ਵੀ ਆਪਾਂ ਇਹੋ ਜਿਹੇ ਜਿਹੜੇ ਹਸਪੀਟਲ ਹੈ, ਚੰਗੇ ਹਸਪੀਟਲ ਹੈ, ਘੱਟ ਰੇਟਾਂ ਦੇ ਉੱਤੇ ਜਿਹੜਾ ਇਲਾਜ ਕਰਦੇ ਉਹਨਾਂ ਹਸਪੀਟਲਾਂ ਨੂੰ ਬਚਾਇਆ ਜਾਵੇ। ਕਿ ਇਹ ਜਿਹੜੀ ਸਰਕਾਰ ਹਰ ਫਰੰਟ ਤੇ ਫਿਰ ਤੁਹਾਨੂੰ ਕੀ ਲੱਗਦਾ ਜਿਹੜਾ ਸਾਡਾ ਸੇਵਾ ਦਾ ਇੱਕ ਰਸਤਾ ਹੈ, ਅਸੀਂ ਗੋਲਕਾਂ 'ਚ ਜਾ ਕੇ ਮੱਥਾ ਟੇਕ ਦਿੰਦੇ ਆ, ਗੁਰਦੁਆਰਿਆਂ 'ਚ ਦਾਨ ਚੜਾ ਦਿੰਦੇ ਆ, ਮੰਦਿਰਾਂ 'ਚ ਦਾਨ ਚੜਾ ਦਿੰਦੇ ਆ, ਹੋਰ ਧਾਰਮਿਕ ਸਥਾਨਾਂ ਤੇ ਦਾਨ ਚੜਾ ਦਿੰਦੇ ਆ, ਪਤਾ ਕੋਈ ਨਹੀਂ ਉਹ ਦਾਨ ਕਿੱਥੇ ਲੱਗ ਰਿਹਾ, ਕਿੱਥੇ ਜਾ ਰਿਹਾ। ਤੁਹਾਨੂੰ ਨਹੀਂ ਲੱਗਦਾ ਕਿ ਉਹ ਰਸਤਾ ਵੀ ਥੋੜਾ ਜਿਹਾ ਬਦਲ ਲੈਣਾ ਚਾਹੀਦਾ? ਬਦਲ ਲੈਣਾ ਚਾਹੀਦਾ। ਮੈਂ ਤਾਂ ਪਹਿਲਾਂ ਵੀ ਬੋਲਦਾ ਨਾ ਵੀ ਇਹੋ ਜਿਹਾ ਰਸਤਾ ਬਦਲੋ, ਕਿਉਂਕਿ ਆਹ ਜਿਹੜੀਆਂ ਚੀਜ਼ਾਂ ਨਾ, ਇਹੋ ਜਿਹੀਆਂ ਚੀਜ਼ਾਂ ਪੰਜਾਬ ਦੇ ਵਿੱਚ ਤਿਆਰ ਕਰਾਓ ਜਿਹੜਾ ਕਿ ਲੋਕਾਂ ਦਾ ਭਲਾ ਹੋਵੇ। ਉੱਥੇ ਹੁਣ ਮੁਲਕਾਂ ਦੇ ਵਿੱਚ ਪੈਸਾ ਤਾਂ ਪਈ ਜਾਂਦਾ, ਉੱਥੇ ਕਿਸੇ ਨੂੰ ਪਤਾ ਵੀ ਕਿੰਨਾ ਕੁ ਪੈਸਾ ਨਿਕਲਦਾ। ਬਾਹਰਲੇ NRIਆਂ ਨੂੰ ਮੈਂ ਬਾਹਰਲੇ NRI ਕਿੰਨਾ ਉੱਥੇ ਮੱਥਾ ਟੇਕ ਜਾਂਦੇ, ਕਿਸੇ ਨੂੰ ਪਤਾ ਕੀ ਮੱਥਾ ਟੇਕਿਆ। ਇਸ ਕਰਕੇ ਇਹ ਸਰਕਾਰਾਂ ਹਰ ਫਰੰਟ ਤੇ ਫੇਲ ਹੋ ਚੁੱਕੀਆਂ। ਮੈਂ ਇੰਨਾ ਕੀ ਬੋਲਦਾ, ਮੈਂ ਸ਼ਰਮੇ ਤੇ ਫੇਰ ਆਊਂਗਾ, ਕਿਉਂਕਿ ਸ਼ਰਮੇ ਨੇ ਜੋ ਇੱਕ ਗੱਲ ਕਹੀ ਆ ਉਹ ਹਾਈ ਕੋਰਟ ਦਾ ਕੰਮ ਹੈ ਯਾਰ, ਕੋਰਟਾਂ ਦਾ ਕੰਮ ਹੈ ਕੀ ਕਰਨਾ ਜਾਂ ਨਹੀਂ ਕਰਨਾ। ਤੂੰ ਯਾਰ ਜੇ ਤੂੰ ਇੰਨਾ ਚੰਗਾ ਹੈ, ਸਿੱਖਾਂ ਨੂੰ ਭੜਕਾਉਣਾ ਹੈ, ਸਿੱਖਾਂ ਦੇ ਖਿਲਾਫ ਤੂੰ ਹਰੇਕ ਕੋਈ ਨਾ ਕੋਈ ਤੈਨੂੰ ਇਹੋ ਜਿਹਾ ਬਿੱਲਾ ਪਾਲ ਲਿਆ ਸਰਕਾਰ ਨੇ, ਤੈਨੂੰ 25 ਗਨਮੈਨ ਜਾਂ ਤਾਂ 25 ਗਨਮੈਨਾਂ ਤੋਂ ਬਿਨਾਂ ਆ ਯਾਰ। ਇਸ ਕਰਕੇ ਮੈਂ ਇਹ ਕਹਿੰਦਾ ਵੀ ਇਹੋ ਜਿਹੀਆਂ ਜਿਹੜੀਆਂ ਗੱਲਾਂ ਕਰਦਾ ਨਾ ਇਸ਼ਾਂਤ ਸ਼ਰਮਾ ਨਹੀਂ ਚਾਹੀਦੀਆਂ, ਇਹ ਸਿੱਖਾਂ ਨੂੰ ਭੜਕਾਉਣ ਵਾਲੀਆਂ ਗੱਲਾਂ। ਜੀ ਬਿਲਕੁਲ। ਨਰਤੇਜ ਗੱਗੂ ਨਾਲ ਫਿਰ ਦੁਬਾਰਾ ਗੱਲ ਕਰਦੇ ਹਾਂ। ਨਰਤੇਜ ਜੀ, ਇਸ਼ਾਂਤ ਸ਼ਰਮਾ ਫਿਰ ਉੱਠ ਖੜੇ ਹੋਏ। ਪਹਿਲਾਂ ਤੁਹਾਡੇ ਕੁਝ ਆਪਣੇ ਯਾਰ ਬੇਲੀਆਂ ਨੇ ਵੀ ਕੁਝ ਤੁਹਾਡੇ ਖਿਲਾਫ ਪਿੱਠ ਦੇ ਪਿੱਛੇ ਬੋਲਿਆ। ਹੁਣ ਇਸ਼ਾਂਤ ਸ਼ਰਮਾ, ਉਹਨਾਂ ਦਾ ਕਹਿਣਾ ਹੈ ਕਿ ਜੋ ਅਜੀਤ ਪੁਲੇ ਨਿਹੰਗ ਦਾ ਕਤਲ ਹੋਇਆ ਸੀ ਉਹਦੇ ਵਿੱਚ ਦੁਬਾਰਾ ਸਾਰਾ ਕੁਝ ਖੁੱਲ੍ਹਿਆ ਜਾਵੇਗਾ ਤੇ ਗੱਗੂ ਨੂੰ ਤੇ ਉਹਨਾਂ ਦੇ ਸਾਥੀਆਂ ਨੂੰ ਸਜ਼ਾ ਦਵਾਈ ਜਾਏਗੀ। ਕੀ ਕਹਿਣਾ ਚਾਹੁੰਦੇ ਹੋ? ਹਾਂਜੀ, ਮੈਂ ਆਲਰੇਡੀ ਪਹਿਲਾਂ ਵੀ ਐਸੇ ਗੱਲ ਕਰ ਚੁੱਕਾ ਹਾਂ ਕਿ ਦੇਖੋ ਇਹ ਲੋਕ ਨੇ ਜਿਹੜੇ ਸਮਾਜ 'ਚ ਅੱਗ ਫੈਲਾਉਂਦੇ ਨੇ, ਔਰ ਪਹਿਲੀ ਦੀ ਗੱਲ ਇਹਨਾਂ ਦੀ ਇੰਨੀ ਸਿਕਿਉਰਿਟੀ ਨਹੀਂ ਚਾਹੀਦੀ। ਇੱਦਾਂ 20 ਗਨਮੈਨ ਕਿਸ ਵਾਸਤੇ ਦਿੱਤੇ ਨੇ, ਕੀ ਕਰਦੇ ਨੇ? ਸਗੋਂ ਉਹ ਸਿਕਿਉਰਿਟੀ ਤਾਂ ਸਾਡੇ ਹਸਪੀਟਲ ਨੂੰ ਚਾਹੀਦੀ ਹੈ। ਇੰਨਾ ਮਰੀਜ਼ ਇੱਥੇ ਆਉਂਦਾ, ਇਹਨਾਂ ਨੂੰ ਇੰਨੀ ਸਿਕਿਉਰਿਟੀ ਕਿਉਂ ਦਿੱਤੀ ਜਾ ਰਹੀ? ਕੀ ਕਰਦੇ ਨੇ? ਤਾਂ ਕੀ ਫਾਇਦਾ? ਦੇਸ਼ ਨੂੰ ਕੀ ਫਾਇਦਾ? ਸਿਰਫ ਇਹ ਫਾਇਦਾ ਹੈ ਕਿ ਇੱਦਾਂ ਦੇ ਖਤਰਨਾਕ ਬਿਆਨ, ਜ਼ਹਿਰੀਲੇ ਬਿਆਨ ਜਿਹੜੇ ਨੇ ਉਹ ਮਤਲਬ ਲੋਕਾਂ ਦੇ ਵਿੱਚ ਅੱਗ ਦਾ ਕੰਮ ਕਰਦੇ ਨੇ, ਦੋਨੋਂ ਭਾਈਚਾਰਿਆਂ 'ਚ ਅੱਗ ਫੈਲਾਉਂਦੇ ਨੇ। ਹੁਣ ਇਹ ਇਦਾਂ ਬੋਲੇਗਾ, ਉਧਰੋਂ ਮੈਂ ਇਦਾਂ ਬੋਲਾਂਗਾ, ਤੇ ਕਿਤੇ ਨਾ ਕਿਤੇ ਲੋਕਾਂ ਦੇ ਵਿੱਚ ਵੀ ਇਹ ਚਰਚਾ ਬਣ ਕੇ ਫਿਰ ਦੋਨਾਂ 'ਚ ਨਫ਼ਰਤ ਫੈਲਦੀ ਹੈ। ਅਜੀਤ ਪੁਲੇ ਦਾ ਜਦ ਬਾਰ-ਬਾਰ ਜ਼ਿਕਰ ਹੁੰਦਾ, ਥੋੜਾ ਜਿਹਾ ਚਾਨਣਾ ਪਾਓਗੇ ਕਿਸ ਤਰੀਕੇ ਦਾ ਇਹ ਕਿਉਂ ਮਤਲਬ ਉਸ ਨੂੰ ਜੇਲ੍ਹ ਦੇ ਵਿੱਚ ਮਾਰਿਆ ਗਿਆ, ਜਾਂ ਕੀ ਕਾਰਨ ਰਹੇ, ਜਾਂ ਉਹ ਕਿਉਂ ਨਹੀਂ ਲੋਕ ਨੂੰ ਪਸੰਦ ਕਰਦੇ? ਉਸ ਕੇਸ 'ਚ ਹੀ ਨਾਮਜ਼ਦ ਜ਼ਰੂਰ ਹੋਏ ਆ। ਉਹ ਕੇਸ ਜਿਹੜਾ 2008 ਵਿੱਚ ਹੋਇਆ ਸੀਗਾ। ਬਾਕੀ ਚਲੋ ਉਹਦਾ ਉਹ ਕਾਨੂੰਨੀ ਜਿਹੜਾ ਹੁੰਦਾ ਉਹ ਤਾਂ ਅਸੀਂ ਨਹੀਂ, ਚਲੋ ਜੋ ਕਾਨੂੰਨੀ ਫਾਈਲ ਆ ਉਹਦੇ ਬਾਰੇ ਜ਼ਿਆਦਾ ਅਸੀਂ ਨਹੀਂ, ਕਿਉਂਕਿ ਕਾਨੂੰਨ ਆਪਣੀ ਜਗ੍ਹਾ ਕੰਮ ਕਰਦਾ ਹੈ। ਬਾਕੀ ਚਲੋ ਬੰਦਾ ਇੱਕ ਬੜਾ ਮਤਲਬ ਇੱਕ ਰਾਖਸ਼ ਬਿਰਤੀ ਦਾ ਬੰਦਾ ਸੀਗਾ। ਛੋਟੀਆਂ ਬੱਚੀਆਂ ਨਾਲ ਗੈਂਗ ਰੇਪ ਹੁੰਦੇ ਸੀਗੇ। ਪਾਪੀ ਪੁੱਲਾ ਕਿਹਾ ਜਾਂਦਾ ਹੈ ਜੀ। ਅਸੀਂ ਉਹਨੂੰ ਪਾਪੀ ਕਹਿ ਕੇ ਸੰਬੋਧਨ ਕਰਦੇ ਹਾਂ ਕਿਉਂਕਿ ਉਹਦੇ ਕਾਰਜ ਸੀ ਨਾ ਜਿਹੜੇ ਉਹ ਇਹੋ ਜਿਹੇ ਸੀਗੇ। ਛੋਟੀਆਂ ਬੱਚੀਆਂ ਨਾਲ ਗੈਂਗ, ਛੋਟੇ ਬੱਚਿਆਂ ਨੂੰ ਗੋਲੀ ਮਾਰ ਦੇਣੀ, ਬੰਦੇ ਨੂੰ ਵੱਢ ਕੇ ਕੱਟ ਕੇ ਦੇਗ 'ਚ ਉਬਾਲ ਕੇ ਖਾ ਜਾਣਾ। ਚਲੋ ਉਸ ਦੇ ਕੀਤੇ ਕਰਮਾਂ ਦਾ, ਉਸ ਦੇ ਕੀਤੇ ਦਾ ਅਸੀਂ ਇਹ ਕਹਿ ਸਕਦੇ ਕਿ ਉਸ ਦੇ ਕੀਤੇ ਕਰਮਾਂ ਦਾ ਨਿਸ਼ਾਂਤ ਸ਼ਰਮਾ ਨੂੰ ਚਾਹੀਦਾ ਹੈ ਕਿ ਇਦਾਂ ਦੇ ਬੰਦੇ ਦੀ ਵਕਾਲਤ ਕਰਨ ਦਾ ਮਤਲਬ ਇਹ ਕਿ ਤੁਸੀਂ ਵੀ ਉਸੇ ਬਿਰਤੀ ਦੇ ਜੀ, ਤੁਹਾਡੀ ਸੋਚ ਵੀ ਉਦਾਂ ਦੀ ਆ ਕਿ ਤੁਸੀਂ ਉਹਦੇ ਨਾਲ ਫਿਰ ਘੱਟ ਨਹੀਂ। ਜੇ ਤੁਸੀਂ ਕਹਿੰਦੇ ਜੇ ਕਿ ਉਹਨਾਂ ਬੰਦਿਆਂ ਨੂੰ ਅਸੀਂ ਸਜ਼ਾ ਦਿਵਾਉਣਾ ਚਾਹੁੰਦੇ ਆ, ਤੇ ਹੁਣ ਉਹ ਕਹਿ ਰਿਹਾ ਕਿ ਮੈਂ ਬਟਾਲੇ ਆ ਕੇ ਪ੍ਰੈਸ ਕਾਨਫਰੰਸ ਕਰਾਂਗਾ। ਦੇਖੋ ਮੈਂ ਪਹਿਲਾਂ ਉਹਦਾ ਬਿਆਨ ਆਇਆ, ਸਾਨੂੰ ਬੜੀ ਖੁਸ਼ੀ ਹੋਈ, ਪਰ ਹੁਣ ਵਾਲੇ ਬਿਆਨ ਦੇ ਵਿੱਚ ਚਲੋ ਵਧੀਆ ਲੱਗਾ ਕਿ ਚਲੋ ਹਰ ਬੰਦੇ ਨੂੰ ਇੱਕ ਸੱਚ ਦਾ ਸਾਥ ਦੇਣਾ ਚਾਹੀਦਾ, ਕੋਈ ਵੀ ਹੋਏ, ਕਿਸੇ ਵੀ ਕੈਟਾਗਰੀ ਦਾ। ਪਰ ਹੁਣ ਜਦੋਂ ਉਹਨਾਂ ਨੇ ਕਿਹਾ ਕਿ ਮੈਂ ਬਟਾਲੇ ਆ ਕੇ ਪ੍ਰੈਸ, ਉੱਥੇ ਦੀ ਪ੍ਰੈਸ ਕਾਨਫਰੰਸ ਜਿਹੜੀ ਸੀ ਉਹ ਪ੍ਰਸ਼ਾਸਨ ਨੇ ਰੋਕ ਦਿੱਤੀ। ਹੁਣ ਕਹਿੰਦਾ ਬਟਾਲੇ ਆ ਕੇ ਕਰਾਂਗਾ। ਔਰ ਬਟਾਲੇ ਆ ਕੇ ਮੈਂ ਉਹਨਾਂ ਨੂੰ ਇਹੀ ਕਹਿੰਦਾ ਕਿ ਬਟਾਲੇ ਆ ਕੇ ਪ੍ਰੈਸ ਕਾਨਫਰੰਸ ਕਰਨੀ ਉਹਦਾ ਇੱਕ ਸੁਪਨਾ ਵਾ। ਇੱਥੇ ਆ ਕੇ ਵੜ ਕੇ ਵਿਖਾਲੇ, ਫਿਰ ਅਸੀਂ ਇਹਨੂੰ ਦੱਸਾਂਗੇ ਕਿ ਮਤਲਬ ਕਿਸੇ ਇਹੋ ਜਿਹੇ ਬੰਦੇ ਦੀ ਵਕਾਲਤ ਕਰਨੀ ਕਿੰਨੀ ਮਹਿੰਗੀ ਪੈਂਦੀ। ਇਹ ਨਹੀਂ ਵੀ ਕੋਈ ਕਾਨੂੰਨ ਨੂੰ ਹੱਥ 'ਚ ਲਵਾਂਗੇ, ਪਰ ਇਹੋ ਜਿਹੇ ਬੰਦੇ
ਵਾ ਕਿ ਇਹਨਾਂ ਕੱਲ ਨੂੰ ਜੇ ਫਿਰ ਅਸੀਂ ਕੋਈ ਸਖਤ ਸਟੈਪ ਚੁੱਕ ਲੈਂਦੇ ਆ, ਐਵੇਂ ਕਿਸੇ ਦਾ ਇੱਥੇ ਫੜ ਕੇ ਫਿਰ ਮੂੰਹ ਕਾਲਾ ਕਰਕੇ ਫਿਰ ਇਹੋ ਜਿਹੇ ਬੰਦੇ ਦੀ ਵੀਡੀਓ ਬਣਾ ਕੇ ਪਾ ਦੀ, ਫਿਰ ਕਹਿੰਦਾ ਬਹੁਤ ਮਾੜਾ ਕਰਦੇ ਨੇ ਨਫਤੇਸ਼ ਸਿੰਘ। ਮੁੱਖ ਦੀ ਗੱਲ ਇਹ ਅੱਛਾ ਵੀਰ ਜੀ, ਇੱਕ ਗੱਲ ਹੋਰ ਆ, ਮਤਲਬ ਹਸਪੀਟਲ ਖੁੱਲ੍ਹਣ ਜਾ ਰਿਹਾ, ਕੀ ਕਹਿਣਾ ਚਾਹੋਗੇ ਪਬਲਿਕ ਨੂੰ? ਹੁਣ ਹਸਪੀਟਲ ਦੇ ਮਨਜੀਤ ਸਿੰਘ ਮੰਨਾ ਜੀ ਵੀ ਇੱਥੇ ਪਹੁੰਚੇ ਨੇ, ਤੁਸੀਂ ਦੇਖ ਸਕਦੇ ਹੋ ਕਿ ਸਿੰਘ ਗੱਗੂ ਨੂੰ ਮਿਲਣ ਲਈ ਪਹੁੰਚੇ ਨੇ, ਸਨਮਾਨ ਕਰਨ ਲਈ ਪਹੁੰਚੇ ਨੇ। ਅੱਜ ਇਹ ਹਸਪਤਾਲ ਫਿਰ ਦੁਬਾਰਾ ਸ਼ੁਰੂ ਕੀਤਾ ਗਿਆ। ਸਭ ਤੋਂ ਪਹਿਲਾਂ ਮਨਜੀਤ ਸਿੰਘ ਮੰਨਾ ਨਾਲ ਰੰਗ ਚੱਲ ਕੇ ਗੱਲ ਕਰਦੇ, ਉਸ ਤੋਂ ਬਾਅਦ ਨਵਤੇਜ ਗੱਗੂ ਕੋਲ ਫਿਰ ਇੱਕ ਦੋ ਸਵਾਲ ਕਰਾਂਗੇ। ਮੰਨਾ ਜੀ, ਕੀ ਕਹਿਣਾ ਚਾਹੋਗੇ? ਕੀ ਲੱਗਦਾ ਹੈ ਕਿਉਂ ਸਮਾਜ ਸੇਵਾ ਦੇ ਨਵਤੇਜ ਭਾਈ ਦਾ ਫੋਨ ਪੋਲਿਟਿਕਸ ਚੱਲਦੀ ਹੈ ਜਿਹੜੇ ਪ੍ਰੋਫੈਸ਼ਨਲ ਪੋਲੀਟੀਸ਼ੀਅਨ ਨੇ ਆਪਣੇ ਬੱਚਿਆਂ ਨੂੰ ਅੱਗੇ ਲਿਆ, ਉਹ ਦੂਜਾ ਉਹ ਇਹਨਾਂ ਬੱਚਿਆਂ ਨੂੰ ਛੱਡਣਾ ਹੀ ਨਹੀਂ ਚਾਹੁੰਦੇ। ਜਦੋਂ ਸਮਾਜ ਸੇਵੀ ਕੋਈ ਕੰਮ ਕਰਦੇ ਨੇ ਤੇ ਉਹਨਾਂ ਨੂੰ ਖਤਰਾ ਮਹਿਸੂਸ ਹੁੰਦਾ ਕਿ ਲੋਕ ਇਹਨਾਂ ਦੀ ਇੱਜ਼ਤ ਕਰ ਰਹੇ ਨੇ, ਲੋਕ ਇਹਨਾਂ ਨਾਲ ਜੁੜ ਰਹੇ ਨੇ। ਮੇਰੀ ਉਹਨਾਂ ਨੂੰ ਬੇਨਤੀ ਆ ਕਿ ਕਿਸੇ ਨੂੰ ਸੜਨ ਦੀ ਬਜਾਏ ਤੁਸੀਂ ਸਹੀ ਤਰੀਕੇ ਨਾਲ ਅਗਲੇ ਦੀ ਰੀਸ ਕਰਿਆ ਕਰੋ, ਇਸ ਤਰੀਕੇ ਦੇ ਕੰਮ ਕਰਿਆ ਕਰੋ। ਜਿਸ ਦਿਨ ਇਹ ਹਸਪਤਾਲ ਬੰਦ ਕੀਤਾ ਸੀਗਾ, ਮੇਰੇ ਮਨ 'ਚ ਬੜਾ ਰੋਸ ਸੀਗਾ। ਇਹਨਾਂ ਦੇ ਭਾਈ ਸਾਹਿਬ ਨਾਲ ਮੇਰੀ ਗੱਲ ਵੀ ਹੋਈ ਸੀ ਕਿ ਮੈਂ ਇੱਥੇ ਆਉਣਾ ਚਾਹੁੰਦਾ। ਕੋਰਟ ਦਾ ਇੱਕ ਪ੍ਰੋਸੈਸ ਚੱਲ ਰਿਹਾ ਸੀਗਾ ਕਿ ਇਹਨਾਂ ਨੂੰ ਉੱਥੋਂ ਬੇਲ ਲੈਣੀ ਪੈਣੀ ਸੀਗੀ। ਸਾਨੂੰ ਵੀ ਇਹ ਕਿਹਾ ਗਿਆ ਕਿ 2-3 ਦਿਨ ਆਉਣ ਦੀ ਲੋੜ ਨਹੀਂ, ਇੱਥੇ ਬੇਲ ਹੋ ਜਾਣੀ ਹੈ। ਪਰ ਮੇਰੇ ਮਨ 'ਚ ਸਭ ਤੋਂ ਵੱਡਾ ਰੋਸ ਇਹ ਸੀ, ਹਸਪਤਾਲ ਕਿਉਂ ਬੰਦ ਕੀਤਾ ਗਿਆ? ਕੀ ਗੱਲ ਇੱਥੇ ਕੋਈ ਲੁੱਟਿਆ ਜਾ ਰਿਹਾ ਸੀ ਲੋਕਾਂ ਨੂੰ? ਮਤਲਬ ਇੱਥੇ ਕੋਈ ਕੰਪਲੇਂਟ ਸੀਗੀ, ਇੱਥੇ ਕੋਈ ਗਲਤ ਧੰਦਾ ਹੋ ਰਿਹਾ ਸੀਗਾ? ਜਦੋਂ ਕਰੋਨਾ ਦੀ ਆੜ 'ਚ ਤੁਸੀਂ ਹਸਪੀਟਲ ਨੂੰ ਬੰਦ ਕੀਤਾ, ਫਿਰ ਗੁੱਗੂ ਵੀ ਕੋਈ ਨਵੇਂ ਸੂਲ ਸੀਗੇ? ਇਹ ਜਿਹੜਾ ਹਿਊਮੈਨਿਟੀ ਹਸਪਤਾਲ ਹੈ, ਇਹਦੇ ਲਈ ਵੱਖਰੇ ਰੂਲ ਕਿਉਂ ਸੀ? ਕੈਪਟਨ ਅਮਰਿੰਦਰ ਸਿੰਘ ਸਟਾਰਟਿੰਗ 'ਚ ਦੇਖੋ ਸੂਬੇ ਦੇ ਵਿੱਚ ਉਹਨਾਂ ਦੀ ਇੱਕ ਸਖਤ ਸਟੇਟਮੈਂਟ ਸੀ, ਪ੍ਰਾਈਵੇਟ ਹਸਪੀਟਲ ਬੰਦ ਨਹੀਂ ਹੋਣ ਦੇਣਾ, ਕਿਸੇ ਦੀ ਓਪੀਡੀ ਬੰਦ ਨਹੀਂ ਹੋਣ ਦੇਣੀ ਜਦੋਂ ਡਾਕਟਰ। ਤੇ ਫਿਰ ਇਹਨਾਂ ਲਈ ਕੋਈ ਵੱਖਰਾ ਸੀਗਾ? ਤੁਸੀਂ ਉਹਨਾਂ ਦੇ ਹੁਕਮਾਂ ਦੀਆਂ ਧੱਜੀਆਂ ਉਡਾਉਂਦੇ ਹੋਏ ਹਸਪਤਾਲ ਬੰਦ ਕੀਤਾ। ਇਸ ਆੜ ਦੇ ਵਿੱਚ ਕਿ ਅੰਦਰ ਕੋਈ ਕਰੋਨਾ ਪੇਸ਼ੈਂਟ ਸੀ, ਉਹਨਾਂ ਦੇ ਪੋਜ਼ਿਟਿਵ ਆ ਗਏ। ਹੁਣ ਲਈ ਆਪਣੇ ਰੂਲ ਵੱਖਰੇ ਨੇ ਤੇ ਜੇ ਕੋਈ ਸਮਾਜ ਸੇਵਾ ਕਰਦਾ ਉਹਦੇ ਲਈ ਰੂਲ ਵੱਖਰੇ ਨੇ। ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਐਸਐਸਪੀ ਵਿਜੀਲੈਂਸ ਦੇ ਦਫ਼ਤਰ ਉਹਨਾਂ ਦਾ ਰੀਡਰ ਜਿਹੜਾ ਕਰੋਨਾ ਪੋਜ਼ਿਟਿਵ ਆ ਗਿਆ, ਕੀ ਗੱਲ ਹਸਪਤਾਲ ਕਿਉਂ ਨਹੀਂ ਬੰਦ ਕੀਤਾ ਤੁਸੀਂ 15 ਦਿਨ ਲਈ? ਉਸ ਤੋਂ ਬਾਅਦ ਜੇਆਈਸੀ ਦਫ਼ਤਰ ਹੈ, ਮਿਸਟਰ ਕੁੰਵਰ ਵਿਜੇ ਪ੍ਰਤਾਪ ਉੱਥੇ ਬੈਠਦੇ ਨੇ, ਉੱਥੇ ਇੱਕ ਬੰਦਾ ਪੋਜ਼ਿਟਿਵ ਆ ਗਿਆ, ਤੁਸੀਂ ਉਹਨੂੰ ਮਤਲਬ ਕਿਉਂ ਨਹੀਂ ਕੀਤਾ ਕੁਆਰੰਟਾਈਨ? ਅੰਮ੍ਰਿਤਸਰ ਇੰਪਰੂਵਮੈਂਟ ਟਰਸਟ ਦੇ ਵਿੱਚ ਕੋਈ ਬੰਦਾ ਪੋਜ਼ਿਟਿਵ ਆ ਗਿਆ, ਤੁਸੀਂ ਉਹਨੂੰ ਕੁਆਰੰਟਾਈਨ ਕਿਉਂ ਨਹੀਂ ਕੀਤਾ ਗਿਆ? ਕੁਆਰੰਟਾਈਨ ਬੰਦੇ ਨੂੰ ਕੀਤਾ ਜਾਂਦਾ। ਇਮਾਰਤ ਜਿਹੜੀ ਸੈਨੀਟਾਈਜ਼ ਕੀਤੀ ਜਾਂਦੀ ਆ, ਤੁਸੀਂ ਇਹਨੂੰ ਸੈਨੀਟਾਈਜ਼ ਕਰਾ ਲੈਂਦੇ। ਹਸਪਤਾਲ ਕਿਉਂ? ਕਿਹੜੀ ਸਾਜ਼ਿਸ਼ ਨਾਲ? ਕੀ ਇਹਨੂੰ ਨੀਵਾਂ ਵਿਖਾਉਣਾ ਚਾਹੁੰਦੇ ਹੋ? ਕੀ ਮਤਲਬ ਤੁਹਾਡੇ ਮਨ ਦੇ ਵਿੱਚ ਮਨਸ਼ ਹੈ? ਜੇ ਚੰਗੇ ਕੰਮ ਕਰਦਾ ਤੇ ਤੁਸੀਂ ਇਹਦੀ ਰੀਸ ਕਰੋ ਨਾ, ਇਹਦੇ ਕੰਮਾਂ ਤੋਂ ਸੜੋ ਨਾ, ਇਹਨੂੰ ਰੋਕਣ ਦੀ ਕੋਸ਼ਿਸ਼ ਨਾ ਕਰੋ। ਜਿੰਨਾ ਤੁਸੀਂ ਕਿਸੇ ਤੇ ਦਬਾਅ ਬਣਾਓਗੇ, ਮੈਨੂੰ ਅੱਜ ਪਹਿਲੀ ਵਾਰੀ ਮੌਕਾ ਮਿਲਿਆ ਇਹਨਾਂ ਨੂੰ ਮਿਲਣ ਦਾ ਵੀ ਤੇ ਇਸ ਹਸਪਤਾਲ ਦੇ ਵਿੱਚ ਆਉਣ ਦਾ ਵੀ, ਅੱਜ ਦੁਬਾਰਾ ਸ਼ੁਰੂ ਹੋਣ ਜਾ ਰਿਹਾ। ਜਿੱਥੇ ਕਿਤੇ ਵੀ ਕੋਈ ਲੋਕਾਂ ਨਾਲ ਧੱਕਾ ਹੁੰਦਾ, ਮੈਂ ਸਮੂਹ ਦੁਨੀਆ ਨੂੰ ਅਪੀਲ ਕਰਦਾ ਕਿ ਇੱਕ ਦੂਜੇ ਦਾ ਸਾਥ ਦਿਆ ਕਰੋ, ਨਹੀਂ ਤੇ ਇਹਨਾਂ ਪ੍ਰੋਫੈਸ਼ਨਲ ਲੋਕਾਂ ਨੇ ਤੁਹਾਡਾ ਬੇੜਾ ਗਰਕ ਕਰ ਦਿੱਤਾ। ਦੋ ਚੀਜ਼ਾਂ ਸਮਾਜ ਦੇ ਵਿੱਚ ਸਾਡੀਆਂ ਅੱਜ ਮੁੱਢਲੀਆਂ ਨੇ, ਜਿਸ ਦਿਨ ਇਹ ਦੋ ਚੀਜ਼ਾਂ ਸੁਧਰ ਜਾਣਗੀਆਂ, ਹਿੰਦੁਸਤਾਨ ਦਾ ਨਕਸ਼ਾ ਹੀ ਬਦਲ ਸਕਦਾ। ਨੰਬਰ 1 ਐਜੂਕੇਸ਼ਨ, ਨੰਬਰ 1 ਐਜੂਕੇਸ਼ਨ। ਗਰੀਬ ਬੱਚਿਆਂ ਨੂੰ ਪੜ੍ਹਨ ਹੀ ਨਹੀਂ ਦਿੱਤਾ ਜਾਂਦਾ। ਜਦੋਂ ਵੀ ਦੁਨੀਆ ਦੇ ਵਿੱਚ ਬਦਲਾਅ ਆਉਂਦਾ, ਗਰੀਬ ਲੈ ਕੇ ਆਉਂਦਾ, ਤਗੜੇ ਨੂੰ ਤੇ ਲੋੜ ਹੀ ਨਹੀਂ ਬਾਹਰ ਨਿਕਲਣ ਦੀ, ਉਹਦੀ ਤੇ ਰੋਟੀ ਪਾਣੀ ਵੀ ਚੱਲਦੀ, ਉਹਦੀ ਸਾਰੇ ਸੁੱਖ ਸਾਧਨ ਵੀ ਚੱਲਦੇ ਨੇ। ਗਰੀਬ ਬੱਚਿਆਂ ਨੂੰ ਪੜ੍ਹਨ ਨਹੀਂ ਦਿੱਤਾ ਜਾਂਦਾ। ਦੂਜਾ, ਮੈਡੀਕਲ ਸੇਵਾਵਾਂ ਕਿਤੇ ਵੀ ਨਹੀਂ ਹੈਗੀਆਂ ਹਿੰਦੁਸਤਾਨ ਦੇ ਵਿੱਚ। ਸਰਕਾਰੀ ਹਸਪਤਾਲਾਂ ਦੇ ਤੁਸੀਂ ਹਾਲਾਤ ਵੇਖ ਸਕਦੇ ਹੋ। ਇਹਨੂੰ ਮੈਂ ਕਹਿੰਦਾ ਗੁੱਗੂ ਹਸਪਤਾਲ ਬੰਦ ਕਰ ਦੂਗਾ। ਸਰਕਾਰ ਬੀੜਾ ਚੁੱਕੇ ਕਿ ਇਹਦੇ ਨਾਲ ਦੇ ਜਿੰਨੇ ਸਰਕਾਰੀ ਹਸਪਤਾਲ ਨੇ ਸਾਰੇ ਇਹੋ ਜਿਹੇ ਕਰ ਦਿਆਂਗੇ। ਮੈਂ ਇੱਥੇ ਆ ਕੇ ਨਾਲ ਭਰਾ ਨੂੰ ਬੇਨਤੀ ਕਰਕੇ ਤਾਲਾ ਲਵਾਉਂ, ਪਹਿਲਾਂ ਤੁਸੀਂ ਆਪਣੀਆਂ ਸਿਹਤ ਸੇਵਾਵਾਂ ਤੇ ਸੁਧਾਰੋ। ਤੁਸੀਂ ਲੋਕਾਂ ਮੰਨਾ ਜੀ, ਮੈਡੀਕਲ ਲਾਈਨ ਦੇ ਵਿੱਚ ਹੀ ਕਿਉਂ? ਲੁਧਿਆਣੇ ਦੇ ਵਿੱਚ ਉਹ ਖੋਲੀ ਗਈ ਮੈਡੀਕਲ ਸਟੋਰ, ਉੱਥੇ ਦਵਾਈਆਂ ਸਸਤੀਆਂ ਮਿਲਣੀਆਂ ਸ਼ੁਰੂ ਹੋਈਆਂ, ਲੋਕਾਂ ਨੇ ਉੱਥੋਂ ਦਵਾਈਆਂ ਖਰੀਦਣੀਆਂ ਸ਼ੁਰੂ ਹੋਈਆਂ। ਕੁਝ ਦਿਨਾਂ ਬਾਅਦ ਹੱਲਾ ਗੁੱਲਾ ਹੋ ਗਿਆ, ਉਹਦੇ ਉੱਤੇ ਵੀ ਦਬਾਅ ਬਣ ਗਿਆ। ਇਸ ਤਰ੍ਹਾਂ ਹੀ ਨਵਤੇਜ ਗੱਗੂ ਜਿਨ੍ਹਾਂ ਨੇ ਹਸਪਤਾਲ ਸ਼ੁਰੂ ਕੀਤਾ, ਫ੍ਰੀ ਇਲਾਜ ਸ਼ੁਰੂ ਕੀਤੇ, ਲੱਖ ਰੁਪਏ ਦਾ ਆਪਰੇਸ਼ਨ 6500 'ਚ ਹੋਣਾ ਸ਼ੁਰੂ ਹੋ ਗਿਆ, 500 ਦੀ ਦਵਾਈ 50 ਰੁਪਏ 'ਚ ਮਿਲਣੀ ਸ਼ੁਰੂ ਹੋ ਗਈ। ਪਰ ਇਹਨਾਂ ਦੇ ਉੱਤੇ ਵੀ ਉਹੀ ਦਬਾਅ ਬਣਨੇ ਸ਼ੁਰੂ ਹੋ ਗਏ। ਕੀ ਸਮਝਦੇ ਹੋ ਕਿਉਂ? ਮੈਂ ਫਿਰ ਇੱਕ ਗੱਲ ਕਹਿ ਰਿਹਾ ਜੀ, ਇਹ ਮਾਫੀਆ ਬੜਾ ਹਾਵੀ ਹੈ। ਇਹ ਹਰ ਚੀਜ਼ 'ਚ ਮਾਫੀਆ, ਸਿਆਸਤ 'ਚ ਮਾਫੀਆ, ਜਿਹੜੇ ਵੀ ਕੰਮ ਕਰਨੇ ਉਸ 'ਚ ਮਾਫੀਆ। ਪਹਿਲੀ ਗੱਲ, ਜੇ ਮੈਡੀਕਲ ਸਟੋਰ ਹੈ ਤੇ ਡਾਕਟਰ ਆਪਣਾ ਸਾਲਟ ਕਿਉਂ ਨਹੀਂ ਲਿਖਦਾ? ਉਹਨੂੰ ਕੀ ਜ਼ਰੂਰਤ ਹੈ ਆਪਣੀਆਂ ਦਵਾਈਆਂ ਪ੍ਰਿੰਟ ਕਰਾ ਕੇ ਲਿਖਣ ਦੀ? ਮਤਲਬ ਇਹ ਉੱਠਣ ਹੀ ਨਹੀਂ ਦੇਣਾ ਚਾਹੁੰਦੇ। ਔਰ ਮੈਂ ਅੰਮ੍ਰਿਤਸਰ ਦੇ ਵਿੱਚ ਐਡਾ ਵੱਡਾ ਘਪਲਾ ਜਿਹੜਾ ਕੱਢਿਆ, EMC ਤੇ ਤੁੱਲੀ ਦਾ ਅੱਜ ਪਰਚਾ ਆ, ਇੱਕ ਬੰਦੇ ਦੀ ਸਟੇਟਮੈਂਟ ਮੈਨੂੰ ਵਿਖਾ ਦਿਓ ਹਸਪੀਟਲ ਦੇ ਖਿਲਾਫ ਆਈ ਹੋਵੇ। ਕਾਰਨ ਕੀ ਹੈ ਕਿ ਜਦੋਂ ਵੀ ਹਸਪੀਟਲ ਵਾਲੇ ਨੇ ਇਲੈਕਸ਼ਨ ਆਉਂਦੀ ਹੈ, 2-4-5 ਲੱਖ ਰੁਪਈਆ ਸਾਡੇ ਵਰਗੇ ਲੀਡਰਾਂ ਨੂੰ ਦਿੰਦੇ ਨੇ। ਅਸੀਂ ਬੜੀ ਕੁੱਤੀ ਜਮਾਤ ਦੇ ਲੋਕ ਆ। ਮੈਂ ਫਿਰ ਤੁਹਾਨੂੰ ਕਹਿਣ ਲੱਗਾ, ਮੈਂ ਉਦੋਂ ਵੀ ਬੋਲ ਕੇ ਹਟਿਆ ਸੀਗਾ ਕਿ ਭੈਣ ਭਰਾ ਦਾਖਲ ਹੈ, ਮੈਂ ਫੋਨ ਕਰਦਾ ਜੀ, ਇਹਦਾ ਖਿਆਲ ਰੱਖਿਓ ਜੀ, ਇਹਦੇ ਕੋਲ ਬਿੱਲ ਘੱਟ ਲੈ ਲਿਓ ਜੀ। ਉਹ ਬਿੱਲ ਮੇਰੇ ਕਹਿਣ ਤੇ ਘੱਟ ਕਰ ਦੇਣਗੇ, ਉਹਦੇ ਬਦਲੇ ਮੈਂ ਸਾਰਾ ਸ਼ਹਿਰ ਇਹਨਾਂ ਦੇ ਹਵਾਲੇ ਕਰ ਦਿੰਦਾ। ਲੁੱਟ ਲਓ। ਇਹਨਾਂ ਲੀਡਰਾਂ ਨੂੰ ਆਪਣਾ ਜ਼ਮੀਰ ਜਗਾਉਣਾ ਚਾਹੀਦਾ, ਨਹੀਂ ਤੇ ਇਹ ਤਿਆਰ ਰਹਿਣ, ਇਹੋ ਜਿਹੇ ਸਮਾਜ ਸੇਵੀ ਅੱਗੇ ਆਉਂਦੇ ਰਹਿਣਗੇ ਔਰ ਇਹਨਾਂ ਨੂੰ ਸੱਤਾ ਤੋਂ ਲਾਂਭੇ ਕਰਦੇ। ਮੈਂ ਤੇ ਹਰ ਜਿਹੜਾ ਬੰਦਾ NGO ਚਲਾਉਂਦਾ, ਮੇਰੀ ਉਹਨੂੰ ਬੇਨਤੀ ਆ, ਮੇਰੀ ਇਹਨਾਂ ਨੂੰ ਵੀ ਬੇਨਤੀ ਆ
ਕਿ ਕੱਲਾ ਹਸਪਤਾਲ ਚਲਾ ਕੇ ਸਾਰੇ ਸਮਾਜ ਦੇ ਦੁੱਖ ਨਹੀਂ ਜਿਹੜੇ ਦੂਰ ਕੀਤੇ ਜਾ ਸਕਦੇ। ਸਿਰਫ ਦੁਨੀਆ ਬਿਮਾਰ ਹੀ ਨਹੀਂ ਹੈਗੀ, ਦੁਨੀਆ ਕੋ ਰੋਟੀ ਵੀ ਨਹੀਂ ਹੈਗੀ, ਦੁਨੀਆ ਕੋ ਪੜ੍ਹਾਈ ਵੀ ਨਹੀਂ ਹੈਗੀ, ਦੁਨੀਆ ਕੋ ਕੰਮਕਾਰ ਵੀ ਨਹੀਂ ਹੈਗਾ। ਇਹਦੇ ਨਾਲ ਸਿਆਸਤ ਦਾ ਹਿੱਸਾ ਬਣੋ। ਜਿਹੜਾ ਬੰਦਾ ਵੀ NGO ਚਲਾਉਂਦਾ ਉਹਨੂੰ ਇੱਕ ਆਪਣਾ ਪੋਲੀਟੀਕਲ ਵਿੰਗ ਤਿਆਰ ਕਰਨਾ ਪਊਗਾ ਤਾਂ ਜੋ ਲੋਕਾਂ ਨੂੰ ਜਾਗਰੂਕ ਕਰ ਸਕਣ। ਮੈਂ ਨਹੀਂ ਕਹਿੰਦਾ ਇਹ ਇਲੈਕਸ਼ਨ ਲੜਨ, ਮੈਂ ਇਲੈਕਸ਼ਨ ਲੜਾਂ, ਪਰ ਲੋਕਾਂ ਨੂੰ ਜਾਗਰੂਕ ਕਰਨਾ ਬੜਾ ਜ਼ਰੂਰੀ ਹੈ। ਜਿਵੇਂ ਤੁਸੀਂ ਗਰੀਬਾਂ ਦੇ ਇਲਾਜ ਕਰਦੇ ਹੋ ਉਸੇ ਤਰੀਕੇ ਗਰੀਬਾਂ ਦੇ ਬੱਚਿਆਂ ਨੂੰ ਲੀਡਰ ਬਣਾਓ। ਉਹਨਾਂ ਨੂੰ ਕਹੋ ਜੇ ਤੁਹਾਨੂੰ ਨੌਕਰੀ ਨਹੀਂ ਮਿਲ ਸਕਦੀ, ਤੁਹਾਨੂੰ ਕੁਝ ਨਹੀਂ ਹੋ ਸਕਦਾ ਤੇ ਆਪਣੀ ਜ਼ਿੰਦਗੀ ਸਮਾਜ ਦੇ ਲੇਖੇ ਲਾਓ। ਮੈਂ ਬਾਰ-ਬਾਰ ਪੰਜਾਬੀਆਂ ਨੂੰ ਕਹਿਣਾ ਕਿ ਇੱਕ ਪੀੜ੍ਹੀ ਨੂੰ ਤੁਹਾਨੂੰ ਕੁਰਬਾਨੀ ਦੇਣੀ ਪੈਣੀ ਆ। ਸਾਡੇ ਤੇ ਪੋਲੀਟੀਕਲ ਮਾਫੀਆ ਐਡਾ ਹਾਵੀ ਆ ਕਿ ਮੇਰੀ ਰੋਜੀ ਰੋਟੀ ਨਾ ਚੱਲਦੀ ਹੋਵੇ ਤੇ ਮੈਂ ਘਰ 'ਚ ਕਰਿਆਨੇ ਦੀ ਦੁਕਾਨ ਵੀ ਕਰਨੀ ਹੋਵੇ ਤੇ ਮੈਨੂੰ ਕਾਉਂਸਲਰ ਨੂੰ ਸਲੂਟ ਮਾਰਨਾ ਪਊਗਾ, ਮੈਨੂੰ MLA ਨੂੰ ਸਲੂਟ ਮਾਰਨਾ ਪਊ, ਉਹਦੀ ਇਜਾਜ਼ਤ ਲੈਣੀ ਪਊਗੀ। ਇਹ ਮਾਫੀਆ ਹੈ, ਟੈਰਰਿਜ਼ਮ ਹੈ। ਇਹਦੇ ਲਈ ਲੋਕਾਂ ਨੂੰ ਆਪ ਤਿਆਰ ਹੋਣਾ ਪਊਗਾ। ਇੱਕ ਪੀੜ੍ਹੀ ਕੁਰਬਾਨੀ ਦਊਗੀ ਤੇ ਅਗਲੀ ਪੀੜ੍ਹੀ ਸਾਡੀ ਯਾਦ ਹੋਣੀ ਆ। ਨਹੀਂ ਤੇ ਸਾਡੀ ਤੇ ਗੁਲਾਮੀ 'ਚ ਨਿਕਲ ਗਈ ਆ। ਕਦੀ ਇਹ MLA ਨੂੰ ਫੋਨ ਕਰਨਗੇ, ਕਦੀ ਮੈਂ ਕਿਸੇ ਮੰਤਰੀ ਦੇ, ਮੇਰੇ ਮੁੰਡੇ ਗੇੜੇ ਕੱਢਦੇ ਫਿਰਨਗੇ ਬੱਚੇ ਮੇਰੇ। ਇੱਕ ਪੀੜ੍ਹੀ ਕੁਰਬਾਨੀ ਦਊਗੀ ਤੇ ਮੈਂ ਕਹੂੰਗਾ ਵੀ ਅਗਲੀ ਪੀੜ੍ਹੀ ਯਾਦ ਹੋ ਜੂਗੀ। ਕਾਗਜ਼ਾਂ 'ਚ ਸਾਨੂੰ ਆਜ਼ਾਦੀ ਮਿਲੀ ਆ 47 'ਚ, ਅੱਜ ਤੱਕ ਅਸੀਂ ਯਾਦ ਨਹੀਂ। ਬਿਲਕੁਲ ਕਿਤੇ ਨਾ ਕਿਤੇ ਆਪਣਾ ਜ਼ਮੀਰ ਜਗਾਉਣ ਦੀ ਲੋੜ ਹੈ। ਮਾਫੀਆ ਚਾਹੇ ਉਹ ਮੈਡੀਕਲ ਮਾਫੀਆ ਹੋਵੇ, ਰੇਤ ਮਾਫੀਆ ਹੋਵੇ ਜਾਂ ਕਿਸੇ ਹੋਰ ਤਰ੍ਹਾਂ ਦਾ ਮਾਫੀਆ ਹੋਵੇ, ਉਸ ਦੇ ਖਿਲਾਫ ਖੁਦ ਸਾਨੂੰ ਖੜਨ ਦੀ ਲੋੜ ਹੈ। ਨਵਤੇਜ ਪੂਰਾ ਆਖਰੀ ਸਵਾਲ ਕਰਦੇ ਆ ਜੇ ਗੱਲ ਕੀਤੀ ਜਾਵੇ, ਅਖੀਰ ਦਾ ਸਵਾਲ ਹੈ ਮੇਰਾ, ਲੋਕਾਂ ਨੂੰ ਕੀ ਕਹਿਣਾ ਚਾਹੋਗੇ? ਕਿਉਂਕਿ ਦੁਬਾਰਾ ਖੁੱਲ ਗਿਆ, ਲੋਕ ਇੰਤਜ਼ਾਰ 'ਚ ਸਨ ਕਿ ਇਹ ਦੁਬਾਰਾ ਗਰੀਬਾਂ ਦਾ ਹਸਪਤਾਲ ਦੁਬਾਰਾ ਖੁੱਲੇ, ਹੁਣ ਖੁੱਲ ਗਿਆ, ਕੀ ਅਪੀਲ ਕਰਨਾ ਚਾਹੋਗੇ? ਦੇਖੋ ਬੜੀ, ਫਿਰ ਮੈਂ ਕਹਿ ਰਿਹਾ ਕਿ ਬੜੀ ਖੁਸ਼ੀ ਦੀ ਗੱਲ ਆ। ਚਲੋ ਇਹ ਹਸਪੀਟਲ ਖੁੱਲਾ ਵਾ, ਇਹ ਹਜ਼ਾਰਾਂ ਲੋਕਾਂ ਵਿਚਾਰਿਆਂ ਦਾ ਫਾਇਦਾ, ਮਤਲਬ ਜਿਹੜੇ ਲੋਕ ਇਲਾਜ ਬਿਨਾਂ ਮਰ ਜਾਂਦੇ ਨੇ ਜਾਂ ਰੁੱਲ ਜਾਂਦੇ ਨੇ, ਇਹ ਉਹਨਾਂ ਦਾ ਹੁਣ ਫਾਇਦਾ ਹੋਏਗਾ। ਇਹਦੇ ਵਿੱਚ ਮੈਨੂੰ ਸਭ ਤੋਂ ਵੱਧ ਖੁਸ਼ੀ ਇਸ ਕਰਕੇ ਹੈ ਕਿ ਲੋਕਾਂ ਦੇ ਇਲਾਜ ਹੋਣ ਜਾ ਰਹੇ। ਤੇ ਨਵਤੇਜ ਗੱਗੂ ਨਾਲ ਵੀ ਗੱਲ ਕੀਤੀ, ਜਿਹੜੇ ਇੱਥੇ ਸਮਾਜ ਦੇ ਲੈ ਕੇ ਚੱਲੇ ਜਾ ਇੱਕ ਸਰੋਪ ਫੋਟੋ ਕਰ ਲਈ ਕੋਈ ਯਾਰ ਬਹੁਤ ਵਧੀਆ ਲੱਗ ਰਿਹਾ ਜੀ। ਦੇਖੋ ਇਹ ਮੇਰਾ ਹਸਪੀਟਲ ਨਹੀਂ, ਮੈਂ ਕਹਿੰਦਾ ਕਿ ਹਰ ਇੱਕ ਨੂੰ ਇਹ ਫਕਰ ਨਾਲ ਕਹਿਣਾ ਚਾਹੀਦਾ ਕਿ ਇਹ ਹਸਪੀਟਲ ਨਵਤੇਜ ਸਿੰਘ ਗੁੱਗੂ ਦਾ ਨਹੀਂ, ਇਹ ਹਸਪੀਟਲ ਸਾਡਾ ਵਾ। ਇਹ ਲੋਕਾਂ ਦਾ ਹਸਪੀਟਲ ਆ। ਜਿਹੜੇ 6-6 ਲੱਖ ਦੀਆਂ ਸਰਜਰੀਆਂ ਇੱਥੇ ਲਗਭਗ ਫ੍ਰੀ ਕੋਸਟ ਹੋ ਰਹੀਆਂ ਨੇ, ਇਹਦੇ ਨਾਲੋਂ ਵਧੀਆ। ਮੈਂ ਚਲੋ ਇਹ ਕਹਿੰਦਾ, ਮੇਰੇ ਲਫ਼ਜ਼ ਸ਼ਾਇਦ ਮੈਨੂੰ ਇਹ ਨਹੀਂ ਕਹਿਣਾ ਚਾਹੀਦਾ, ਪਰ ਗੁਰਦੁਆਰੇ, ਮੰਦਿਰ, ਮਸਜਿਦ ਵਿੱਚ ਜਾ ਕੇ ਜਿਹੜਾ ਅਸੀਂ ਪੈਸਾ ਦਿੰਦੇ ਆ ਜਾਂ ਉੱਥੇ ਕੋਈ ਨਹੀਂ ਆਉਂਦੇ ਉੱਤੇ, ਨਹੀਂ 2 ਮਿੰਟ ਖੜ ਜਾਓ। ਪਰ ਇਹ ਵੀ ਇੱਕ ਲੋਕਾਂ ਨੂੰ ਜੀਵਨ ਦੇਣ ਵਾਲੀ ਜਗ੍ਹਾ ਵਾ ਜਿੱਥੇ ਲੋਕ ਵੀ ਆਪਣਾ ਜੀਵਨ ਲੈ ਕੇ ਆਹੋ ਲੋਕਾਂ ਨੂੰ, ਇਹ ਲੋਕਾਂ ਵਾਸਤੇ ਖੁੱਲ ਗਿਆ ਵਾ। ਇਹਦੀ ਖੁਸ਼ੀ ਮੈਨੂੰ ਇੰਨੀ ਨਹੀਂ ਜਿੰਨੀ ਉਹਨਾਂ ਲੋਕਾਂ ਨੂੰ ਆ ਜਿਹੜੇ ਵਿਚਾਰੇ ਰੁਲ ਰਹੇ ਇਲਾਜ ਬਿਨਾਂ, ਜਿਹੜੇ ਵਿਚਾਰੇ ਦੀ ਜਾਨ ਚਲੀ ਜਾਂਦੀ। ਕਿੰਨਾ ਸਮਰਥਨ ਮਿਲ ਰਿਹਾ ਜੀ ਤੁਹਾਨੂੰ? ਬਹੁਤ ਵਧੀਆ ਸਮਰਥਨ, ਬੜਾ ਵਧੀਆ। ਸਾਰੇ ਵੀਰ ਆਏ ਨੇ, ਦਵਿੰਦਰ ਸਿੰਘ ਜੀ ਆਏ ਨੇ, ਹਾਂਜੀ ਹਾਂਜੀ, ਬਾਬਾ ਬਲਜੀਤ ਸਿੰਘ ਜੀ ਆਏ ਨੇ, SHO ਕਿਸ਼ਨ ਲਾਲ ਜੀ ਆਏ ਨੇ, ਔਰ ਸਾਰੇ ਵੀਰ ਆਏ ਨੇ। ਗਗਨਦੀਪ ਸਿੰਘ ਵੀਰ ਜੀ ਆਏ ਨੇ, ਨਿਹੰਗ ਸਿੰਘ ਜਥੇ ਆਏ ਨੇ ਸਾਡੇ ਕੋਲ। ਬੜੀ ਚੜ੍ਹਦੀ ਕਲਾ ਵਾਲੇ ਸਿੰਘ ਨੇ ਸਾਰੇ ਵੀਰਾਂ ਨੇ ਅੱਜ ਆ ਕੇ ਇੱਥੇ। ਵੈਸੇ ਤਾਂ ਅਸੀਂ ਚਾਹੁੰਦੇ ਸੀ, ਮੈਂ ਫਿਰ ਕਹਿੰਦਾ ਕਿ ਕਰੋਨਾ ਕਰਕੇ ਅਸੀਂ ਨਹੀਂ ਜ਼ਿਆਦਾ ਇਕੱਠ ਕਰਨਾ ਚਾਹੁੰਦੇ, ਪਰ ਲੋਕਾਂ ਦਾ ਪਿਆਰ ਜਿਹੜਾ ਉਹ ਖਿੱਚ ਕੇ ਲੈ ਆਉਂਦਾ ਹੈ। ਔਰ ਚਲੋ ਉਸ ਚੀਜ਼ ਨੂੰ ਅਸੀਂ ਨਹੀਂ। ਕਿੰਨੀਆਂ ਕੁ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ, ਚਾਹੇ ਸਟਾਫ ਦੀ ਗੱਲ ਕਰ ਲਈਏ, ਚਾਹੇ ਡਾਕਟਰਾਂ ਦੀ ਗੱਲ, ਚਾਹੇ ਤੁਹਾਡੀ ਕਰ ਲਈ, ਹਸਪਤਾਲ ਕਿੰਨੇ ਬੰਦ ਰਿਹਾ, ਕੀ ਮੁਸ਼ਕਲਾਂ? ਇਹ ਮੁਸ਼ਕਲਾਂ ਤੁਸੀਂ ਵੇਖਿਆ ਹੀ ਹੈ ਸਾਰਾ। ਤੁਸੀਂ ਹੁਣ ਮੈਨੂੰ ਦੇਖੋ, ਪੁਰਾਣਾ ਐਪੀਸੋਡ ਸਾਰਾ ਭੁੱਲ ਗਿਆ ਹੈ, ਹੁਣ ਅਸੀਂ ਨਵੇਂ ਸਿਰੇ ਤੋਂ ਆਪਣਾ ਕੰਮ ਸ਼ੁਰੂ ਕਰਾਂਗੇ। ਹਾਂਜੀ ਹਾਂਜੀ, ਕਿੰਨਾ ਕੁ ਕਾਰਵਾਈ ਸਰਕਾਰ? ਚਲੋ ਆਓ ਇੱਕ ਫੋਟੋ ਤਾਂ ਕਰੀਏ, ਸਾਰੇ ਜਿਹੜੇ ਆਏ ਸਾਰੇ ਘਰ ਦੇ ਕੋਲ ਇੱਕ ਫੋਟੋ ਤਾਂ ਕਰਾ ਲਈਏ। 5 ਮਿੰਟ ਫੋਟੋ ਕਰਾਓਗੇ, ਫੋਟੋ ਕਰਾਓਗੇ। ਕਰੋ ਬਾਈਟ ਦੇਣ ਦੇ ਹੋ ਗਏ ਫ੍ਰੀ ਉਧਰੋਂ ਸਮਝਾਓ ਇੱਧਰ ਆਓ ਆਓ ਇੱਧਰ ਆਓ, ਇੱਕ ਫੋਟੋ ਕਰ ਲਈਏ ਅਸੀਂ ਆਪਣੀ ਸਾਰਿਆਂ ਦੀ ਵਿੱਚ। ਆਓ ਇੱਥੇ ਆਓ ਜਗੇ ਵੀਰ ਜੀ, ਆ ਜਾਓ ਭਾਈ ਮੜਾ ਜਾ 2 ਮਿੰਟ ਸਾਰੇ ਇਕੱਠੇ ਹੋ ਚਲੋ ਨਹੀਂ ਹੁੰਦਾ ਪਿਆ ਭਾਜੀ, ਤੁਸੀਂ ਇੱਧਰ ਆਓ ਮੜਾ ਜਾ ਅਦਰ ਖਿਲੋ ਯਾਰ, ਸੁੱਕੇ ਪਾ ਯਾਰ ਮੜ ਜਾ ਥੋੜਾ ਪਿੱਛੇ
ਹਲੋ ਹਲੋ ਚਲੋ ਜੀ ਆਓ ਵੀਰ ਜੀ ਆ ਸ਼ਾਟ ਮਾਰਦੇ ਹਾਂ ਭਾਜੀ ਸ਼ਾਟ ਮਾਰ ਬੋਲੇ ਸੋਨਿਹਾਲ ਇੱਕ ਸਰੂਪਾ ਨਾ ਮੈਨੂੰ ਸਰੋਪੇ ਪਏ ਇੱਕ ਮਿੰਟ ਭਾਜੀ ਇੱਕ ਫੋਟੋ ਕਰਾ ਲਿਓ ਜੀ ਸਰੋਪੇ ਪਏ ਸਾਰੇ ਹੀ ਵੀਰ ਜੀ ਸਾਰੇ ਪਾਲੋ ਸਰੋਪੇ ਪਏ ਸਾਰੇ ਹੀ ਫਿਰ ਆਇਆ ਸਾਰੇ ਮਾਣ ਹੋ ਜਾਏਗਾ ਖੁਸ਼ੀਆਂ ਦੇ ਜਗਾਰੇ ਜਾਵੇ ਰਹਿ ਗਈ ਆ ਬਾਕੀ ਹੋ ਗਈਆਂ ਸਾਰੀਆਂ ਅੰਦਰ ਕਰ ਲਓ ਥੋੜੀ ਹੁਣ ਗਰਮੀ ਆ ਕੋਈ ਨਹੀਂ ਅੰਦਰ ਆ ਜਾਓ ਮੈਂ ਥੋੜਾ ਅੰਦਰ ਤੇ ਕਰ ਲੈਣੇ ਭਾਈ ਕੈਮਰਾ ਨਾ ਹਿੱਲੇ ਕੈਮਰਾ ਨਾ ਲਾਓ ਮਾਰਨੇ ਸਰੋਪੇ ਹੈਗੇ ਆ ਫੜਾਓ ਮੰਨੇ ਭਾਈ ਨੂੰ ਕੈਮਰਾ ਨਾ ਲਾਓ ਪਿੱਛੇ ਨਹੀਂ ਆ ਜੀ ਫੋਨ ਮੇਰਾ ਇਹ ਫੜੋ ਹੁਣ ਲਗਾ ਤੇ ਬੇਜੀ ਕੌਣ ਸ਼ੁਰੂ ਕਰੇ ਸਟਾਪ ਕਰੋ ਉਹਨੂੰ ਕੈਮਰੇ ਨੂੰ ਆ ਜਾਓ ਆ ਜਾਓ ਬੰਦ ਨਾ ਕਰੇ ਬੰਦ ਨਹੀਂ ਠੀਕ ਹੈ ਹੋ ਗਈ ਬੜੀ ਗੱਲ ਮੰਨੇ ਕਿ ਇਹਦੇ ਲੈਵਲ ਦੇ ਸਾਰੇ ਸੰਸਾਰੀਆਂ ਮੈਂ ਉਹੀ ਤਾਂ ਕਹਿਣ ਡਿਆ ਬਿਲਕੁਲ ਭੈਣਾ ਜੀ ਮਾਲਕ ਨੇ ਲਾਇਆ ਜੀ ਜਨਤਾ ਨੇ ਲਾਇਆ ਜਨਤਾ ਸਾਰਿਆਂ ਨੇ ਲਾਇਆ ਨਵਤੇਜ ਹਿਊਮੈਨਿਟੀ ਹਸਪੀਟਲ ਜਿਹੜਾ ਨਵਤੇਜ ਗੱਗੂ ਜੀ ਸੰਚਾਲਕ ਨੇ ਦੁਬਾਰਾ ਤੋਂ ਰੀਓਪਨ ਅੱਜ ਹੋ ਗਿਆ ਵਾ ਉਹਨਾਂ ਦੇ ਨਾਲ ਰਾਬਤਾ ਕਰਦੇ ਆ ਗੱਲਬਾਤ ਵੀ ਕਰਦੇ ਆ ਉਹਨਾਂ ਕੋਲ ਸਮਾਜ ਸੇਵੀ ਸੰਸਥਾਵਾਂ ਵੀ ਇੱਥੇ ਬਹੁਤ ਪਹੁੰਚੀਆਂ ਨੇ ਉਹਨਾਂ ਦਾ ਵੀ ਅੱਜ ਉਹਨਾਂ ਨੇ ਸਰੋਪੇ ਪਾ ਕੇ ਸਵਾਗਤ ਕੀਤਾ ਵਾ ਉਹਨਾਂ ਦੁਬਾਰਾ ਰੀਸਟਾਰਟ ਕੀਤਾ ਗਿਆ ਹਸਪੀਟਲ ਉਹਨਾਂ ਨਾਲ ਗੱਲ ਕਰਦੇ ਆ ਹਾਂਜੀ ਨਵਤੇਜ ਜੀ ਅੱਜ ਦੁਬਾਰਾ ਤੁਹਾਡੇ ਵੱਲੋਂ ਇਹ ਜਿਹੜਾ ਹਸਪੀਟਲ ਜਿਹੜੇ ਸਾਰੇ ਸ਼ਹਿਰ ਦੇ ਰਾਸ਼ਨ ਮੰਨਦਾ ਵਾਸਤੇ ਜਿਹੜਾ ਹਸਪੀਟਲ ਬਣਾਇਆ ਗਿਆ ਅੱਜ ਬੜੀ ਖੁਸ਼ੀ ਦਾ ਦਿਨ ਹੈ ਕਿਉਂਕਿ ਮੇਰੇ ਵਾਸਤੇ ਖੁਸ਼ੀ ਹੈ ਪਰ ਮੇਰੇ ਤੋਂ ਵੱਧ ਖੁਸ਼ੀ ਉਹਨਾਂ ਲੋਕਾਂ ਨੂੰ ਹੋਣੀ ਚਾਹੀਦੀ ਹੈ ਔਰ ਹੋਵੇਗੀ ਵੀ ਜਿਨ੍ਹਾਂ ਲੋਕਾਂ ਦੇ ਇੱਥੇ ਇਲਾਜ ਫ੍ਰੀ ਆਫ ਕਾਸਟ ਹੁੰਦੇ ਇੱਕ ਪੰਜਾਬ ਦਾ ਪਹਿਲਾ ਸਭ ਤੋਂ ਬੈਸਟ ਹਸਪੀਟਲ ਹੈ ਸਭ ਤੋਂ ਲਗਜ਼ਰੀ ਹਸਪੀਟਲ ਹੈ ਜਿੱਥੇ ਲੋਕਾਂ ਦੇ ਇਲਾਜ VIP ਫੈਸਿਲਿਟੀਜ਼ ਦੇ ਨਾਲ ਫ੍ਰੀ ਆਫ ਕਾਸਟ ਆਪਾਂ ਕਰਦੇ ਹਾਂ ਔਰ ਲੋਕਾਂ ਵਾਸਤੇ ਇਹ ਕਿਸੇ ਵੀ ਆਸਰੇ ਨਾਲੋਂ ਘੱਟ ਨਹੀਂ ਗਾ ਜਿੱਥੇ 500 1000 ਰੁਪਏ ਪਿੱਛੇ ਦੀ ਦਵਾਈ ਪਿੱਛੇ ਕਈ ਵਾਰ ਲੋਕਾਂ ਦੀ ਮੌਤ ਹੋ ਜਾਂਦੀ ਹੈ ਡਾਕਟਰ ਪ੍ਰਾਈਵੇਟ ਹਸਪੀਟਲਾਂ ਵਾਲੇ ਜਿਹੜੇ ਨੇ ਉਹ ਲਾਸ਼ਾਂ ਤੱਕ ਨਹੀਂ ਦਿੰਦੇ ਕਿਸੇ ਹਸਪੀਟਲ ਦੇ ਵਿੱਚ ਅਗਰ ਇਲਾਜ ਦੇ ਦਰਮਿਆਨ ਕਿਸੇ ਦੀ ਮੌਤ ਹੋ ਜਾਂਦੀ ਹੈ ਤੇ ਲਾਸ਼ ਤੱਕ ਨਹੀਂ ਦਿੱਤੀ ਜਾਂਦੀ ਲਾਸ਼ ਕਿਡਨੈਪ ਕਰ ਲਈ ਜਾਂਦੀ ਹੈ ਕਿ ਪਹਿਲਾਂ ਪੈਸੇ ਦਿਓ ਫਿਰ ਲਾਸ਼ ਦੇਵਾਂਗੇ ਪਰ ਇਹ ਹਸਪੀਟਲ ਹੈ ਜਿੱਥੇ ਫ੍ਰੀ ਆਫ ਕਾਸਟ ਇਲਾਜ ਹੁੰਦੇ ਨੇ ਲੋਕਾਂ ਦੀ ਪੂਰੀ ਮਹਿਮਾਨ ਨਵਾਜੀ ਹੁੰਦੀ ਹੈ ਜਿੱਦਾਂ ਘਰ 'ਚ ਕੋਈ ਪ੍ਰਾਹੁਣਾ ਆਉਂਦਾ ਉਦਾਂ ਹੀ ਮਰੀਜ਼ ਨੂੰ ਜਦੋਂ ਆਉਂਦਾ ਵਾ ਉਹਨੂੰ ਪਾਣੀ ਪਿਆਉਂਦੇ ਆ ਇਮੋਸ਼ਨਲੀ ਬੌਂਡ ਉਹਦੇ ਨਾਲ ਕਾਇਮ ਕਰਦੇ ਆ ਔਰ ਉਹਨੂੰ ਬਕਾਇਦਾ ਕਿਹਾ ਜਾਂਦਾ ਕਿ ਤੁਸੀਂ ਠੀਕ ਹੋ ਕੇ ਜਾਓਗੇ ਪੈਸੇ ਦੀ ਕੋਈ ਚਿੰਤਾ ਨਹੀਂ ਲੋਕਾਂ ਵਾਸਤੇ ਇੰਨਾ ਕੁਝ ਉਹ ਭਾਜੀ ਉਹਨਾਂ ਨੂੰ ਅੰਦਰ ਨਵਤੇਜ ਜੀ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਤੁਹਾਡੇ ਤੇ ਦਬਾਅ ਪਾਇਆ ਗਿਆ ਹਸਪੀਟਲ ਨੂੰ ਬੰਦ ਕਰਾਉਣ ਦੀ ਵੀ ਕੋਸ਼ਿਸ਼ ਕੀਤੀ ਗਈ ਪਰ ਤੁਹਾਡਾ ਸੰਘਰਸ਼ ਜਾਰੀ ਰਿਹਾ ਤੁਹਾਡੇ ਜਿਹੜੇ ਨਾਲ ਦੇ ਸਮਰਥਕ ਆ ਸਮਾਜ ਸੇਵੀ ਜੋ ਲੋਕ ਨੇ ਤੁਹਾਡੇ ਨਾਲ ਜੁੜੇ ਉਹਨਾਂ ਨੇ ਤੁਹਾਡਾ ਪੂਰਾ ਅਖੀਰ ਤੱਕ ਮਤਲਬ ਕਿ ਸਾਥ ਦਿੱਤਾ ਤੁਸੀਂ ਉਹਨਾਂ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਚੈਨਲ ਰਾਹੀਂ ਕਿ ਜਿਨ੍ਹਾਂ ਨੇ ਤੁਹਾਡਾ ਬੜਾ ਜ਼ੋਰ ਲਾਇਆ ਬੰਦ ਕਰਾਉਣ ਤੇ ਹਾਂਜੀ ਦੇਖੋ ਜਿਨ੍ਹਾਂ ਨੇ ਸਾਥ ਦਿੱਤਾ ਵਾ ਉਹਨਾਂ ਅੱਗੇ ਤੇ ਮੇਰਾ ਸਿਰ ਝੁਕਦਾ ਹੈ ਸਾਰੇ ਵੀਰਾਂ ਅੱਗੇ ਜਿਵੇਂ ਪਰਵਾਨਾ ਵੀਰ ਜੀ ਨੇ
ਔਰ ਜਿਵੇਂ ਦਵਿੰਦਰ ਵੀਰ ਜੀ ਨੇ, ਵਿਜੇ ਤਰੇਨ ਜੀ ਨੇ ਔਰ ਗਗਨਦੀਪ ਜੀ ਨੇ ਲੁਧਿਆਣੇ ਵਾਲੇ, ਔਰ ਵੀਰ ਰਮਨਦੀਪ ਜੀ ਨੇ ਮੰਗੂ ਮੱਠ ਵਾਲੇ, ਰਮਨਦੀਪ ਜੀ ਨੇ, ਹੋਰ ਵੀ ਗੜਦਰ ਜੀ ਵਾਲੇ ਮਨਜੋਤ ਸਿੰਘ ਵੀਰ ਜੀ ਨੇ, ਸਾਰੇ ਵੀਰ ਨੇ ਕੱਲ ਦੇਖੋ ਔਖੇ ਹੋ ਜਾਂਦੇ ਨੇ, ਔਰ ਸਾਰਿਆਂ ਦਾ ਮੈਂ ਤਹਿ ਦਿਲੋਂ ਸਤਿਕਾਰ ਕਰਦਾ ਕਿਉਂਕਿ ਉਹਨਾਂ ਨੇ ਇੱਕ ਆਪਣਾ ਕਰਮ ਕੀਤਾ, ਉਹਨਾਂ ਮਾਨਵਤਾ ਇਨਸਾਨੀਅਤ ਵਾਸਤੇ ਇੱਕ ਆਪਣਾ ਕਰਮ ਕੀਤਾ। ਉਹ ਕਰਮ ਨੂੰ ਦੱਸਿਆ ਉਹਦਾ ਉਹਨਾਂ ਅਸਰ ਨਹੀਂ, ਉਹ ਰੱਬ ਦੀ ਕਚਹਿਰੀ 'ਚ ਲਿਖਿਆ ਗਿਆ, ਰੱਬ ਦੇ ਉਹਨਾਂ ਕਿਤਾਬਾਂ 'ਚੋਂ ਲਿਖਿਆ ਗਿਆ ਵਾ ਵੀ ਇੱਕ ਗਰੀਬਾਂ ਦਾ ਹਸਪੀਟਲ ਜਿੱਥੇ ਲੋਕਾਂ ਦੇ ਇਲਾਜ ਫ੍ਰੀ ਮਿਲਦੇ ਸੀ, ਜਿੱਥੋਂ ਲੋਕ ਆਪਣਾ ਜੀਵਨ ਲੈ ਕੇ ਜਾਂਦੇ, ਉਹਨਾਂ ਦੇ ਹੱਕ 'ਚ ਉਹਨਾਂ ਨੇ ਮਤਲਬ ਖਲੋਤੇ ਨੇ, ਜ਼ੁਲਮ ਦੇ ਖਿਲਾਫ ਹਾਦਾ ਨਾਰਾ ਮਾਰਿਆ। ਜਿਹੜੇ ਵੀਰ ਜਿਨ੍ਹਾਂ ਨੇ ਆਲੋਚਨਾ ਕੀਤੀ ਆ ਜਾਂ ਜਿਨ੍ਹਾਂ ਨੇ ਪ੍ਰੋਬਲਮ ਕ੍ਰੀਏਟ ਕੀਤੀ ਆ, ਦੇਖੋ ਤੁਸੀਂ ਵੇਖੋ ਉਹਨਾਂ ਨੂੰ ਰੱਬ ਨੇ ਆਪਣੇ ਆਪ ਸਜ਼ਾ ਦੇ ਜਾਣੀ ਹੈ, ਪਰਮਾਤਮਾ ਆਪੇ ਉਹਨਾਂ ਨੂੰ ਸਜ਼ਾ ਦੇਵੇਗਾ। ਪਰ ਮੈਂ ਤਾਂ ਕਹਿੰਦਾ ਕਿ ਚਲੋ ਉਹਨਾਂ ਨੂੰ ਵੀ ਰੱਬ ਨਾ ਸਜ਼ਾ ਦੇਵੇ, ਸਾਰੀ ਖੁਸ਼ ਰਹਿਣ, ਸਾਰੀ ਮਾਨਵਤਾ ਹੀ ਸੁਖੀ ਰਹੇ, ਕਿਉਂਕਿ ਸਾਡਾ ਕੰਮ ਹੀ ਜਦੋਂ ਮਾਨਵਤਾ ਦਾ ਭਲਾ ਕਰਨਾ, ਤੇ ਅਸੀਂ ਕਿਸੇ ਦਾ ਬੁਰਾ ਨਹੀਂ ਮੰਨਦੇ। ਜਿਨ੍ਹਾਂ ਲੋਕਾਂ ਨੇ ਪ੍ਰੋਬਲਮ ਕ੍ਰੀਏਟ ਕੀਤੀਆਂ ਨੇ ਜਾਂ ਜਿਨ੍ਹਾਂ ਨੇ ਸਾਡੇ ਨਾਲ ਇੱਥੇ ਡਿਸਟਰਬੈਂਸ ਪੈਦਾ ਕੀਤੀ ਆ, ਮੈਂ ਤਾਂ ਕਹਿੰਦਾ ਉਹਨਾਂ ਨੂੰ ਵੀ ਆਪਣੀ ਸੋਚ ਬਦਲ ਕੇ ਬਕਾਇਦਾ ਸਾਡਾ ਸਾਥ ਦੇਣਾ ਚਾਹੀਦਾ ਹੈ, ਕਿਉਂਕਿ ਸੇਵਾ ਹੀ ਸਭ ਤੋਂ ਵੱਡਾ, ਕਿਸੇ ਦੀਨ ਦੀ ਬੇਸਰ ਦੀ ਮਦਦ ਹੀ ਸਭ ਤੋਂ ਵੱਡਾ ਕਰਮ ਹੈ। ਰੱਬ ਨੂੰ ਤਾਂ ਹਰ ਬੰਦਾ ਮੰਨਦਾ, ਪਰ ਫਿਰ ਇਹਨਾਂ ਕੰਮਾਂ ਨੂੰ ਵੀ ਮੰਨਣਾ ਚਾਹੀਦਾ ਹੈ ਜਿਹੜੇ ਕੰਮ ਰੱਬ ਦੇ ਹੋ ਰਹੇ ਨੇ। ਜੇ ਇਹਨਾਂ 'ਚ ਅੜਿੱਕਾ ਪਾਓਗੇ ਤੇ ਮਤਲਬ ਸਮਝ ਲਓ ਕਿ ਪਾਪ ਆ, ਇੱਕ ਪਾਪ ਲੈ ਕੇ ਤੁਸੀਂ ਜਾਓਗੇ। ਨਵਤੇਜ ਜੀ ਇੱਕ ਲਾਸਟ 1 ਮਿੰਟ ਲੈਣਾ ਤੁਹਾਡੇ ਕੋਲ। ਇੱਕ ਨਿਸ਼ਾਂਤ ਸ਼ਰਮਾ ਜੀ ਜਿਹੜੇ ਸ਼ਿਵ ਸੈਨਾ ਹਿੰਦ ਦੇ ਨੇ, ਉਹਦੇ ਬਾਰੇ ਤੁਹਾਡੇ ਨਾਲ ਇੱਕ ਗੱਲ ਕਰਨੀ ਸੀ ਕਿ ਉਹਨਾਂ ਨੇ ਜਿਹੜੀ ਪੋਸਟ ਪਾਈ ਹੈ ਬੜੀ ਮੱਦਭਾਗੀ ਪੋਸਟ ਹੈ, ਕਿਉਂਕਿ ਪਹਿਲਾਂ ਤੁਹਾਡੇ ਹੱਕ ਦੇ ਵਿੱਚ ਉਹਨਾਂ ਨੇ ਗੱਲ ਕੀਤੀ ਹੈ। ਪਹਿਲਾਂ ਨਿਸ਼ਾਨ ਸ਼ਰਮਾ ਇੱਕ ਬਾਂਦਰ ਆ ਜੀ, ਉਸ ਤੋਂ ਬਾਅਦ ਉਹਨਾਂ ਨੇ ਅੱਜ ਜਿਹੜਾ ਕੱਲ ਉਹਨਾਂ ਸੋਸ਼ਲ ਮੀਡੀਆ ਦੇ ਉੱਤੇ ਆਪਣੇ ਪਾਈ ਇੱਕ ਪੋਸਟ, ਉਹਦੇ ਬਾਰੇ ਕੀ ਕਹਿੰਦੇ ਤੁਸੀਂ? ਇੱਕ 3 ਜਣਿਆਂ ਵਾਲੇ ਹਰਪ੍ਰੀਤ, ਹਰਚੰਦ ਭਾਈ ਤੇ ਇੱਕ ਤੁਹਾਡਾ ਨਵਤੇਜ ਗੁੱਗੂ। ਹਾਂਜੀ, ਉਹ ਜਿਹੜੀ ਉਹਨਾਂ ਨੇ ਪੋਸਟ ਪਾਈ ਹੈ ਜੀ, ਉਹ ਮੈਂ ਤੇ ਬਹੁਤ ਹੈਰਾਨ ਹੋਇਆ। ਪਹਿਲਾਂ ਮੈਨੂੰ ਕਿਸੇ ਨੇ ਦੱਸਿਆ ਸੀ ਕਿ ਉਹਨਾਂ ਕੁਝ ਵਧੀਆ ਗੱਲਾਂ ਕੀਤੀਆਂ ਨੇ, ਵਧੀਆ ਵੀ ਲੱਗਾ ਚਲੋ, ਪਰ ਜਦੋਂ ਉਹਨਾਂ ਨੇ ਇਹ ਪਾਈ ਪੋਸਟ ਕਿ ਇਹਨਾਂ ਨੂੰ ਸਜ਼ਾ ਦਿਵਾਉਣੀ ਚਾਹੀਦੀ ਹੈ, ਇਹਨਾਂ ਨੂੰ ਸਜ਼ਾ ਦਿਵਾਵਾਂਗੇ, ਇਹਨਾਂ ਨੂੰ ਮਤਲਬ ਮੈਂ ਇਹਨਾਂ ਦੀ ਅਪੀਲ ਦਲੀਲ ਕਰਾਂਗਾ ਜੋ ਵੀ ਆ, ਚਲੋ ਤੇ ਕਾਨੂੰਨੀ ਤੌਰ ਤੇ ਅਸੀਂ ਪੂਰੀ ਤਰ੍ਹਾਂ ਫ੍ਰੀ ਹੋ ਚੁੱਕੇ ਆ। ਪਰ ਮੈਂ ਇਹੋ ਜਿਹੇ ਜਿਹੜੇ ਇਹਨਾਂ ਲੋਕਾਂ ਨੂੰ ਮੈਂ ਇੱਕ ਗੰਦੀ ਨਾਲੀ ਦਾ ਕੀੜੇ ਦੇ ਨਾਮ ਨਾਲ ਨਵਾਜ਼ਦਾ। ਇਹ ਲੋਕ ਗੰਦੀ ਨਾਲੀ 'ਚ ਇੱਕ ਕੀੜੇ ਜਿਹੜੇ ਹੁੰਦੇ ਨੇ ਉਹ ਨੇ, ਇਹ ਲੋਕ ਸਮਾਜ 'ਚ ਅੱਗ ਲਾਉਣ ਵਾਲੇ ਲੋਕ ਨੇ। ਇਹ ਨਿਸ਼ਾਂਤ ਸ਼ਰਮਾ ਨੇ ਇੱਕ ਆਪੂ ਹੀ ਬਣਾਈ ਹੋਈ ਸ਼ਿਵ ਸੈਨਾ, ਆਪਣੀ ਇੱਕ ਅਖੋਤੀ ਸ਼ਿਵ ਸੈਨਾ ਜਿਹੜੀ ਇਹਨੇ ਬਣਾਈ ਆ। ਮੈਂ ਇਹਨਾਂ ਸਾਰਿਆਂ ਨੂੰ ਚੈਲੰਜ ਕਰਦਾ ਵੀ ਇੱਕ ਵਾਰ ਬਟਾਲੇ ਇਹ ਆਂਦਾ, ਹੁਣ ਮੈਂ ਆਂਦਾ ਬਟਾਲੇ ਆ ਕੇ ਪ੍ਰੈਸ ਕਾਨਫਰੰਸ ਕਰਨੀ ਆ, ਇਹਨੇ ਬਿਆਨ ਦਿੱਤਾ ਦੁਬਾਰਾ ਕਿ ਬਟਾਲੇ ਆ ਕੇ ਕਰਨੀ। ਹੁਣ ਮੈਂ ਇਹਨਾਂ ਨੂੰ ਕਹਿੰਦਾ ਕਿ ਬਟਾਲੇ 'ਚ ਆ ਕੇ ਵੜ ਕੇ ਤਾਂ ਤੁਸੀਂ ਦਿਖਾ ਲਓ, ਸਾਡਾ ਮੂੰਹ ਬਟਾਲੇ ਦੇ ਲੋਕਾਂ ਨੇ ਹੀ ਕਾਲਾ ਕਰ ਦੇਣਾ ਮਤਲਬ। ਔਰ ਗਲਤ ਗੱਲ ਆ, ਤੁਸੀਂ ਸਗੋਂ ਇਹੋ ਜਿਹੇ ਮੌਕੇ ਤੇ ਸਾਡਾ ਸਾਥ ਦਿਓ। ਹਾਂਜੀ, ਸਾਥ ਦਿਓ ਸਗੋਂ ਇਹੋ ਜਿਹੇ ਮੌਕੇ ਤੇ ਸਾਡਾ ਮਤਲਬ। ਪਰ ਫਿਰ ਵੀ ਇਹਨਾਂ ਲੋਕਾਂ ਨੂੰ ਇਹ ਟੋਟਲੀ ਸਮਾਜ ਨੂੰ ਦੋ ਫੜ ਕਰਨ ਵਾਲੇ ਲੋਕ ਨੇ। ਇਹਨਾਂ ਨੂੰ ਇਹੀ ਹੈ ਕਿ ਮੈਂ ਤੇ ਇਹ ਵੀ ਕਹਾਂ ਕਿ ਇਹਨਾਂ ਦੀ ਸਿਕਿਉਰਿਟੀ ਵਾਪਸ ਲਈ ਜਾਵੇ। ਕਰ ਕੀ ਰਹੇ ਨੇ? ਅਸੀਂ ਹੁਣ ਦੇਖੋ, ਅਸੀਂ ਸਾਡੀ ਐਡਾ ਵੱਡਾ ਹਸਪੀਟਲ ਚਲਾ ਰਹੇ ਹਾਂ, ਪੂਰੇ ਪੰਜਾਬ 'ਚੋਂ ਮਰੀਜ਼ ਆ ਰਹੇ ਨੇ ਔਰ ਸਾਡੀ ਲਾਈਫ ਵੀ ਖਤਰੇ 'ਚ ਆ। ਅਸੀਂ ਤਾਂ ਇਦਾਂ ਹੀ ਇਕੱਲੇ ਤੁਰੇ ਫਿਰਦੇ, ਸਾਡੇ ਕੋਲ ਇੱਕ ਵੀ ਸਿਕਿਉਰਿਟੀ ਨਹੀਂ ਹੈਗੀ। ਪਰ ਇਹਨਾਂ ਬੰਦਿਆਂ ਨੂੰ 22 ਬੰਦੇ ਸਿਕਿਉਰਿਟੀ ਦੇ ਦਿੱਤੇ ਸੀ। ਕਿਉਂ ਦਿੱਤੇ ਨੇ? ਪੈਟਰੋਲ ਇਹਨਾਂ ਨੂੰ ਸਰਕਾਰ ਦਿੰਦੀ ਆ, ਜਿਪਸੀਆਂ ਇਹਨਾਂ ਨੂੰ ਦਿੰਦੀ ਆ, ਬਕਾਇਦਾ ਸਰਕਾਰੀ ਖਾਤੇ 'ਚੋਂ ਪੈਟਰੋਲ ਪੈਂਦਾ। ਕਿਉਂ? ਵਾਏ ਇੱਕ ਜਵਾਬ ਆ ਮੇਰਾ ਪੰਜਾਬ ਪੁਲਿਸ ਨੂੰ, ਚੋਰੀ ਦੀਆਂ ਗੱਡੀਆਂ ਵੇਚਦੇ ਤੇ ਇੱਕ ਬੰਦਾ ਜਿਹੜਾ ਕੰਮ ਕਰ ਰਿਹਾ ਉਹਨੂੰ ਜੇਲ੍ਹਾਂ 'ਚ ਵੀ ਸੁੱਟਿਆ ਜਾਂਦਾ ਵਾ। ਉਹਨੂੰ ਹੁਣ ਭਾਵੇਂ ਮੈਨੂੰ ਇੱਥੋਂ ਰਾਹ 'ਚ ਜਾਂਦੇ ਨੂੰ ਕੋਈ ਭਾਵੇਂ ਗੋਲੀ ਮਾਰ ਦੇ, ਸਾਡੀ ਕੋਈ ਸਿਕਿਉਰਿਟੀ ਥੋੜਾ, ਕਿਉਂਕਿ ਸਾਰਾ ਮਾਫੀਆ, ਮੈਡੀਕਲ ਮਾਫੀਆ ਸਾਡੇ ਖਿਲਾਫ। ਸੋ ਇਸ ਕਰਕੇ ਸਾਡੇ ਕਿੰਨੇ ਵੱਡੇ ਮਾਫੀਆ ਨਾਲ ਅਸੀਂ ਕਰ ਰਹੇ ਹਾਂ, ਹੋਰ ਵੀ ਸਾਰੇ ਲੋਕ ਬਹੁਤ ਹੋ ਗਏ। ਮੇਰਾ ਨਾਮ ਦਵਿੰਦਰ ਸਿੰਘ, ਸੰਤ ਸਿਪਾਹੀ ਸੇਵਾ ਸਾਡੇ ਲੁਧਿਆਣਾ। ਜਿਹੜੇ ਤੁਸੀਂ ਸਵਾਲ ਗੁੱਗੂ ਜੀ ਨੂੰ ਕਰ ਰਹੇ ਇਹਨਾਂ ਦਾ ਜਵਾਬ ਤੁਹਾਨੂੰ ਮੈਂ ਆਲ ਓਵਰ ਇੱਕ ਦਵਾਂਗਾ। ਇਹਨਾਂ ਲੋਕਾਂ ਦੀ ਹਿੰਦੁਸਤਾਨ ਨੂੰ ਦੇਣ ਕੀ ਆ? ਇਹਨਾਂ ਦੀ ਭਾਰਤ ਦੇਸ਼ ਨੂੰ ਦੇਣ ਕੀ ਆ? ਜੇ ਤੁਸੀਂ ਸਿਰਫ ਤੇ ਸਿਰਫ ਆ ਜਦੇ ਜਥੇਬੰਦੀਆਂ ਬਣਾ ਖੜੇ ਨਾ ਸਿੱਖਾਂ ਦੀਆਂ ਲੱਤਾਂ ਖਿੱਚਣ ਵਾਸਤੇ, ਕਿਤੇ ਤੁਹਾਡੇ ਮੰਤਰੀ ਸਾਡੀਆਂ ਗੁਰਬਾਣੀ ਤੁਕਾਂ ਦੇ ਛੇੜਛਾੜ ਕਰਦੇ ਨੇ। ਆ ਕੱਲ ਤੁਹਾਡੇ ਇੱਕ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਸਿੱਖਾਂ ਦਾ ਦਿਮਾਗ ਨਹੀਂ, ਪੰਜਾਬ ਦੇ ਜੱਟਾਂ ਦਾ ਦਿਮਾਗ ਨਹੀਂ, ਉਹ ਤੁਹਾਡਾ ਦਿਮਾਗ ਜ਼ਿਆਦਾ। ਸਾਨੂੰ 5 ਸਾਲ ਦੇ ਦਿਓ, ਜ਼ਿੰਦਗੀ ਦੇ 5 ਸਾਲ। ਇਹ ਦਿੱਲੀ ਦੇ ਤਖਤ ਦੇ ਬਾਦੋ ਮੋਦੀ ਵਾਲੀ ਜਗ੍ਹਾ ਤੇ ਕੋਈ ਹਰੀ ਸਿੰਘ ਨਲੂਆ ਉੱਥੇ ਕੋਈ ਚੰਗਿਆ ਜਗ੍ਹਾ ਬਹਿ ਗਿਆ ਨਾ, ਪੂਰਾ ਦੁਨੀਆ ਤੁਹਾਡੀ ਸਲਾਮ ਆਣ ਕੇ ਨਾ ਠੋਕੂਗੀ। ਤੁਹਾਨੂੰ ਪਤਾ ਲੱਗ ਜਾਏਗਾ ਸਿੱਖਾਂ ਦਾ ਦਿਮਾਗ ਕਿੰਨਾ ਗਿਆ। ਤੁਹਾਡੇ ਵਰਗੇ ਕੁਲਚੇ ਛੋਲੇ ਖਾ ਕੇ ਆ ਵੱਡੇ ਵੱਡੇ ਮਗਰਮੱਛਾਂ ਕੋ ਦਹੀਂਆਂ ਫਲਾਈਆਂ ਵਾ। ਆਓ ਸਾਡੇ ਨਾਲ ਚੀਨ ਦੇ ਬਾਰਡਰ ਤੇ ਹਿੰਦੂ ਚੀਨੂ 22 ਧਾਰਾ ਤੁਸੀਂ ਲਓ ਤੇ ਸਿਰ ਦੇ ਨੂੰ ਸਾਡੇ ਸਰਦਾਰ ਆ। ਬੰਦਿਆਂ ਦੇ ਕਰਤੂਤਾਂ ਕਰੋ, ਰਲ ਮਿਲ ਕੇ ਪੰਜਾਬ ਦਾ ਮਨਸ ਦਾ ਭਲਾ ਕਰੀਏ।
ਵਾਹਿਗੁਰੂ ਜੀ ਕਾ ਖਾਲਸਾ ਹਿੰਦੂ ਕਦੀ ਵੀ ਮਾੜੀ ਮੱਤ ਨਹੀਂ ਰੱਖਦਾ। ਉਹਨੇ ਉਹਨਾਂ ਨਾਲ ਵੀ ਗੱਲ ਕਰਦੇ ਹਾਂ ਕੀ ਗੁਰਪਿਆਰਿਓ, ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਅਕਲੀ ਦਾਨ ਕਰੀਏ, ਕਿਉਂਕਿ ਬਾਣੀ ਸਾਨੂੰ ਇਹੀ ਸਿਖਾਉਂਦੀ ਹੈ ਕਿ ਅਕਲੀ ਕੀਚੇ ਦਾਨ। ਕਿਉਂਕਿ ਬਹੁਤ ਸਾਰੇ NRI ਵੀਰ ਅਜਿਹੇ ਨੇ ਜੋ ਡੇਰਿਆਂ ਧੜਿਆਂ ਦੇ ਪਿੱਛੇ ਲੱਗੇ ਹੋਏ ਨੇ, ਦੇਹਧਾਰੀਆਂ ਦੇ ਪਿੱਛੇ ਲੱਗੇ ਹੋਏ ਨੇ, ਜੋ ਮੋٹے-ਮੋٹے ਚੜਾਵੇ ਉਧਰ ਭੇਜਦੇ ਨੇ, ਚੜਾਉਂਦੇ ਨੇ, ਪਰ ਉਹ ਕਿਸੇ ਖਾਤੇ ਵਿੱਚ ਨਹੀਂ ਜਾਂਦੇ। ਪਰ ਅਜਿਹੀਆਂ ਜਥੇਬੰਦੀਆਂ, ਅਜਿਹੀਆਂ ਸੰਸਥਾਵਾਂ ਜੋ ਲੋਕ ਭਲਾਈ ਦਾ ਕੰਮ ਕਰਦੀਆਂ ਨੇ, ਬੇਸ਼ੱਕ ਗੱਲ ਨਵਤੇਜ ਸਿੰਘ ਗੁੱਗੂ ਦੀ ਹੋਵੇ, ਭਾਈ ਗੁਰਪ੍ਰੀਤ ਸਿੰਘ ਮਿੰਟੂ ਦੀ ਹੋਵੇ, ਗੜਦੀਵਾਲ ਵਾਲੇ ਸਿੰਘਾਂ ਦੀ ਹੋਵੇ, ਜਾਂ ਦਰਬਾਰੇ ਖਾਲਸਾ ਦੀ ਹੋਵੇ, ਖਾਲਸਾ ਏਡ ਦੀ ਹੋਵੇ, ਇਹ ਕੁਝ ਅਜਿਹੀਆਂ ਸੰਸਥਾਵਾਂ ਨੇ ਜੋ ਦਿਨ ਰਾਤ ਮਿਹਨਤ ਕਰਦੀਆਂ ਨੇ, ਜੋ ਦਿਨ ਰਾਤ ਲੋਕ ਸੇਵਾ ਵਿੱਚ ਹਮੇਸ਼ਾ ਤਤਪਰ ਰਹਿੰਦੀਆਂ ਨੇ ਤੇ ਦਿਲੋਂ ਹਰ ਕਿਸੇ ਦੀ ਮਦਦ ਵਾਸਤੇ ਸਭ ਤੋਂ ਪਹਿਲਾਂ ਪਹੁੰਚਦੀਆਂ ਨੇ। ਜਿੱਥੇ ਸਰਕਾਰਾਂ ਫੇਲ ਹੁੰਦੀਆਂ ਨੇ, ਉੱਥੇ ਇਹ ਸੰਸਥਾਵਾਂ ਸਾਨੂੰ ਖੜੀਆਂ ਨਜ਼ਰ ਆਉਂਦੀਆਂ ਨੇ। ਇਸ ਲਈ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਜਦੋਂ ਵੀ ਅਸੀਂ ਆਪਣਾ ਦਸਵੰਧ ਕੱਢੀਏ ਤਾਂ ਇਹਨਾਂ ਸੰਸਥਾਵਾਂ ਜਾਂ ਅਜਿਹੀਆਂ ਸੰਸਥਾਵਾਂ ਦੇ ਨਾਲ ਜੁੜ ਕੇ ਆਪ ਇਹਨਾਂ ਸੰਸਥਾਵਾਂ ਨੂੰ ਮਦਦ ਮੁਹੱਈਆ ਕਰਵਾ ਕੇ ਆਈਏ, ਤਾਂ ਜੋ ਸਾਡੇ ਦਸਵੰਧ ਦਾ ਪੈਸਾ ਵਾਕਈ ਹੀ ਗਰੀਬ ਦੇ ਮੂੰਹ ਤੱਕ ਜਾ ਸਕੇ, ਕਿਸੇ ਦਾ ਇਲਾਜ ਹੋ ਸਕੇ, ਕਿਸੇ ਦਾ ਤਨ ਕੱਜਿਆ ਜਾ ਸਕੇ, ਕਿਸੇ ਦੀ ਛੱਤ ਪੈ ਸਕੇ, ਕਿਸੇ ਦੇ ਮੂੰਹ 'ਚ ਰੋਟੀ ਦਾ ਨਿਵਾਲਾ ਪਾਇਆ ਜਾ ਸਕੇ। ਉਮੀਦ ਕਰਦੇ ਹਾਂ ਤੁਸੀਂ ਵੀ ਇਹਨਾਂ ਗੱਲਾਂ ਵੱਲ ਜ਼ਰੂਰ ਧਿਆਨ ਦਿਓਗੇ। ਵਿਚਾਰ ਚੰਗੇ ਲੱਗੇ ਹੁਣ ਵੀਡੀਓ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ। ਬਾਕੀ ਆਪਣੀਆਂ ਭਾਵਨਾਵਾਂ ਨੀਚੇ ਕਮੈਂਟਸ ਦੇ ਵਿੱਚ ਤੁਸੀਂ ਵਿਅਕਤ ਕਰ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।